ਤੁਸੀਂ ਵੀ ਕਹਿੰਦੇ ਹੋਣੇ ਵੀ ਆ ਬੰਦੇ ਰੋਜ਼ ਹੀ ਆ ਜਾਂਦੇ ਯਾਰ, ਇਸ ਵੇਲੇ ਬਹਿ ਜਾਂਦੇ ਆ ਕੇ ਕੁਰਸੀਆਂ ਢਾਹ ਕੇ, ਕਰੀਏ ਕੀ ਹੁਣ? ਸਾਡਾ ਕਿਹੜਾ ਜੀਅ ਕਰਦਾ ਜੀ ਆਉਣ ਨੂੰ? ਜੇ ਸਾਰਾ ਕੁਛ ਹੱਲ ਹੋ ਜਾਵੇ, ਨਾ ਕੋਈ ਮਸਲਾ ਹੋਵੇ, ਨਾ ਕੋਈ ਰੌਲਾ ਹੋਵੇ, ਨਾ ਕੋਈ ਬਿਆਨ ਦੇਵੇ, ਨਾ ਕੋਈ ਪੰਗਾ ਪਵੇ, ਤੇ ਉਹ ਜਣੇ ਸਾਡੇ ਕੋਲ ਵੀ ਖਬਰਾਂ ਨਾ ਹੁਣ ਇੱਧਰ ਦੇ ਹਿਸਾਬ ਨਾਲ ਹੁਣ ਵੇਖਿਆ ਜਾਵੇ ਤੇ ਨਹੀਂ ਕੋਈ ਬਹੁਤੀਆਂ ਖਬਰਾਂ ਹੁੰਦੀਆਂ। ਅਗਲੇ ਕਿਤੇ ਵਰੇ ਸ਼ਮਾਈ ਬੋਲਦੇ, ਉਹ ਵੀ ਕੋਈ ਚੰਗਾ ਜਿਹਾ ਐਲਾਨ ਕਰਦੇ ਆ, ਉਦੋਂ ਬਾਅਦ ਵਿਰੋਧੀ ਵੀ ਤਾਰੀਫਾਂ ਤਰੂਫਾਂ ਕਰ ਲੈਂਦੇ ਆ। ਆਪਣੇ ਵਾਲੇ ਦੇ ਡਰਾਮੇ ਨਹੀਂ ਮੁੱਕਦੇ। ਚਲੋ ਇਹ ਗੱਲਾਂ ਬਾਤਾਂ ਕਰਾਂਗੇ ਸਾਰੀਆਂ। ਪ੍ਰਾਈਮ ਫੋਕਸ ਤੁਸੀਂ ਇਸ ਵਕਤ ਦੇਖ ਰਹੇ ਹੋ, ਪ੍ਰਾਈਮ ਏਸ਼ੀਆ TV ਚੱਲ ਰਿਹਾ, ਨਾਲ ਆਪਣੇ ਵੀਰ ਪਰਮੀਰ ਬਾਠ ਹੋਰੀ। ਹੋਰ ਬਾਠ ਸਾਹਿਬ ਕਿੱਦਾਂ ਗੱਲਾਂ ਬਾਤਾਂ? ਚੜ੍ਹਦੀ ਕਲਾ ਜੀ, ਠੀਕ ਠਾਕ ਆ। ਗੱਲਾਂ ਬਾਤਾਂ ਹੀ ਆ, ਹੋਰ ਕਿਹੜਾ ਹੁਣ ਮੱਲੀ ਘੋਲਣਾ। ਆਹ ਇਹ ਵੀ ਗੱਲ ਠੀਕ ਹੈ, ਕਿਉਂਕਿ ਹੁਣ ਪਹਿਲਾਂ ਵਾਲੀ ਗੱਲ ਤਾਂ ਰਹੀ ਨਹੀਂ। ਨਹੀਂ ਰਹੀ ਨਹੀਂ। ਪਹਿਲਾਂ ਜਿਹੜਾ ਤੁਹਾਡਾ ਜੁੱਸਾ ਹੁੰਦਾ ਹੈ ਨਾ, ਨਹੀਂ ਮੈਂ ਤੁਹਾਡੇ ਨਾਲ ਹੀ ਹੁੰਦਾ, ਮੈਂ ਤੁਹਾਡੇ ਕੱਪੜੇ ਚੱਕ ਕੇ ਨਾਲ ਘਿਓ ਵਾਲਾ ਪੀਪਾੜਾ ਤੁਸੀਂ ਜਿੱਤ ਕੇ ਲਿਆਉਂਦੇ ਹੁੰਦੇ ਸੀ। ਉਹ ਸਿਰ ਤੇ ਰੱਖੀ ਹੋਣਾ ਮਗਰ। ਤੇ ਮੈਂ ਹੋਰ ਸੁਣੋ, ਤੁਸੀਂ ਕਿਹਾ ਨਾ ਸਿਰ ਤੇ ਰੱਖੀ ਹੋਣਾ ਮਗਰ ਮੈਂ ਇਹਨਾਂ ਦੇ ਮਗਰ ਆਉਣਾ, ਪਰ ਇਹਨਾਂ ਨੇ ਪੁੱਠੇ ਤੁਰਨਾ ਵੀ ਕਿਤੇ ਖਾ ਨਾ ਲਵੇ ਪਿੱਛੋਂ ਐਂ ਕੱਢ ਕੇ ਨਾ ਉਧਰ। ਚਲੋ ਬਾਠ ਸਾਹਿਬ ਗੱਲ ਇਹ ਆ, ਮੈਂ ਕੁਦਰਤੀ ਸੋਚਦਾ ਸੀ ਵੀ ਇੱਧਰ ਵਾਲੇ ਜੇ ਆਪਾਂ ਲੀਡਰਾਂ ਦੀ ਗੱਲ ਕਰੀਏ, ਜਿੱਦਾਂ ਕਿ ਇਲੈਕਸ਼ਨ ਸੀ, ਫੈਡਰਲ ਇਲੈਕਸ਼ਨ ਸੀ, ਥੋੜ੍ਹੀ ਬਹੁਤ ਗੱਲ ਜੀ ਹੁੰਦੀ। ਉਦੋਂ ਬਾਅਦ ਇਲੈਕਸ਼ਨ ਹੋ ਗਏ ਹਟੀ ਆ, ਉਹ ਸਹੁੰ ਨੇਮ ਜਿਹਾ ਜੋ ਵੀ ਚੁੱਕਣਾ ਟਰੂਡੋ ਸਾਹਿਬ ਨੇ ਉਹਦੇ ਸਾਰੇ ਪਾਸੇ ਕੰਮ ਚੁੱਪਿਆ। ਮਤਲਬ ਮੈਂ ਉਹੀ ਸੋਚਦਾ ਵੀ ਯਾਰ ਇੱਧਰ ਵਾਲੇ ਲੀਡਰਾਂ ਨੂੰ ਨਹੀਂ ਲੱਗਦਾ ਵੀ ਯਾਰ ਅੱਜ ਸਵੇਰੇ ਉੱਠਿਆ ਉਹ 5-4 ਬਿਆਨ ਕਿਸੇ ਦੇ ਗਿੱਟਿਆਂ 'ਚ ਮਾਰੀਏ, ਕੁਛ ਤੇ ਕਹੀਏ, ਇੱਕ ਰਾਂ ਕੱਲ੍ਹ ਨੂੰ ਸੁਰਖੀਆਂ ਬਣ। ਇਹ ਗੱਲ ਤੁਹਾਡੀ ਠੀਕ ਹੈ। ਇੱਥੇ ਨਾ ਅਸੈਂਬਲੀ ਦਾ ਸੈਸ਼ਨ ਚੱਲਦਾ ਸੀ, ਰੋਜ਼ ਅਖਬਾਰ ਚੱਕਣੀ ਕਿ ਪਹਿਲਾ ਸਫ਼ਾ ਹੋਏਗਾ, 4-5-6 ਕਾਲਮ ਦੀ ਖਬਰ ਹੋਏਗੀ, ਉਹਦੇ ਵਿੱਚ 2-3 ਵਿਧਾਇਕਾਂ ਨੇ ਇੱਕ ਦੂਜੇ ਨੂੰ ਕਾਲਰ ਤੋਂ ਫੜਿਆ ਹੋਏਗਾ, ਜਾਂ ਉਹਦੇ ਉੱਤੇ ਟਾਈਟਲ ਹੋਏਗਾ ਕਿ ਭਾਈ ਵਿਰੋਧੀ ਧਿਰ ਨੇ ਕੀਤਾ ਬਾਈਕਾਟ, ਸੱਤਾਧਾਰੀ ਧਿਰ ਨੇ ਫਿਰ 7 ਮਿੰਟਾਂ ਦੇ ਵਿੱਚ 14 ਮਤੇ ਕਰਾਏ ਪਾਸ, ਇਸ ਬੰਦੇ ਨੇ ਉਸ ਬੰਦੇ ਨੂੰ ਬੋਲਣ ਨਹੀਂ ਦਿੱਤਾ, ਜਾਂ ਵਿਧਾਨ ਸਭਾ ਦੇ ਵਿੱਚ ਪਿਆ ਰੌਲਾ ਰੱਪਾ, ਕੋਈ ਖਬਰ ਹੀ ਨਹੀਂ ਆਉਂਦੀ। ਉਹੀ ਸੋਚਦਾ ਮੈਂ ਵੀ ਚੁੱਪ ਕਰਕੇ ਆਰਾਮ ਨਾਲ ਮਸਲੇ ਵਿਚਾਰੀ ਜਾਂਦੇ ਆ, ਚਰਚਾ ਕਰੀ ਜਾਂਦੇ, ਇੱਕ ਦੀ ਗੱਲ ਦੂਜਾ ਸੁਣੀ ਜਾਂਦਾ। ਇਹਨਾਂ ਨੂੰ ਮਾੜਾ ਮੋਟਾ ਕੁਛ ਕਰਾ ਕਰੂ ਕੇ ਦਿਓ, ਕਿਤੇ ਉਹ ਪੇੜਾ ਪੂੜਾ ਕਰਾ ਕੇ ਦਿਓ ਬੰਦਿਆਂ ਨੂੰ। ਨਹੀਂ ਚਾਹੀਦਾ। ਮੈਂ ਤਾਂ ਆਂਦਾ ਵੀ ਇਹ ਜ਼ਰੂਰ ਇਹ ਕਰਨ, ਇਹ ਕੰਮ ਘੱਟੋ ਘੱਟ ਇੱਧਰ ਵਾਲੇ ਬੰਦਿਆਂ ਦਾ ਵੀ ਥੋੜ੍ਹਾ ਜਿਹਾ ਇੰਟਰਸਟ ਜਿਹਾ ਤੇ ਬਣੇ ਵੀ ਯਾਰ ਵਾਓ ਵਾਟਸ ਮਾਈਕਲੀ ਜਿੱਦਾਂ ਦੀਆਂ ਉਹ ਖਬਰਾਂ ਦਿੰਦੇ ਹੁੰਦੇ ਆ, ਉਹ ਵੀ ਥੋੜ੍ਹਾ ਜਿਹਾ ਦੇਣ। ਉਹ ਵੀ ਵਿਚਾਰੇ ਪਲੇਨ ਦੀਆਂ ਪੜੀ ਜਾਂਦੇ ਰਹਿੰਦੇ ਖਬਰਾਂ। ਮੈਂ ਤਾਂ ਹੋਰ ਕਹਿਣਾ, ਇਹਨਾਂ ਨੂੰ ਚਾਹੀਦਾ ਕਿ ਭਾਈ ਉੱਥੋਂ ਡੈਪੂਟੇਸ਼ਨ ਦੇ ਬੰਦੇ ਲਿਆਓ, ਪੰਜਾਬ ਵਿਧਾਨ ਸਭਾ ਦੇ ਵਿੱਚੋਂ ਲੈ ਆਓ, 3-4 ਪਾਰਟੀਆਂ ਦੇ ਇੱਕ ਬੰਦਾ ਲਿਆਉਣਾ। ਇੱਥੇ ਫਿਰ 2 ਦਿਨ ਦਾ ਵਿਧਾਨ ਸਭਾ ਦਾ ਜਾਂ ਲੋਕ ਸਭਾ ਦਾ ਇੱਥੋਂ ਦੀ ਜਿਹੜੀ ਹੈਗੀ ਪਾਰਲੀਮੈਂਟ, ਉਹਦਾ ਸੈਸ਼ਨ ਰੱਖਣ ਤੇ ਉੱਥੇ ਡੈਮੋ ਦੇਣ ਸਾਡੇ ਵਾਲੇ ਬੰਦੇ। ਡੈਮੋ ਕੀ ਦੇਣ ਕਿ ਜਦੋਂ ਵਿਰੋਧੀ ਰੌਲਾ ਪਾਉਂਦੇ ਆ ਤਾਂ ਉੱਚੀ ਆਵਾਜ਼ 'ਚ ਕਿਵੇਂ ਬੋਲਣਾ, ਤੇ ਦੂਸਰੇ ਡੈਮੋ ਦੇਣ ਜਦੋਂ ਇਹ ਬੋਲਦਾ ਤੇ ਅਸੀਂ ਇਹਦੀ ਆਵਾਜ਼ ਨੂੰ ਸੁਣਨ ਤੋਂ ਕਿਵੇਂ ਰੋਕਣਾ। ਤੀਸਰਾ, ਬਾਈਕਾਟ ਕਰਨ ਦੀ ਪ੍ਰਕਿਰਿਆ ਕੀ ਹੈ, ਕੀ ਆਉਂਦਾ ਹੀ ਬਾਈਕਾਟ ਕਰਨਾ, ਕੀ ਆਪਣੇ ਬੈਂਚ ਤੋਂ ਉੱਠ ਕੇ ਬਾਈਕਾਟ ਕਰਕੇ ਨਿਕਲ ਜਾਣਾ, ਜਾਂ ਪਹਿਲਾਂ ਸਪੀਕਰਾਂ ਨੂੰ ਜਾਣਾ, ਕਾਗਜ਼ ਸੁੱਟਣੇ ਆ, ਫੇ ਜਾਣਾ। ਹਾਂ ਨਹੀਂ, ਇੱਕ ਗੱਲ ਇਹ ਵੀ ਹੈ ਨਾ, ਇੱਥੇ ਇਹਨਾਂ ਨੂੰ ਇਹ ਥੋੜ੍ਹਾ ਜਿਹਾ ਦੱਸਣਾ ਪੈਣਾ ਵੀ ਜੇ ਤੁਹਾਡੇ ਸਾਹਮਣੇ ਡੈਮੋ ਦਿੰਦੇ ਆ ਕਿਤੇ ਲੀੜੇ ਪਾੜਨ ਇੱਕ ਦੂਜੇ ਦੇ, ਵੀ ਇਹ ਸਿਖਲਾਈ ਦਾ ਹਿੱਸਾ ਮੰਨਿਆ ਜਾਵੇ। ਇਹ ਨਹੀਂ ਵੀ ਤੁਸੀਂ ਇਹਨੂੰ ਇਦਾਂ ਗਿਣ ਲੈਣਾ ਵੀ ਉਹ ਵਾਓ ਇਹ ਤਾਂ ਵਾਇਲੈਂਸ ਕਰਨ ਲੱਗ ਪਿਆ, ਕਾਨੂੰਨ ਦੇ ਦਾਇਰੇ 'ਚ ਗਿਣਿਆ ਜਾਵੇ। ਹਾਂ ਮਤਲਬ ਇਹ ਦਾਇਰੇ 'ਚ ਹੀ ਆ ਸਾਰਾ ਕੁਛ ਆਉਂਦਾ। ਚਲੋ ਉਹ ਜਾਣੇ ਮੇਰੇ ਖਿਆਲ ਨਾਲ ਆਪਣੀ ਸ਼ਾਇਦ ਗੱਲ ਕਿਤੇ ਉੱਥੇ ਪਹੁੰਚ ਗਈ ਹੋਣੀ, ਕੋਈ ਹੋ ਸਕਦਾ ਗਾਂਹ ਵਾਲੇ 'ਚ ਕੋਈ 100 ਨੇਮ ਪਾ ਕੇ ਤੇ ਕੋਈ ਨਾ ਕੋਈ ਮਤਾ ਪਾ ਦੇਣ ਵੀ ਜਿੱਦਾਂ ਵੈਸੇ ਤਾਂ ਉੱਥੋਂ ਆਉਂਦੇ ਰਹਿੰਦੇ ਆ। ਵਫਦ ਚੱਲਿਆ ਹੈ ਕਿ ਇਹ ਖੇਤੀ ਬਾਰੇ ਸਮਝਣ ਚੱਲਿਆ, ਇਹ ਵਫਦ ਚੱਲਿਆ ਇਹ ਬਾਗਬਾਨੀ ਬਾਰੇ ਸਮਝਣ ਚੱਲਿਆ, ਇਹ ਵਫਦ ਚੱਲਿਆ ਇਹਨੇ ਸੜਕਾਂ ਬਾਰੇ ਸਮਝਣਾ। ਹੁਣ ਕੋ ਉੱਥੋਂ ਵਫਦ ਆਵੇ ਕਹਿੰਦੇ ਕਿ ਇਹ ਸਿਖਲਾਈ ਦੇਣ ਚੱਲਿਆ, ਗੋਰੇ ਵੀ ਛੱਡ ਕੇ ਲੀਡਰ ਬਣਨ ਹੈ ਨਾ। ਨਹੀਂ, ਸੰਧਾਲੀਆ ਸਾਹਿਬ ਬਰਾਬਰੀ ਜ਼ਰੂਰੀ ਹੈ। ਕੇਜਰੀਵਾਲ ਸਾਹਿਬ ਕਈ ਵਾਰੀ ਕਹਿੰਦੇ ਹੁੰਦੇ ਆ ਕਿ ਅਸੀਂ ਆਪਣੇ ਦਿੱਲੀ ਦੇ ਸਰਕਾਰੀ ਅਧਿਆਪਕਾਂ ਨੂੰ ਇੰਗਲੈਂਡ ਤੋਂ ਕੋਚਿੰਗ ਦਵਾਈ ਹੈ, ਵਧੀਆ ਵਰਲਡ ਕਲਾਸ ਜਿਹੜੀ ਅਸੀਂ ਐਜੂਕੇਸ਼ਨ ਪ੍ਰੋਵਾਈਡ ਕਰਨੀ ਹੈ। ਫਿਰ ਕੈਨੇਡਾ ਵਾਲੇ ਵੀ ਕਹਿ ਕਰਨਗੇ ਅਸੀਂ ਇੰਡੀਆ ਤੋਂ, ਪੰਜਾਬ ਤੋਂ ਵਿਧਾਇਕਾਂ ਮੈਂਬਰ ਪਾਰਲੀਮੈਂਟਾਂ ਤੋਂ ਆਪਣੇ ਵਿਧਾਇਕਾਂ ਮੈਂਬਰ ਪਾਰਲੀਮੈਂਟਾਂ ਨੂੰ ਸਿਖਲਾਈ ਦਵਾਈ ਹੈ, ਤਾਂ ਜੋ ਉੱਚ ਪੱਧਰ ਦੀ ਜਿਹੜੀ ਆ ਪਾਰਲੀਮੈਂਟ ਦੇ ਅੰਦਰ ਲੋਕਾਂ ਦੀ ਗੱਲ ਨਾ ਕਰਕੇ ਲੜਾਈ ਕੀਤੀ ਜਾ ਸਕੇ। ਵੈਸੇ ਪੰਜਾਬ ਵਾਲੇ ਵਿਧਾਇਕ ਜਾਂ ਭਾਰਤ ਵਾਲੇ ਵਿਧਾਇਕ ਤੇ ਮੰਤਰੀ MP ਜਿਹੜੇ ਆ, ਇੱਕ ਗੱਲੋਂ ਉਹਨਾਂ ਦੀ ਗੱਲ ਕਰਨੀ ਪਊਗੀ ਕਿ ਪਿਛੋਕੜ ਨਹੀਂ ਭੁੱਲੇ, ਲੋਕਾਂ ਵਾਂਗੂ ਹੀ ਵਿਚਰਦੇ। ਆਮ ਤੌਰ ਤੇ ਪਿੰਡਾਂ 'ਚ ਹੁੰਦਾ ਕੀ ਹੈ, ਜੇ ਕਿਸੇ ਬੀਬੀ ਦੇ ਥਾਂ 'ਚ ਦੂਜੀ ਨੇ ਪਾਥੀਆਂ ਪੱਥ ਲਈਆਂ, ਉਹਦੇ ਘਰ ਦੇ ਮੂਹਰੇ ਜਾ ਕੇ ਤੇਰੇ ਜਾਣਦਿਆਂ ਨੂੰ, ਤੇਰੇ ਇਹਨਾਂ ਨੂੰ। ਤੇ ਸਾਡੇ MLA MP ਵੀ ਤਾਂ ਉੱਥੇ ਇਹ ਕੁਛ ਹੀ ਕਰਦੇ ਆ, ਅਗਲੇ ਦੀਆਂ ਸੀਟਾਂ ਮੂਹਰੇ ਜਾ ਕੇ ਨਿਕਲ ਬਾਹਰ ਤੋਂ। ਮਤਲਬ ਇਹ ਤਾਂ ਹੈ, ਮਤਲਬ ਇੱਥੋਂ ਜਿਹੜਾ ਉਹ ਵਾਰ-ਵਾਰ ਕਹਿੰਦੇ ਵੀ ਅਸੀਂ ਲੋਕਾਂ ਨਾਲ ਜੁੜੇ ਆ, ਫਿਰ ਪਤਾ ਤੇ ਲੱਗਦਾ ਵੀ ਲੋਕਾਂ ਨਾਲ ਜੁੜੇ ਆ। ਨਹੀਂ, ਇੱਦਾਂ ਹੀ ਆ ਜੀ। ਚਲੋ ਖੈਰ, ਇਹ ਤੁਸੀਂ ਕਹਿਣਾ ਵੀ ਅੱਜ ਆਉਂਦੇ ਇਹਨਾਂ ਦੇ ਦੁਆਲੇ ਕਿਉਂ ਹੋ ਗਏ, ਅਸੀਂ ਦੁਆਲੇ ਕੌਣ ਹੁੰਦੇ ਆ ਜੀ ਹੋਣ ਵਾਲੇ। ਅਸੀਂ ਤਾਂ ਕਹਿੰਦੇ ਵੀ ਸਾਡੀ ਵੀ ਕੋਈ ਮਾੜੀ ਮੋਟ ਕੋਈ ਹਸਤੀ ਹੋਵੇ, ਕੋਈ ਲੋਕ ਇੱਥੋਂ ਕਹਿਣ ਵੀ ਵਾਕਿਆ ਯਾਰ ਉਹਨਾਂ ਨੇ ਸਾਨੂੰ ਸਿਆਸਤ ਕਰਨੀ ਸਿਖਾਈ ਹੈ, ਸਾਡੇ ਕੋਲੋਂ ਤਾਂ ਹੋਈ ਨਹੀਂ ਇੰਨੇ ਚਿਰ ਦੀ। ਪਰ ਚਲੋ ਜੇ ਸਿਆਸਤ ਵਾਲੇ ਪਾਸੇ ਮੋੜਾ ਕੱਟ ਲਿਆ ਤੇ ਉਦੋਂ ਪਹਿਲਾਂ ਇੱਕ ਚੰਗੀ ਗੱਲ ਹੋਣੀ, ਤੁਸੀਂ ਕੇਜਰੀਵਾਲ ਸਾਹਿਬ ਦਾ ਨਾਂ ਲਿਆ ਸੀ, ਉਹਨਾਂ ਜਿਹੜੀ ਕੋਈ ਨਵੀਂ ਮੁਹਿੰਮ ਜੀ ਸ਼ੁਰੂ ਕੀਤੀ, ਦੇਸ਼ ਕਾ ਮੈਂਟਰ ਜੀ, ਉਹ ਆਈਡੀਆ ਜਿਹਾ ਕੁੱਲ ਮਿਲਾ ਕੇ ਮੈਨੂੰ ਵਧੀਆ ਲੱਗਿਆ। ਮਤਲਬ ਮੈਂ ਨਹੀਂ ਆਂਦਾ ਵੀ ਉਹ ਅਜੇ ਚੱਲ ਜੂਗਾ ਨਹੀਂ ਚੱਲ ਜੂਗਾ, ਜਾਂ ਜੋ ਜਿੰਨੇ ਕੁ ਵੀ ਲੋਕ ਉਹਤੇ ਜੁੜਨਗੇ,
ਪਰ ਜਿੱਦਾਂ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੇ ਬੱਚੇ ਨੇ ਉਹਨਾਂ ਨੂੰ ਮੈਂਟਰਸ਼ਿਪ ਦੇ ਲਈ ਜੀ ਵਲੰਟੀਅਰ ਤੌਰ ਦੇ ਉੱਪਰ ਜੇ ਕੋਈ ਬੰਦਾ ਆਖੇ ਵੀ ਆ ਮੈਂ ਇਹਨਾਂ ਨੂੰ ਕਰਨਾ ਤੇ ਕੁਝ ਵੀ ਨਹੀਂ ਆ, ਜਸਟ ਰਜਿਸਟ੍ਰੇਸ਼ਨ ਕਰਵਾ ਲੈਣੀ ਇੱਕ ਐਪ ਦੇ ਉੱਪਰ, 5 ਬੱਚੇ ਸਰਕਾਰ ਨੇ ਉਹਨਾਂ ਨੂੰ ਦੇ ਦੇਣੇ ਆ, ਉਹਨਾਂ 5 ਦੇ ਨਾਲ ਰੋਜ਼ ਦੀ 10-15 ਮਿੰਟ ਗੱਲ ਕਰਕੇ ਸਿਰਫ ਜਾਣਨਾ ਵੀ ਹਾਂ ਬੇਟਾ ਤੂੰ ਠੀਕ ਆ, ਤੂੰ ਕੀ ਕਰਨਾ ਚਾਹੁੰਦਾ, ਕੀ ਕਰਨਾ ਚਾਹੁੰਦੀ ਆ, ਤਾਂ ਜੋ ਉਹਨਾਂ ਨੂੰ ਗਾਈਡੈਂਸ ਮਿਲਦੀ ਰਹੇ। ਕਿਉਂਕਿ ਮੈਂ ਵੇਖਿਆ ਕਿ ਬਹੁਤ ਸਾਰੇ ਬੱਚਿਆਂ 'ਚ ਕਈ ਤਰ੍ਹਾਂ ਦਾ ਟੈਲੈਂਟ ਹੁੰਦਾ, ਪਰ ਜਾਂ ਤਾਂ ਉਹਨਾਂ ਨੂੰ ਪ੍ਰੋਪਰ ਗਾਈਡੈਂਸ ਨਹੀਂ ਮਿਲਦੀ, ਜਾਂ ਫਿਰ ਕਿਸੇ ਵੇਲੇ ਮਾਪਿਆਂ ਨੂੰ ਨਹੀਂ ਇੰਨਾ ਧਿਆਨ ਹੁੰਦਾ ਵੀ ਆਪਾਂ ਨੂੰ ਕਰਾ ਕੇ ਲਈਏ। ਅਤੇ ਜੇ ਕਾਮਯਾਬ ਲੋਕ ਜਾਂ ਜਿਨ੍ਹਾਂ ਲੋਕਾਂ ਨੇ ਵਾਕਿਆ ਹੀ ਉਹ ਜ਼ਿੰਦਗੀ ਹੰਢਾਈ ਆ, ਉਹ ਉਹਨਾਂ ਨੂੰ ਇੱਦਾਂ ਸਿਖਲਾਈ ਦੇ ਦੇਣ ਤਾਂ ਵਧੀਆ ਚੀਜ਼ ਹੀ ਆ। ਦੇਖੋ ਸੰਧਾਲੀਆ ਸਾਹਿਬ, ਮੈਨੂੰ ਲੱਗਦਾ ਕਿ ਜਿਹੜੀ ਚੀਜ਼ ਦੀ ਲੋੜ ਸੀ ਉਹ ਸ਼ੁਰੂ ਕੀਤੀ। ਆਪਾਂ ਕਈ ਵਾਰੀ ਕਹਿੰਦੇ ਹੁੰਦੇ ਆ ਕਿ ਅਰਵਿੰਦ ਕੇਜਰੀਵਾਲ ਦੀ ਪਾਰਟੀ ਦੀਆਂ ਪੰਜਾਬ ਪ੍ਰਤੀ ਕੀ ਨੀਤੀਆਂ ਇੱਕ ਵੱਖਰੀ ਗੱਲ ਹੈ। ਜਿਹੜਾ ਬੰਦਾ ਜਿੱਥੇ ਕੰਮ ਠੀਕ ਕਰਦਾ ਉਹਦੀ ਉਸਤਤ ਕਰਨੀ ਬਹੁਤ ਬਣਦੀ ਹੈ। ਵੈਸੇ ਤਾਂ ਆਪਣੇ ਕੋਲੇ ਭਾਰਤ ਦੇ ਵਿੱਚ ਉਹ ਸਿਆਸੀ ਪਾਰਟੀਆਂ ਵੀ ਹੈਗੀਆਂ ਜਿਨ੍ਹਾਂ 'ਚੋਂ ਇੱਕ ਕਹਿੰਦੀ ਹੈ ਜੀ ਅਸੀਂ ਸਭ ਤੋਂ ਪੁਰਾਣੇ ਹਾਂ, ਇੱਕ ਕਹਿੰਦੀ ਹੈ ਜੀ ਅਸੀਂ ਦੁਨੀਆ 'ਚ ਸਭ ਤੋਂ ਵੱਡੇ ਹਾਂ, ਸਭ ਤੋਂ ਵੱਧ ਗਿਣਤੀ ਵਾਲੇ ਹਾਂ। ਅਤੇ ਉਸ ਦੇਸ਼ ਦੇ ਵਿੱਚ ਤੁਸੀਂ ਬਹੁਤ ਸੁਭਾਵਿਕ ਕਹਿਤਾ ਨਾ, ਤੁਹਾਡੀ ਜ਼ਬਾਨ ਕਿਤੇ ਰੁਕੀ ਤਾਂ ਨਹੀਂ ਇਹ ਕਹਿਣ ਦੇ ਵਿੱਚ ਕਿ ਭਾਈ ਬਹੁਤ ਸਾਰੇ ਬੱਚੇ ਨੇ ਜਿਨ੍ਹਾਂ 'ਚ ਕੋਈ ਨਾ ਕੋਈ ਯੋਗਤਾ ਹੁੰਦੀ ਹੈ, ਨਿਪੁੰਨਤਾ ਹੁੰਦੀ ਹੈ, ਕੋਈ ਸ਼ੌਕ ਹੁੰਦਾ, ਅੱਗੇ ਵੱਧ ਸਕਦੇ ਆ, ਪਰ ਉਹਨਾਂ ਨੂੰ ਦੱਸਣ ਵਾਲਾ ਕੋਈ ਨਹੀਂ ਹੁੰਦਾ। ਤੁਸੀਂ ਐਨ ਇੱਦਾਂ ਕਹਿਤਾ ਕਿਉਂਕਿ ਉਹ ਗੱਲ ਹੈਗੀ ਹੈ। ਜੇ ਇਸ ਗੱਲ ਨੂੰ ਦਿੱਲੀ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਹਿਚਾਣ ਸਕਦਾ ਕਿ ਭਾਈ ਹੁਣ ਹਿੰਗ ਲੱਗੇ ਨਾ ਫਟਕੜੀ ਰੰਗ ਚੋਖਾ ਹੀ ਆਊ, ਕਿ ਇੱਕ ਪਲੇਟਫਾਰਮ ਸਿਰਜ ਦਿੱਤਾ, ਤੁਸੀਂ ਆਪਣੇ ਘਰੋਂ ਕਿਤੇ ਨਹੀਂ ਜਾਣਾ, ਤੁਹਾਡੇ ਕੋਲੇ 15 ਮੰਨ ਲਓ ਸ਼ਾਮ ਨੂੰ 8 ਤੋਂ 8:30 ਤੱਕ ਤੁਹਾਡੇ ਕੋਲੇ ਟਾਈਮ ਹੈਗਾ, ਤੁਸੀਂ ਆਪਣੇ ਆਪ ਨੂੰ ਰਜਿਸਟਰਡ ਕਰ ਦਿਓ, ਬੱਚੇ ਤਾਂ ਰਜਿਸਟਰਡ ਹੋ ਹੀ ਜਾਣੇ ਆ। ਉਹ ਬੱਚੇ ਜਿਨ੍ਹਾਂ ਨੂੰ ਕੋਈ ਹਿਸਾਬ ਕਿਤਾਬ ਨਹੀਂ ਪਤਾ ਕਿ ਅਸੀਂ ਇਸ ਫੀਲਡ ਦੇ ਵਿੱਚ ਜਾਣਾ ਤਾਂ ਕਿਵੇਂ ਜਾ ਸਕਦੇ ਹਾਂ, ਪੇਪਰ ਕਦੋਂ ਹੁੰਦਾ, ਜਾਂ ਕਿਸੇ ਵਿਸ਼ੇ ਦੇ ਵਿੱਚ ਉਹਨਾਂ ਨੂੰ ਕੋਈ ਦਿਚਿੱਤੀ ਆਉਂਦੀ ਹੈ, ਦਿੱਕਤ ਆਉਂਦੀ ਹੈ, ਉਸ ਫੀਲਡ ਦਾ ਬੰਦਾ ਹੈਗਾ, ਉਹ 1 ਮਿੰਟ 'ਚ ਦੱਸ ਦੂਗਾ। ਬਹੁਤ ਸਾਰੀਆਂ ਚੀਜ਼ਾਂ ਨੇ ਅਜੇ ਤੱਕ ਵੀ ਪਤਾ ਨਹੀਂ। ਖਾਸ ਤੌਰ ਦੇ ਉੱਤੇ ਜੇ ਆਪਾਂ ਪੰਜਾਬ ਦਾ ਜ਼ਿਕਰ ਕਰ ਲਈਏ, ਸਰਕਾਰੀ ਸਕੂਲਾਂ ਦੇ ਵਿੱਚ ਬਾਹਰਲੇ ਕਾਲੇ ਦੇ ਉੱਤੇ ਲਿਖਿਆ ਹੁੰਦਾ ਗਾਈਡੈਂਸ ਐਂਡ ਕਾਉਂਸਲਰ, ਨਾਮ ਅਧਿਆਪਕ ਦਾ, ਟੈਲੀਫੋਨ ਨੰਬਰ ਵੀ, ਮੋਬਾਈਲ ਨੰਬਰ ਵੀ, ਕਿ ਭਾਈ ਇਹ ਨਹੀਂ, ਪਰ ਉਹਨਾਂ ਨੂੰ ਕੋਈ ਸਪੈਸ਼ਲ ਸਿਖਲਾਈ ਥੋੜ੍ਹੀ ਹੈ। ਉਹ ਟੀਚਰ ਨੇ ਸਕੂਲ ਦੇ, ਉਹਨਾਂ ਦੇ ਵਿੱਚੋਂ ਇੱਕ ਨੂੰ ਡਿਊਟੀ ਦੇ ਦੇਣੀ ਹੈ, ਤੇ ਉੱਥੇ ਕਾਲੇ ਦੇ ਉੱਤੇ ਉਹ ਲਿਖ ਕੇ, ਕੰਧ ਦੇ ਉੱਤੇ ਉਹ ਲਿਖ ਕੇ, ਫਿਰ ਐਂ ਲੱਗਦਾ ਕਿ ਭਾਈ ਅਸੀਂ ਤਾਂ ਸਾਰੇ ਸਕੂਲਾਂ ਦੇ ਵਿੱਚ ਗਾਈਡੈਂਸ ਤੇ ਕਾਉਂਸਲਿੰਗ ਦਾ ਕਨਸੈਪਟ ਜਿਹੜਾ ਪੂਰੇ ਦਾ ਪੂਰਾ ਲਾਗੂ ਕਰਤਾ। ਪਰ ਅਰਵਿੰਦ ਕੇਜਰੀਵਾਲ ਹੋਰਾਂ ਨੇ ਚੰਗਾ ਕੀਤਾ, ਤੇ ਅਸੀਂ ਇਹ ਚਾਹੁੰਦੇ ਹਾਂ ਕਿ ਬਾਕੀ ਨਕਲਾਂ ਸਾਰੇ ਮਾਰਦੇ ਹੁੰਦੇ ਆ ਕਿ ਜੀ ਇਹਨਾਂ ਨੇ ਚੋਣ ਮੈਨੀਫੈਸਟੋ ਚਾਹ ਕਰਤਾ, 2 ਚੀਜ਼ਾਂ ਵੱਧ ਦੇ ਦਿਓ, ਇਹਦੀ ਨਕਲ ਮਾਰੋ। ਹੋ ਸਕਦਾ ਕਿ ਤੁਹਾਡੀ ਪਾਰਟੀ 'ਚ ਸਿਆਸੀ ਬੰਦੇ ਆ, ਸਿਆਣੇ ਬੰਦੇ ਵੀ ਹੋਣ, ਤਾਂ ਜੇ ਕਿਸੇ ਸਟੂਡੈਂਟ ਨੂੰ ਬਿਨਾਂ ਸਮਾਂ ਗਵਾਇਆ ਸੇਧ ਮਿਲ ਜਾਵੇ ਕਿ ਭਾਈ ਇਸ ਫੀਲਡ 'ਚ ਜਾ ਬੱਚੇ, ਤੂੰ ਇਹਦੇ ਵਿੱਚ ਚੰਗਾ ਲੱਗਦਾ, ਆਹ ਕੰਮ ਤੈਨੂੰ ਕਰਨੇ ਪੈਣਗੇ, ਵੇਲੇ ਸਿਰ ਚਲੇ ਜਾਣਗੇ, ਤਾਂ ਓਵਰੇਜ ਹੋਣ ਤੋਂ ਪਹਿਲਾਂ ਕਿਸੇ ਕਿੱਤੇ ਲੱਗਣਗੇ। ਇੱਕ ਜਿਹੜੀ ਵਧੀਆ ਗੱਲ ਮੈਨੂੰ ਲੱਗੀ, ਮੈਂ ਕਿਹਾ ਚਲੋ ਜੇ ਇਹ ਵਿਸ਼ਾ ਵਿਚਾਰਨ ਲੱਗ ਪਏ ਆ, ਕਈ ਵਾਰ ਸਾਡੇ ਤੇ ਦੋਸ਼ ਲਾਉਂਦੇ ਉਹ ਤੁਸੀਂ ਆਮ ਆਦਮੀ ਪਾਰਟੀ ਨਾਲ ਭੰਡਦੇ ਬੜਾ, ਵੀ ਜਿੱਥੇ ਜਿਹੜਾ ਬੁਰਾ ਕਰਦਾ ਆਪਾਂ ਭੰਡੀ ਦਾ, ਜਿੱਥੇ ਚੰਗੀ ਗੱਲ ਤਾਰੀਫ ਕਰਨੀ ਬਣਦੀ ਹੈ। ਜਿਹੜਾ ਉਹਨਾਂ ਨੇ ਏਜ ਲਿਮਿਟ ਰੱਖੀ ਵੀ 35 ਸਾਲ ਤੋਂ ਥੱਲੇ ਵਾਲਾ ਬੰਦਾ ਮੈਂਟਰ ਬਣ ਸਕਦਾ ਹੈ ਨਾ, ਯੂਨੀਵਰਸਿਟੀ ਕਾਲਜ ਦੀ ਪੜ੍ਹਾਈ ਕੀਤੀ ਹੋਵੇ, ਕੋਈ ਨਾ ਕੋਈ ਆਪਣੇ ਕਾਰੋਬਾਰ ਕਰਦਾ ਹੋਵੇ, ਜੋਬ ਕਰਦਾ ਹੋਵੇ। ਮੈਂ ਵੇਖਿਆ ਕਿ 35 ਸਾਲ ਤੱਕ ਤਾਂ ਇੱਕ ਤਾਂ ਉਹਨੇ ਤੱਤੇ ਜੇ ਧੱਕੇ ਸਾਰੇ ਖਾਧੇ ਹੁੰਦੇ ਆ, ਸਾਰੀ ਉਹਨੇ ਉਹ ਜਿਹੜੀਆਂ ਯਾਦਾਂ ਜੇ ਬੜੀਆਂ ਤੱਤੀਆਂ ਤਾਜ਼ੀਆਂ ਹੁੰਦੀਆਂ, ਅਤੇ ਉਹਨੂੰ ਇਹ ਵੀ ਪਤਾ ਹੁੰਦਾ ਹੈ ਕਿ ਸਕੂਲ ਕਾਲਜ ਲਾਈਫ ਕਿੱਥੇ ਜੇ ਖੜੀ ਆ, ਅਤੇ ਇਸ ਵਕਤ ਮਾਹੌਲ ਕੀ ਚੱਲ ਰਿਹਾ, ਅਤੇ ਜਿਹੜੇ ਵੀ ਆਉਣ ਵਾਲੇ 5-7-10 ਸਾਲਾਂ ਦੇ ਵਿੱਚ ਜਵਾਕ ਨੇ ਉਹਨਾਂ ਦਾ ਭਵਿੱਖ ਫਿਊਚਰ ਕਿਹੋ ਜਿਹਾ ਹੋ ਸਕਦਾ। ਮੇਰੇ ਖਿਆਲ ਨਾਲ ਇਹ ਵਾਕਈ ਸਮੇਂ ਦੀ ਲੋੜ ਹੈ, ਕਿਉਂਕਿ ਕਈ ਵਾਰ ਇੱਕ ਡਿਬੇਟ ਇਹ ਵੀ ਚੱਲ ਪੈਂਦੀ ਹੈ ਨਾ ਵੀ ਯਾਰ ਜਨਰੇਸ਼ਨ ਗੈਪ ਬੜਾ ਆ ਗਿਆ। ਹੁਣ ਜੇ ਮੰਨ ਲਓ ਵੀ ਕੋਈ 60-65 ਸਾਲ ਦਾ ਬਜ਼ੁਰਗ ਆ, ਹੋ ਸਕਦਾ ਗਿਆਨ ਉਹਨਾਂ ਕੋਲ ਜ਼ਿਆਦਾ ਹੋਵੇ, ਪਰ ਜੇ ਅੱਜ ਕੱਲ੍ਹ ਦੇ ਮਾਹੌਲ ਨੂੰ ਦੇਖਿਆ ਜਾਵੇ ਤਾਂ ਉਹਨਾਂ ਦੀ ਜਾਂ ਸਕੂਲ ਕਾਲਜ ਲਾਈਫ ਉਦੋਂ ਹੋਰ ਸੀ, ਜਾਂ ਹੁਣ ਦੁਨੀਆ ਬਦਲ ਗਈ, ਜਾਂ ਆਉਣ ਵਾਲੇ ਸਮੇਂ 'ਚ ਬਦਲ ਜੂਗੀ। ਸੋ ਮੇਰੇ ਖਿਆਲ ਨਾਲ ਉਹ ਵੀ ਜਿਹੜਾ ਇੱਕ ਸੋਚ ਦਾ ਪਾੜਾ ਬਹੁਤ ਛੋਟਾ ਕਰਨ ਦੇ ਲਈ ਉਮਰ ਹੱਦ 35 ਰੱਖੀ ਹੈ, ਉਹ ਵੀ ਇੱਕ ਵਧੀਆ ਚੀਜ਼ ਨਹੀਂ। ਚੰਗੀ ਗੱਲ ਐਂ ਲੱਗਦਾ ਕਿ ਦੇਖ ਚਾਹ ਕੇ ਕੀਤਾ ਗਿਆ ਸਾਰਾ ਕੰਮ। ਕੋਈ ਬੰਦਾ ਇਹ ਵੀ ਕਹਿ ਸਕਦਾ ਜੀ ਸਾਰੇ ਦੇਸ਼ ਦੇ ਵਿੱਚ ਇੱਦਾਂ ਲੋਕ ਤੇ ਬੱਚੇ ਨਾਲ ਜੁੜ ਜਾਣੇ ਆ, ਮੁੜ ਕੇ ਉਹਨਾਂ ਨੂੰ ਸਿਆਸੀ ਤੌਰ ਤੇ ਵਰਤਣ, ਤੁਸੀਂ ਵੀ ਵਰਤ ਲਓ, ਕੋਈ ਬੰਦਾ ਨਹੀਂ ਰੋਕਦਾ, ਕਿਉਂਕਿ ਉਹਨਾਂ ਨੇ ਕੋਈ ਪੇਟੈਂਟ ਨਹੀਂ ਕਰਾ ਲਿਆ ਕਿ ਮੈਂ ਇਹ ਕੰਮ ਸ਼ੁਰੂ ਕਰਤਾ ਤਾਂ ਹੋਰ ਕੋਈ ਕਰ ਨਹੀਂ ਸਕਦਾ। ਸਾਰੇ ਜਣੇ ਕਰੋ, ਠੋਕ ਬਚਾ ਕੇ ਕਰੋ, ਸਗੋਂ ਨਿਆਣੇ ਦੀਆਂ ਫੀਸਾਂ ਵੀ ਦਿਓ, ਸਗੋਂ ਕਈ ਪਾਰਟੀਆਂ ਦੇ ਕੋਲੇ ਤਾਂ ਫੰਡ ਇੰਨੇ ਕੁ ਨੇ, ਤੁਸੀਂ ਉਹਦਾ 50% ਹਿੱਸਾ ਹੀ ਰੱਖ ਦਿਓ ਕਿ ਅਸੀਂ ਵੀ ਭਾਈ ਇੱਦਾਂ ਦਾ ਕੰਮ ਸ਼ੁਰੂ ਕਰਨਾ, ਅਸੀਂ ਬੱਚਿਆਂ ਨੂੰ ਸੇਧ ਵੀ ਦੇਣੀ ਹੈ, ਜੇ ਕੋਈ ਬੱਚਾ ਆਰਥਿਕ ਤੌਰ ਤੇ ਕਮਜ਼ੋਰ ਹੈ ਤਾਂ ਅਸੀਂ ਉਹਦੀ ਪੜ੍ਹਾਈ ਦਾ ਖਰਚਾ ਵੀ ਆਪ ਚੱਕਣਾ, ਤੁਹਾਨੂੰ ਸਿਆਸੀ ਤੌਰ ਤੇ ਲਾਹਾ ਹੋ ਜਾਊਗਾ। ਬਾਕੀ ਅਰਵਿੰਦ ਕੇਜਰੀਵਾਲ ਨੇ ਕੰਮ ਸ਼ੁਰੂ ਕੀਤਾ, ਵਧਾਈ ਦੇ ਪਾਤਰ ਨੇ, ਚੰਗੇ ਤਰੀਕੇ ਕਰਨ, ਸਿਆਸਤ ਤੋਂ ਦੂਰ ਰੱਖਣ ਤਾਂ ਵਧੀਆ, ਪਰ ਕਈਆਂ ਨੇ ਸੋਚਣਾ ਵੀ ਹੈ ਕਿ ਭਾਈ ਇੱਕ ਪੰਜਾਬ ਦਾ ਗੱਭਰੂ ਮੁੰਬਈ ਦੇ ਵਿੱਚ ਰਹਿੰਦਾ, ਉਹ ਇੱਕ ਵਾਰੀ ਅਰਵਿੰਦ ਕੇਜਰੀਵਾਲ ਨੂੰ ਮਿਲ ਕੇ ਤਾਂ ਫਿਰ ਇਹ ਬਣ ਕੇ ਗਿਆ ਸੀ, ਤਾਂ ਮੁੜ ਕੇ 2-3 ਦਿਨ ਛਾਪਾ ਪਿਆ,
ਨਹੀਂ ਅਸੀਂ ਕਦੇ ਲਈ ਇਦਾਂ ਗੱਲ ਕਰਨੀ ਆ ਕਿਉਂਕਿ ਦੇਖੋ ਅੱਗੇ ਕਦੀ ਕਿਤੇ ਹੋਇਆ ਵੀ ਮੁੱਖ ਮੰਤਰੀ ਉਹ ਯੋਜਨਾ ਸ਼ੁਰੂ ਕਰਨ ਦਾ ਰੌਲਾ ਸੀਗਾ ਉਹ ਫਾਈਲ ਹੁਣ ਮੈਨੂੰ ਲੱਗਦਾ ਹੁਣ ਤੇ ਫਾਈਲ ਵੀ ਕਿੰਨੀ ਵਾਰ ਤੈਅ ਲੱਗ ਕੇ ਉਹ ਹੋ ਸਕਦਾ ਕਾਗਜ਼ਾਂ ਦਾ ਵੀ ਹਾਲ ਮਾੜਾ ਹੋ ਗਿਆ ਹੋਵੇ। ਬਾਕੀ ਇਹ ਗੱਲ ਮੇਰੇ ਦਿਮਾਗ 'ਚ ਵੀ ਆਈ ਸੀ, ਮੈਂ ਕਿਹਾ ਵੀ ਜਿਹੜਾ ਉਹਨਾਂ ਨੇ ਨਾਮ ਰੱਖਿਆ ਦੇਸ਼ ਕਾ ਮੈਂਟਰ, ਹਾਂਜੀ ਇਹ ਤੇ ਇਤਰਾਜ਼ ਹੋ ਸਕਦਾ ਨਾ ਇਦਾਂ ਕਿਦਾਂ ਸਰਕਾਰ ਤੁਹਾਡੀ ਦਿੱਲੀ ਜਾਂ ਦਿੱਲੀ ਕਾ ਮੈਂਟਰ ਰੱਖ ਲਓ ਬਾਹਰਲੇ ਪਾਸੇ ਨਿਕਲਣਾ, ਹਾਂ ਰਾਜਪਾਲ ਸਾਹਿਬ ਦੇ ਘੇਰੇ ਰਹਿਣਾ, ਹਾਂ ਉਹ ਵੀ ਆਦੀ ਦਿੱਲੀ ਕਾ ਮੈਂਟਰ ਟਾਈਪ ਰੱਖ ਲਓ ਹੈ ਨਾ, ਪੂਰੀ ਤਾਂ ਤੁਹਾਡੀ ਸਰਕਾਰ ਹੈ ਨਹੀਂ, ਤੁਸੀਂ ਦੇਸ਼ ਕਾ ਮੈਂਟਰ ਕਿੱਦਾਂ ਬਣ ਗਏ। ਇਹ ਮੈਂ ਨਹੀਂ ਕਹਿੰਦਾ ਪੇਚਾ ਪਊ, ਪਰ ਮੈਨੂੰ ਸ਼ੱਕ ਹੈ ਵੀ ਜੋ ਹੁਣ ਤੱਕ ਇੱਕ ਹੁੰਦਾ ਨਾ ਵੀ ਜਿੱਦਾਂ ਦਾ ਦਸਤੂਰ ਚੱਲਦਾ ਆ ਰਿਹਾ ਉਸੇ ਦਸਤੂਰ ਦੇ ਤਹਿਤ ਮੈਨੂੰ ਪੂਰਾ ਸ਼ੱਕ ਹੈ ਵੀ ਇੱਥੇ ਪੰਗਾ ਪਾਉਣਗੇ ਅਗਲੇ। ਨਹੀਂ ਬਾਕੀ ਗੱਲ ਠੀਕ ਹੈ ਸੰਧਾਲੀਆ ਸਾਹਿਬ, ਪੰਗਾ ਹੁਣ ਕਿੰਨਾ ਕੁ ਪੈਂਦਾ ਕਿੰਨਾ ਕੁ ਨਹੀਂ, ਪਰ ਇਹ ਵੀ ਗੱਲ ਆਪਣੇ ਆਪ ਨਾਲ ਦੀ ਨਾਲ ਬੜੀ ਕਲੀਅਰ ਹੈ ਕਿ ਉਧਰਲੇ ਪਾਸੇ ਹੁਣ ਅਰਵਿੰਦ ਕੇਜਰੀਵਾਲ ਨੂੰ ਇੱਕ ਚਿੱਠੀ ਗਈ ਆ, ਕਿਉਂਕਿ ਉਧਰਲੇ ਪਾਸੇ ਉਹਨਾਂ ਨੇ ਪ੍ਰੋਜੈਕਟ ਸ਼ੁਰੂ ਕੀਤਾ, ਘਰੇ ਆ ਕੇ ਅਜੇ ਬੈਠੇ ਸੀ, ਕਹਿੰਦੇ ਸੀ ਕਿ ਭਾਈ ਗੁਨਗੁਨਾ ਸਾ ਇੱਕ ਗਿਲਾਸ ਪਾਣੀ ਦੇਣਾ ਹੈ ਨਾ, ਕੋਸਾ ਜਿਹਾ ਕਰਕੇ। ਹੁਣ ਗੁਨਗੁਨਾ ਸਾ ਪਾਣੀ ਤੇ ਨਾਲ ਹੀ ਉਸੇ ਟਰੇ ਦੇ ਵਿੱਚ ਇੱਕ ਗਿਲਾਸ ਪਾਣੀ ਦਾ, ਤੇ ਇਧਰਲੇ ਪਾਸੇ ਚਿੱਠੀ ਪਈ ਆ ਤੇ ਪਿੱਛੇ ਲਿਖਿਆ ਤੁਹਾਡਾ ਸ਼ੁਭ ਚਿੰਤਕ ਟਰਾਂਸਪੋਰਟ ਮੰਤਰੀ ਪੰਜਾਬ ਸਰਕਾਰ ਅਮਰਿੰਦਰ ਸਿੰਘ ਰਾਜਾ ਵੜਿੰਗ। ਹਾਂ ਤੇ ਜਦੋਂ ਚਿੱਠੀ ਖੋਲੀ ਫਿਰ ਕੇਜਰੀਵਾਲ ਸਾਹਿਬ ਨੇ ਕੀ ਕਿਹਾ ਹੋਊਗਾ ਉਹ ਤਾਂ ਜਦੋਂ ਕਹਿਣਗੇ, ਕਿਉਂਕਿ ਅੱਜ ਉਹਨਾਂ ਨੇ ਪੰਜਾਬ ਆ ਹੀ ਜਾਣਾ, ਕੁਛ ਨਾ ਕੁਛ ਤੇ ਕਹਿਣਗੇ ਹੀ। ਪਰ ਚਲੋ ਚਿੱਠੀ ਵਾਲੀ ਗੱਲ ਇਹ ਕੋਈ ਪਹਿਲੀ ਵਾਰਾਂ ਤੇ ਚੱਲੀ ਨਹੀਂ, ਇਹ ਚਿੱਠੀ ਵਾਲੀ ਗੱਲ ਤੇ ਇਹ ਤੋਂ ਪਹਿਲਾਂ ਵੀ ਚੱਲਦੀ ਰਹੀ ਹੈ ਜੀ, ਕਿਉਂਕਿ ਜੇ 4.5 ਸਾਲ ਹੋ ਗਏ ਤੇ 2017 ਦੇ ਵਿੱਚ ਵੀ ਇੱਕ ਬਹੁਤ ਵੱਡਾ ਮੁੱਦਾ ਸੀ ਵੀ ਪੰਜਾਬ ਦੇ ਵਿੱਚ ਇੱਕ ਸ਼ਬਦ ਉਦੋਂ ਹੀ ਘੜੇ ਸੀ ਜਿਹਦੇ 'ਚ ਟਰਾਂਸਪੋਰਟ ਮਾਫੀਆ ਨਾਂ ਦਾ ਸ਼ਬਦ ਸੀਗਾ। ਕਾਂਗਰਸ ਵਾਲੇ ਆਂਦੇ ਸੀ ਜਾਂ ਕੈਪਟਨ ਸਾਹਿਬ ਆਂਦੇ ਸੀ ਆਪਾਂ ਤੇ ਖਤਮ ਕਰ ਦੇਣਾ। ਹੁਣ 4.5 ਸਾਲ ਪਤਾ ਨਹੀਂ ਉਹਦਾ ਕੀ ਬਣਿਆ ਕੀ ਨਹੀਂ ਬਣਿਆ, ਪਰ ਹੁਣ ਜਿਸ ਹਿਸਾਬ ਨਾਲ ਰਫਤਾਰ ਰਾਜਾ ਵੜਿੰਗ ਹੋਰਾਂ ਨੇ ਫੜੀ ਹੈ ਤੇ ਉਹਨਾਂ ਨੇ ਦੁਬਾਰਾ ਇਹ ਕਿਹਾ ਵੀ ਜੇ ਪ੍ਰਾਈਵੇਟ ਬੱਸਾਂ ਦਿੱਲੀ ਏਅਰਪੋਰਟ ਤੱਕ ਜਾ ਸਕਦੀਆਂ ਤੇ ਸਰਕਾਰੀ ਕਿਉਂ ਨਹੀਂ ਜਾਣ ਦਿੰਦੇ ਜੀ, ਆਪਾਂ ਤੁਹਾਡੇ ਨਾਲ ਮੁਲਾਕਾਤ ਕਰਨੀ ਚਾਹੁੰਦੇ, ਸਾਨੂੰ ਸਮਾਂ ਦਿਓ। ਨਹੀਂ ਮੈਨੂੰ ਲੱਗਦਾ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਉੱਤੇ ਲੱਖ ਦੋਸ਼ ਲੱਗਦੇ ਹੋਣਗੇ ਸੰਧਾਲੀਆ ਸਾਹਿਬ। ਇਹ ਅਮਰਿੰਦਰ ਸਿੰਘ ਰਾਜਾ ਵੜਿੰਗ ਕੋਈ ਜੱਗੋਂ ਤੇਰਵਾਂ ਕੰਮ ਨਹੀਂ ਕਰ ਰਿਹਾ, ਇਹ ਬਹੁਤਿਆਂ ਨੇ ਪਹਿਲਾਂ ਵੀ ਕੀਤਾ। ਉਹ ਵੱਖਰੀ ਗੱਲ ਹੈ ਕਿ ਰਫਤਾਰ ਥੋੜੀ ਹੁੰਦੀ ਸੀ ਤੇ ਇੰਨੇ ਦਿਨ ਨਹੀਂ ਸੀ ਹੁੰਦਾ, 2 ਦਿਨ ਕਰਕੇ ਖਬਰਾਂ ਲਵਾ ਕੇ ਮੁੜ ਕੇ ਫਿਰ ਕਹਿੰਦੇ ਸੀ ਕੁੰਡਾ ਲਾ ਦਿਓ ਯਾਰ ਹੁਣ ਬੈਠੋ ਅੰਦਰ ਸਰਕਾਰ ਚਲਾਉਣੇ ਆ। ਜੇ ਅਮਰਿੰਦਰ ਸਿੰਘ ਰਾਜਾ ਵੜਿੰਗ ਇਹ ਕੰਮ ਨਾ ਕਰਦੇ ਤਾਂ ਲੋਕਾਂ ਨੇ ਸਵਾਲ ਪੁੱਛਣੇ ਸੀ ਕਿ ਵੜਿੰਗ ਸਾਹਿਬ ਪਹਿਲਾਂ ਤੁਸੀਂ ਬਹੁਤ ਜ਼ਿਆਦਾ ਕਹਿੰਦੇ ਹੁੰਦੇ ਸੀ ਕਿ ਭਾਈ ਇੱਥੇ 2 ਨੰਬਰ ਦਾ ਕੰਮ ਟਰਾਂਸਪੋਰਟ ਦੇ ਖੇਤਰ 'ਚ ਚੱਲਦਾ, ਮੈਨੂੰ ਮੰਤਰੀ ਬਣਾਓ ਖਾਂ ਮੈਂ ਦੱਸਦਾ ਕਿੱਦਾਂ ਫੜੀਦੇ ਆ। ਹੁਣ ਤੁਸੀਂ ਚੁੱਪ ਕਰਕੇ ਬੈਠੇ ਹੋ, ਮੰਤਰਾਲਾ ਤੁਹਾਡੇ ਕੋਲ, ਅਫਸਰਸ਼ਾਹੀ ਤੁਹਾਡੇ ਕੋਲ, ਅਧਿਕਾਰ ਤੁਹਾਡੇ ਕੋਲ, ਪੈਨ ਤੁਹਾਡੇ ਕੋਲ। ਉਹਨਾਂ ਨੂੰ ਜਾਂ ਤਾਂ ਥੱਲੇ ਲੱਗਣਾ ਪੈਣਾ ਸੀ ਜਾਂ ਕੰਮ ਕਰਨਾ ਪੈਣਾ ਸੀ। ਮੈਨੂੰ ਲੱਗਦਾ ਕਿ ਉਹਨੇ ਹਾਲ ਦੀ ਘੜੀ ਕੰਮ ਸ਼ੁਰੂ ਕਰਤਾ, ਕੱਲ੍ਹ ਨੂੰ ਕੰਮ ਬੰਦ ਕਰਦੇ ਆ, ਅੱਧੇ ਲੋਕਾਂ ਨਾਲ ਕਰਦੇ ਆ, ਆਪਣੇ ਬੰਦਿਆਂ ਨੂੰ ਛੱਡਦੇ ਆ। ਉਹ ਅਜੇ ਦੇਖਣ ਵਾਲੀ ਗੱਲ ਹੈ। ਤੁਸੀਂ ਦੇਖੋ ਕਿ ਪਹਿਲਾ 1 ਹਫ਼ਤਾ ਉਹ ਪੰਜਾਬ ਦੇ ਅੰਦਰ ਰਹੇ। ਗੁਰਦਾਸਪੁਰ 'ਚ 2 ਦਰਜਨ ਬੱਸਾਂ ਜਿਹੜੀਆਂ ਕਈ ਬਿਨਾਂ ਟਾਈਮ ਤੋਂ ਚੱਲਦੀਆਂ ਸੀ, ਕਈਆਂ ਨੇ ਟੈਕਸ ਨਹੀਂ ਸੀ ਭਰਿਆ, ਉਹ ਚੱਲੀ ਜਾਂਦੀਆਂ ਸੀ, ਉਹ ਜ਼ਬਤ ਕੀਤੀਆਂ। ਅੰਮ੍ਰਿਤਸਰ 'ਚ ਕੀਤੀਆਂ, ਬਠਿੰਡੇ 'ਚ ਕੀਤੀਆਂ, ਲੁਧਿਆਣੇ ਕੀਤੀਆਂ, ਜਲੰਧਰ ਕੀਤੀਆਂ, ਬਹੁਤ ਸਾਰੇ ਥਾਵਾਂ 'ਤੇ ਅਜੇ ਵੀ ਬੇਤਹਾਸ਼ਾ ਚੱਲਦੀਆਂ ਹੋਣਗੀਆਂ। ਇੱਕ ਹੀ ਨੰਬਰ ਦੀਆਂ 4-4 ਬੱਸਾਂ ਤੁਰੀਆਂ ਜਾਂਦੀਆਂ। ਸੋਸ਼ਲ ਮੀਡੀਆ ਤੇ ਚਰਚਾ ਚਾਹੀਆਂ ਕਿ ਭਾਈ ਆਹ ਦੇਖ ਲਓ ਪੰਜਾਬ ਸਰਕਾਰ ਦਾ ਫਿਰ ਖਜ਼ਾਨਾ ਤਾਂ ਮਨਪ੍ਰੀਤ ਸਿੰਘ ਬਾਦਲ ਹੋਰਾਂ ਦੇ ਕਹਿਣ ਖਜ਼ਾਨਾ ਖਾਲੀ ਹੈ, ਉਹ ਤਾਂ ਹੋਣਾ ਹੀ ਹੈ ਜਦ 4-4 ਬੱਸਾਂ ਇੱਕੋ ਨੰਬਰ ਦੇ ਉੱਤੇ ਚੱਲੀ ਜਾਂਦੀਆਂ, ਜਦ ਕੋਈ ਟੈਕਸ ਹੀ ਨਹੀਂ ਦਿੰਦਾ। ਹੁਣ ਉਹ ਪੰਜਾਬ ਤੋਂ ਬਾਹਰ ਚਲੇ ਗਏ, ਕਿਉਂਕਿ ਤੁਸੀਂ ਦੇਖੋ ਕਿ ਕਿਸੇ ਵੀ ਬੱਸ ਅੱਡੇ ਚਲੇ ਜਾਓ, ਉੱਥੋਂ ਬੱਸਾਂ ਤਾਂ ਲੱਗੀਆਂ ਹੀ ਹੁੰਦੀਆਂ ਜੀ। ਆਹ ਤੁਸੀਂ ਬੱਸ ਇੱਥੋਂ ਸ਼੍ਰੀਨਗਰ ਜਾਊਗੀ, ਆਹ ਜੰਮੂ ਜਾਊਗੀ, ਆਹ ਡਲਹੌਜ਼ੀ ਜਾਊਗੀ, ਆਹ ਸ਼ਿਮਲੇ ਜਾਊਗੀ, ਆਹ ਪਰਲੇ ਪਾਸੇ ਕੁਰਕਸ਼ੇਤਰ ਤੱਕ ਜਾਊਗੀ, ਆਹ ਦਿੱਲੀ ਜਾਊਗੀ, ਆਹ ਚੰਡੀਗੜ੍ਹ ਜਾਊਗੀ, ਬਹੁਤ ਸਾਰੇ ਥਾਵਾਂ ਤੇ ਜਾਂਦੀਆਂ ਪੰਜਾਬ ਤੋਂ ਬਾਹਰ। ਮੈਨੂੰ ਯਾਦ ਹੈ ਸੰਧਾਲੀਆ ਸਾਹਿਬ ਕਿ ਜਦੋਂ ਸਰਕਾਰੀ ਬੱਸ ਸੇਵਾ ਸ਼ੁਰੂ ਹੋਈ ਨਾ ਦਿੱਲੀ ਦੇ ਹਵਾਈ ਅੱਡੇ ਲਈ, ਉਹ 3 ਗੁਣਾ ਸਸਤੀ ਸੀ ਪ੍ਰਾਈਵੇਟ ਬੱਸਾਂ ਦੇ ਨਾਲੋਂ, ਤੇ ਕੁਆਲਿਟੀ ਬਹੁਤ ਵਧੀਆ, ਬੱਸਾਂ ਕਮਾਲ ਦੀਆਂ ਬਣਾਈਆਂ, AC ਬੱਸਾਂ, ਵਧੀਆ ਕੰਫਰਟੇਬਲ ਸੀਟਾਂ, ਤੇ ਲੋਕਾਂ ਨੂੰ ਆਨਲਾਈਨ ਬੁਕਿੰਗ ਦੀ ਸਹੂਲਤ ਸੀ ਕਿ ਭਾਈ ਤੁਸੀਂ ਬੁੱਕ ਵੀ ਆਨਲਾਈਨ ਕਰ ਲਓ, ਤੇ ਟਾਈਮ ਤੋਂ ਕਦੇ ਪਰੇ ਨਹੀਂ ਸੀ ਹੁੰਦੀ। ਕਮਾਈ ਠੋਕ ਕੇ ਹੋਣ ਲੱਗ ਪਈ, ਜਾਣੀ ਕਿ ਜਿਹੜੇ ਡਿਪੂ ਦੀ ਉਹ ਬੱਸ ਹੁੰਦੀ ਸੀ ਉਹਨੂੰ ਰੁਪਈਏ ਬਚਾ ਕੇ ਦਿੰਦੀ ਸੀ ਬੱਸ, ਤੇ ਬਾਕੀ ਪਾਸੇ ਤਾਂ ਘਾਟਾ ਹੀ ਪੈਂਦਾ ਸੀ। ਉਦੋਂ ਲੱਗਦਾ ਸੀ ਕਿ ਭਾਈ ਇਹ ਬੱਸਾਂ ਦੀ ਗਿਣਤੀ ਤਾਂ ਵਧਾਉਣੀ ਚਾਹੀਦੀ ਹੈ। ਉਦੋਂ ਚਰਚਾ ਚੱਲਦੀ ਸੀ ਕਿ ਪ੍ਰਾਈਵੇਟ ਟਰਾਂਸਪੋਰਟਰਾਂ ਨੂੰ ਬਹੁਤ ਵੱਡਾ ਘਾਟਾ ਪਊਗਾ, ਕਿਉਂਕਿ ਹਰ ਇੱਕ ਬੰਦਾ ਕੋਸ਼ਿਸ਼ ਕਰੂ ਕਿ ਭਾਈ ਇੱਕ ਪਾਸੇ 2200 ਦੀ 2800 ਦੀ ਟਿਕਟ ਹੈ, ਦੂਜੇ ਪਾਸੇ 700 ਦੀ ਹੈ, 800 ਦੀ ਹੈ। ਆਪਾਂ 800 ਵਾਲੀ ਚੱਲਦੇ ਲੁਧਿਆਣੇ ਤੋਂ, ਅੰਮ੍ਰਿਤਸਰ ਤੋਂ, ਜਲੰਧਰ ਤੋਂ, ਬਠਿੰਡੇ ਤੋਂ, ਜਿਹੜਾ ਬਰਨਾਲੇ ਸੰਗਰੂਰ ਤੋਂ, ਸਾਰੇ ਪਾਸਿਓਂ ਬੱਸਾਂ ਦਿੱਲੀ ਏਅਰਪੋਰਟ ਨੂੰ ਲਾਤੀਆਂ। ਅਚਾਨਕ ਅਗਲੇ ਕਹਿੰਦੇ ਬ੍ਰੇਕ, ਸਰਕਾਰੀ ਨਹੀਂ ਚੱਲਣਗੀਆਂ, ਪ੍ਰਾਈਵੇਟ ਚੱਲਣਗੀਆਂ। ਆਖੇ ਜੀ ਤੁਹਾਡੇ ਕੋਲੇ ਥਾਂ ਹੈ ਨਹੀਂਗਾ, ਕਾਨੂੰਨ ਦੇ ਮੁਤਾਬਕ ਤੁਸੀਂ ਆਹ ਨਹੀਂ ਕਰ ਸਕਦੇ, ਥਾਂ ਥਾਂ ਤੋਂ ਸਵਾਰੀਆਂ ਚੱਕਦੇ, 20 ਘਾੜਤਾਂ ਘੜੀਆਂ। ਹੁਣ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਰੀ ਕਹਿੰਦੇ ਕਿ ਚਿੱਠੀਆਂ ਪਹਿਲਾਂ ਵੀ ਕਈ ਲਿਖੀਆਂ, ਪਰ ਮੈਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਮੰਗ ਕਰਦਾ ਕਿ ਮੈਨੂੰ ਸਮਾਂ ਦਿਓ, ਟਰਾਂਸਪੋਰਟ ਮੰਤਰੀ ਨੂੰ ਨਾਲ ਬਿਠਾਓ,
ਜੇ ਪ੍ਰਾਈਵੇਟ ਬੱਸਾਂ ਦਿੱਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੱਕ ਜਾ ਸਕਦੀਆਂ, ਤੁਸੀਂ ਨਹੀਂ ਰੋਕਦੇ, ਤਾਂ ਤੁਸੀਂ ਸਾਡੀਆਂ ਪੈਪਸੂ ਤੇ ਪੰਜਾਬ ਰੋਡਵੇਜ਼ ਦੀਆਂ ਅੰਤਰਰਾਸ਼ਟਰੀ ਦਿੱਲੀ ਹਵਾਈ ਅੱਡੇ ਨੂੰ ਜਾਂਦੀਆਂ ਸਰਕਾਰੀ ਬੱਸਾਂ ਕਿਉਂ ਰੋਕਦੇ ਹੋ? ਇੱਕ ਪਾਸੇ ਤੁਹਾਨੂੰ ਟਰਾਂਸਪੋਰਟ ਮਾਫੀਆ ਦੀਦਾ ਪੰਜਾਬ 'ਚ, ਤੇ ਦੂਜੇ ਪਾਸੇ ਆਪ ਸ਼ਹਿ ਨਾ ਦਿਓ। ਦੇਖੋ ਗੱਲ ਪਤਾ ਕੀ ਹੈ, ਇਹਦੇ ਤੇ ਚੀਮਾ ਸਾਹਿਬ ਬੋਲੇ ਪ੍ਰੈਸ ਕਾਨਫਰੰਸ, ਗੱਲ ਤੇ ਉਹੀ ਕਰਨੀ ਜੇ ਰਾਘਵ ਚੱਡਾ ਸਾਹਿਬ ਨੇ ਕਿਹਾ ਕਿ ਵੀ ਅੱਜ 2 ਦਿਨਾਂ ਦੇ ਦੌਰੇ ਤੇ ਕੇਜਰੀਵਾਲ ਸਾਹਿਬ ਆ ਰਹੇ ਆ, ਜਲੰਧਰ 'ਚ ਇੱਕ ਸਮਾਗਮ ਆ, ਧਾਰਮਿਕ ਸਮਾਗਮ, ਉਹਦੀ ਸ਼ਿਰਕਤ ਕਰਨੀ ਆ। ਉੱਥੇ ਚੀਮਾ ਸਾਹਿਬ ਨੂੰ ਪੁੱਛ ਲਿਆ ਵੀ ਉਹ ਚਿੱਠੀ, ਕਹਿੰਦੇ ਡਰਾਮੇ ਕਰਦੇ, 4.5 ਸਾਲ ਹੋ ਗਏ, ਕਦੀ ਕੋਈ ਚਿੱਠੀ ਪਾ ਦਿੰਦਾ, ਕਦੀ ਕੋਈ ਚਿੱਠੀ ਪਾ ਦਿੰਦਾ, ਕੇਜਰੀਵਾਲ ਸਾਹਿਬ ਨੂੰ ਜਿਹੜਾ ਮਰਜ਼ੀ ਮਿਲ ਲੇ। ਕਹਿੰਦੇ ਜੇ ਕੋਈ ਨਹੀਂ ਮਿਲਦਾ ਅਸੀਂ ਆਪਣੇ ਮੰਤਰੀ ਸਾਹਿਬ ਨੂੰ ਮਿਲਾ ਦਿੰਦੇ ਤੇ ਸਵੇਰੇ ਗੱਲ ਕਰਾ ਦਿੰਦੇ, ਮੀਡੀਆ 'ਚ ਚਿੱਠੀਆਂ ਪਾਉਣ ਦੀ ਕਿਹੜੀ ਗੱਲ। ਹੋ ਸਕਦਾ ਚੀਮਾ ਸਾਹਿਬ ਨੂੰ ਲੱਗਾ ਹੋਵੇ ਵੀ ਆਪਣੀ ਥਾਂ ਦੇ ਉੱਪਰ ਯਾਰ ਸਾਡੇ ਵਾਲੇ ਮੁੱਖ ਮੰਤਰੀ ਜਾਂ ਮੰਤਰੀ ਦੀ ਗੱਲ ਕਰਦੇ ਆ, ਉਹਨਾਂ ਨੇ ਜਿੱਦਾਂ ਆਮ ਤੌਰ 'ਤੇ ਹੁੰਦਾ ਨਾ ਵੀ ਕਿਸੇ ਵੀ ਲੀਡਰ ਨੂੰ ਪੁੱਛੋ, ਉਹਨੇ ਫਿਰ ਅੱਗੋਂ ਤੱਤਾ ਰਿਐਕਸ਼ਨ ਦੇਣਾ ਹੁੰਦਾ ਵੀ ਉਹ ਇੱਦਾਂ ਕਿੱਦਾਂ ਸਾਨੂੰ ਕਿੱਦਾਂ ਕਹਿਤਾ। ਮੈਨੂੰ ਲੱਗਦਾ ਵੀ ਉਹਦੇ ਨਾਲੋਂ ਜੇ ਉਹ ਕਿਤੇ ਠੰਡਾ ਨਰਮ ਜਿਹਾ ਰਿਐਕਸ਼ਨ ਦਿੰਦੇ ਵੀ ਬਹੁਤ ਵਧੀਆ ਗੱਲ ਹੈ ਵੀ ਪਿਛਲਿਆਂ ਕੋਲੋਂ ਹੋਇਆ ਨਹੀਂ, ਜੇ ਰਾਜਾ ਵੜਿੰਗ ਹੋਰੀ ਕਰਨਾ ਚਾਹੁੰਦੇ ਤਾਂ ਅਸੀਂ ਸਾਥ ਦੇਣ ਨੂੰ ਤਿਆਰ ਹਾਂ। ਜੇ ਤੇ ਮੁੱਖ ਮੰਤਰੀ ਸਾਹਿਬ ਨੇ ਮਿਲਣ ਦਾ ਟਾਈਮ ਦੇ ਤਾ ਦਿੱਲੀ ਤਾਂ ਠੀਕ ਆ, ਨਹੀਂ ਤਾਂ ਇੱਥੇ ਪੰਜਾਬ ਆਉਣ ਡਿਆ, ਇੱਥੇ ਮਿਲ ਲਵਾਂਗੇ, ਟਾਈਮ ਬਚੂ। 7-8 ਘੰਟੇ ਇਹ ਜਾਣਗੇ, 7-8 ਘੰਟੇ ਫਿਰ ਉਹ ਤੋਂ ਵਾਪਸ ਆਉਣਗੇ, ਉਦੋਂ ਬਾਅਦ ਉੱਥੇ ਟਾਈਮ ਲੱਗੂ। ਉਹਨੂੰ ਚੰਗਾ ਨਹੀਂ ਵੀ ਕੇਜਰੀਵਾਲ ਸਾਹਿਬ ਨੇ ਤਾਂ ਪੰਜਾਬ ਆਉਣਾ ਹੀ ਆ। ਬਿਆਨ ਸਗੋਂ ਇਹ ਦਿੰਦੇ ਵੀ ਆਹ ਵਧੀਆ ਹੋ ਗਿਆ ਜੀ, ਚਿੱਠੀ ਇਹਨਾਂ ਨੇ ਪਾਤੀ, ਆਪਾਂ ਸਵੇਰੇ ਹੀ ਪ੍ਰਬੰਧ ਕਰ ਲੈਣੇ ਵੀ 1 ਘੰਟਾ ਇੱਥੇ ਮਿਲਾ ਕੇ ਆਪਾਂ ਕੰਮ ਨਿਬੇੜ ਦੇਣਾ, ਫੈਸਲਾ ਇੱਥੇ ਹੋ ਜਾਏ, ਹੈ ਨਾ ਵੀ ਇੱਥੇ ਕੰਮ ਕਰ ਲੈਂਦੇ, ਉਹਦੇ ਨਾਲ ਸ਼ਾਇਦ ਹੋ ਸਕਦਾ ਵੀ ਚੰਗਾ ਪ੍ਰਭਾਵ ਜਾਂਦਾ। ਹੁਣ ਪਰ ਜਦੋਂ ਇੱਦਾਂ ਅੱਗੋਂ ਟੁੱਟ ਕੇ ਪੈ ਜਾਣ ਵਾਲਾ ਕੰਮ ਹੋ ਜਾਂਦਾ, ਫਿਰ ਮੈਨੂੰ ਲੱਗਦਾ ਵੀ ਉਹਦੇ 'ਚ ਕਿਤੇ ਨਾ ਕਿਤੇ ਇਹ ਵੀ ਦਿਮਾਗ 'ਚ ਗੱਲ ਆਉਂਦੀ ਵੀ ਹੋ ਸਕਦਾ ਬੰਦਾ ਸੋਚਦਾ ਵੀ ਯਾਰ ਜੇ ਹੁਣ ਸਾਰੀਆਂ ਸਮੱਸਿਆਵਾਂ ਰਾਜੇ ਵੜਿੰਗ ਹੋਰਾਂ ਸੈੱਟ ਕਰਦੀਆਂ ਵੀ ਸਾਡੀ ਪਾਰਟੀ ਦਾ ਕੀ ਬਣੂ। ਪਿਛਲੇ ਦਿਨੀ ਜਦੋਂ ਕਿਹਾ ਸੀ ਚੰਨੀ ਸਾਹਿਬ ਨੇ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਕਿ ਭਾਈ ਕੱਪੜੇ ਤਾਂ ਥੋੜ੍ਹੇ ਜਿਹੇ 5,000 ਰੁਪਏ ਦੇ ਲੈ ਲੈਣੇ ਚਾਹੀਦੇ, 2.5 ਲੱਖ ਰੁਪਈਆ ਤਨਖਾਹ, ਉਦੋਂ 4-5 ਮੁੱਦੇ ਗਣਾਤੇ ਸੀ ਕੇਜਰੀਵਾਲ ਸਾਹਿਬ ਨੇ ਕਿ ਕੱਪੜੇ ਛੱਡੋ, ਤੁਸੀਂ ਆਹ ਮੁੱਦੇ ਹੱਲ ਕਰੋ ਚੰਨੀ ਸਾਹਿਬ, ਤੇ ਉਹਨਾਂ ਦੇ ਵਿੱਚ ਟਰਾਂਸਪੋਰਟ ਮਾਫੀਆ ਦਾ ਮੁੱਦਾ ਸੀ। ਹੁਣ ਉਸੇ ਟਰਾਂਸਪੋਰਟ ਮਾਫੀਆ ਦੇ ਮੁੱਦੇ ਤੇ ਹੋ ਸਕਦਾ ਹੈ, ਸਾਨੂੰ ਕਲੀਅਰ ਨਹੀਂ ਕਿ ਉਹ ਕੇਜਰੀਵਾਲ ਸਾਹਿਬ ਦੀ ਸਰਕਾਰ ਦੇ ਅਧਿਕਾਰ ਖੇਤਰ 'ਚ ਨਾ ਹੋਵੇ, ਮੰਨ ਲੈਂਦੇ ਆਪਾਂ, ਹੋ ਸਕਦਾ ਹੋਵੇ, ਤੇ ਹੋ ਸਕਦਾ ਅਧਿਕਾਰ ਖੇਤਰ 'ਚ ਹੋਵੇ ਪਰ ਕਾਨੂੰਨ ਆਗਿਆ ਨਾ ਦਿੰਦਾ ਹੋਵੇ। ਜੇ ਤਾਂ ਤੁਹਾਡੇ ਅਧਿਕਾਰ ਖੇਤਰ 'ਚ ਨਹੀਂ, ਕੇਜਰੀਵਾਲ ਸਾਹਿਬ ਪੰਜਾਬ ਆਉਣ ਲੱਗੇ ਹੋ, ਆਪਣੀ ਪਾਰਟੀ ਦੇ ਪੰਜਾਬ ਦੀ ਲੀਡਰਸ਼ਿਪ ਨੂੰ ਨਾਲ ਬਿਠਾਓ, ਚਿੱਠੀ ਵੜਿੰਗ ਸਾਹਿਬ ਦੀ ਦਿਖਾਓ, ਤੇ ਨਾਲ ਹੀ ਉਹਦਾ ਜਵਾਬ ਦੇ ਦਿਓ ਜੀ ਸਾਡੇ ਤਾਂ ਅਧਿਕਾਰ ਖੇਤਰ ਹੀ ਦਿੱਲੀ ਵਾਲਿਆਂ ਨੂੰ ਪੁੱਛੋ। ਦੂਸਰਾ, ਜਾਂ ਕਹਿ ਦਿਓ ਸਾਡੇ ਅਧਿਕਾਰ ਖੇਤਰ 'ਚ ਵੜਿੰਗ ਸਾਹਿਬ ਲਿਆਓ ਬੱਸਾਂ, ਆਹ ਇੱਕ ਸ਼ਰਤ ਆ ਪੂਰੀ ਕਰ ਦਿਓ। ਹੋ ਸਕਦਾ ਕਿ ਉੱਥੇ ਥਾਂ ਦੀ ਸ਼ਰਤ ਹੋਵੇ ਕਿ ਭਾਈ ਉੱਥੇ ਬੱਸਾਂ ਖੜੀਆਂ, ਕਿਉਂਕਿ ਪ੍ਰਾਈਵੇਟ ਬੱਸ ਟਰਾਂਸਪੋਰਟਰਾਂ ਕੋਲ ਥਾਂ ਆ ਉੱਥੇ ਐਨ ਅੱਡੇ ਦੇ ਨਾਲ, ਵੀ ਤੁਸੀਂ ਥਾਂ ਤੁਹਾਡੇ ਕੋਲੇ ਹੋਵੇ, ਆ ਸ਼ਰਤਾਂ ਪੂਰੀਆਂ ਕਰ ਦਿਓ। ਜੇ ਥਾਂ ਹੈ ਨਹੀਂ ਤਾਂ ਕਿਰਾਏ ਤੇ ਅਸੀਂ ਲੈ ਦੇਣੇ, ਕਿਰਾਇਆ ਤੁਸੀਂ ਭਰ ਦਿਆ ਕਰੋ। ਜਾਣੀ ਇਹ ਨਾ ਹੋਵੇ ਕਿ ਆ ਤੁਸੀਂ ਸ਼ਰਤਾਂ ਪੂਰੀਆਂ ਨਹੀਂ ਕਰਦੇ, ਕਰਾਓ। ਤੀਸਰੀ ਗੱਲ, ਥੋੜਾ ਜਿਹਾ ਹੱਲ ਬੜਾ ਵਧੀਆ, ਮੇਨ ਗੱਲ ਤੇ ਕੁੱਲ ਮਿਲਾ ਕੇ ਧੰਨਵਾਦ ਦੀ ਹੁੰਦੀ ਹੈ ਨਾ। ਮੈਂ ਨਾ ਵੀ ਬੱਸਾਂ ਚਲਾ ਦੇਣ, ਬੱਸ ਦੇ ਮਗਰ ਹੁਣੇ ਜਿਹੜੇ ਤੱਤੇ ਤਾਜ਼ੇ ਜਿਹੜੀ ਜਗ੍ਹਾ ਤੋਂ ਪੋਸਟਰ ਲੱਥਿਆ ਨਾ, ਹਾਂਜੀ ਉੱਥੇ ਹੀ ਪੋਸਟਰ ਲਾ ਦੇਣ। ਇੱਕ ਪਾਸੇ ਕੇਜਰੀਵਾਲ ਸਾਹਿਬ ਦੀ ਫੋਟੋ ਲਾ ਦੇਣ, ਦੂਜੇ ਪਾਸੇ ਪੰਜਾਬ ਦੇ ਸੀਐਮ ਸਾਹਿਬ ਦੀ ਲਾ ਦੇਣ, ਜਾਂ ਰਾਜਾ ਵੜਿੰਗ ਸਾਹਿਬ ਦੀ ਲਾ ਦੇਣ। ਨਹੀਂ, ਰਾਜਾ ਵੜਿੰਗ ਦੀ ਥੱਲੇ ਵੱਡੀ ਕਰਕੇ ਲਾਵਾਂਗੇ। ਆਹੋ, ਹਾਂਜੀ, ਉਹ ਧੰਨਵਾਦ ਦੋਵਾਂ ਦਾ ਕਰਦੇ ਜਾਣਾ, ਵੀ ਕਾਂਗਰਸ ਦਾ ਵੀ ਧੰਨਵਾਦ, ਆਮ ਆਦਮੀ ਪਾਰਟੀ ਦਾ ਵੀ ਧੰਨਵਾਦ। ਤੁਸੀਂ ਆਪ ਸੋਚੋ ਵੀ ਜਿਹਦਾ ਇੱਕ ਗੇੜੇ ਦਾ 1500-1800 ਬਚਣਾ, ਉਹਦੇ ਦੋਰੇ ਦੋਰੇ ਤੇਰੇ ਧੰਨਵਾਦ ਕਰੂਗਾ। ਆ ਫਿਰ ਗੁੱਸੇ ਕਰ ਲਿਆ ਨਾ ਬੰਦਾ ਇੱਕ, ਕਿਹੜਾ ਪੰਜਾਬ ਵਾਲਿਆਂ ਦੀ ਬੁਲਾਤੀ, ਦਿੱਲੀ ਵਾਲਿਆਂ ਦੀ। ਖੱਟਰ ਸਾਹਿਬ ਖੱਟੇ ਲੱਗਦੇ ਤੁਹਾਨੂੰ, ਲੰਘ ਵੈਸੇ ਗੱਲ ਕਰਦੇ ਆ, ਲੰਘ ਕੇ ਤਾਂ ਉੱਥੋਂ ਦੀ ਗਏ ਨੇ। ਬਸ ਆ ਵਧੀਆ, ਇਹ ਤੁਸੀਂ ਆਪ ਹਿਸਾਬ ਲਾਓ, ਬੱਦੇ ਚੱਲਣ ਕਿਉਂ ਨਹੀਂ ਦਿੰਦੇ ਬੱਸਾਂ। ਨਾ ਮੇਰਾ ਲਾਈ ਜਾਣਾ, ਬੰਦੇ ਦੇ ਕੋਲ ਹੀ ਬੈਠੇ ਜਿਹੜੇ ਵਾਲੇ ਕੋਲ ਨਹੀਂ ਬੈਠੇ, ਜਾਨੀ ਵਿਚਾਲੇ ਤੁਸੀਂ ਐ ਕਰਕੇ ਫੋਟੋ ਤੀਸਰੀ ਵੀ ਲਾ ਦਿਓ। ਮੈਂ ਵੀ ਆਖਾਂ ਵੀ ਬੰਦੇ ਕਿਧਰੋਂ ਬੋਲਦੇ ਆ। ਹਾਂ ਚਲੋ ਠੀਕ ਆ, ਤੁਹਾਨੂੰ ਲੱਗਣਾ ਹੀ ਅੱਜ। ਚਲੋ ਸੰਧਾਲੀਆ ਸਾਹਿਬ ਉਹਦੇ ਤੋਂ ਬਾਅਦ ਮੈਂ ਨਾ ਖੱਟਰ ਸਾਹਿਬ ਦੀ ਲਾ ਦਿਓ ਭਰਾਵਾ, ਕੋਈ ਨਾਰਾਜ਼ ਨਾ ਹੋਵੇ। ਕੁੱਲ ਮਿਲਾ ਕੇ ਤੇ ਇਹ ਹੈ ਵੀ ਜੇ ਤੇ ਧੰਨਵਾਦ ਦੇ ਨਾਲ ਹੀ ਲੋਕਾਂ ਦੇ ਪੈਸੇ ਬਚਦੇ ਆ ਤੇ ਲੋਕਾਂ ਦਾ ਮਸਲਾ ਹੱਲ ਹੁੰਦਾ, ਜਾਂ ਪੰਜਾਬ ਸਰਕਾਰ ਨੂੰ ਕੋਈ 4 ਪੈਸੇ ਬਚਦੇ ਆ, ਤੇ ਇਸ ਤੋਂ ਵਧੀਆ ਹੋਰ ਕੀ ਹੈ। ਨਹੀਂ, ਉਹਦੇ ਨਾਲ ਨਾ ਦੇਖੋ ਕਿੰਨੇ NRI ਨੇ, ਤੇ ਉਹੀ NRI ਹੈ ਜਿਨ੍ਹਾਂ ਨੇ ਸਭ ਤੋਂ ਵੱਧ ਫੰਡ ਆਮ ਆਦਮੀ ਪਾਰਟੀ ਨੂੰ ਦਿੱਤਾ ਸੀ। ਇਹ ਤਾਂ ਅੱਗੇ ਹੋ ਕਹਿਣ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਨਾਲ ਬਿਠਾ ਕੇ ਪ੍ਰੈਸ ਕਾਨਫਰੰਸ ਕਰਨ ਕਿ ਭਾਈ ਸਾਡੇ ਅਧਿਕਾਰ ਖੇਤਰ 'ਚ ਸੀ ਪਰ ਕਾਨੂੰਨ ਆਗਿਆ ਨਹੀਂ ਸੀ ਦਿੰਦਾ, ਕਾਨੂੰਨ ਹੀ ਬਦਲਤਾ। ਕਿੰਨੇ ਕਾਨੂੰਨ ਬਦਲੇ ਦਿੱਲੀ ਸਰਕਾਰ ਨੇ, ਪੰਜਾਬ ਸਰਕਾਰ ਨੇ, ਹਰਿਆਣਾ ਸਰਕਾਰ ਨੇ। ਜੇ ਅਧਿਕਾਰ ਖੇਤਰ 'ਚ ਕਾਨੂੰਨ ਹੀ ਬਦਲ ਜਾਓ, ਬੱਸਾਂ ਉੱਥੇ ਜਾਣ, ਉਹਦੇ ਨਾਲ ਇੱਕ ਤਾਂ ਪ੍ਰਵਾਸੀ ਜਿਹੜੇ ਆ ਉਹਨਾਂ ਨੂੰ ਸਹੂਲਤ ਹੋਊਗੀ ਕਿ ਭਾਈ ਜਿੱਥੇ 2500-3000 ਲੱਗਦਾ 1000 ਰੁਪਏ 'ਚ ਆ ਜਾਣਗੇ, ਤਾਂ ਜੇ 1000-1200 ਦੇ ਵਿੱਚ ਆ ਜਾਣਗੇ ਤੁਹਾਡੇ ਗੁਣ ਗਾਉਣਗੇ। ਇੱਕ ਹੋਰ ਹੱਲ ਹੈਗਾ, ਆਜੋ। ਜੇ ਨਹੀਂ ਕੇਜਰੀਵਾਲ ਸਾਹਿਬ ਨੇ ਪੰਜਾਬ ਦੀਆਂ ਬੱਸਾਂ ਜਾਣ ਦੇਣੀਆਂ, ਦਿੱਲੀ ਦੀਆਂ ਪੰਜਾਬ ਨੂੰ ਲਾ ਦੇਣ। ਆਹ ਵੀ ਗੱਲ ਠੀਕ ਹੈ, ਮਤਲਬ ਏਅਰਪੋਰਟ ਤੋਂ ਬੱਸ ਚੱਲਣੀ ਹੈ, ਪੰਜਾਬ ਉਹਨੇ ਛੱਡ ਕੇ ਆ ਜਾਣਾ ਤੇ ਫੇਰ ਵਾਪਸ ਚਲੀ ਜਾਣਾ। ਨਹੀਂ, ਉਲਟਾ ਕਰ ਲਓ, ਫੋਟੋ ਫੇਰ ਦੋਂਦੀ ਲਾ ਦੇਣੀ, ਫੋਟੋ ਫੇਰ ਲਾ। ਤੀਜਾ ਭੁੱਲ ਗਿਆ ਨਾ। ਨਹੀਂ ਤੀਜੀ ਵੀ ਲਾਓ ਯਾਰ ਭਰਾਵਾ, ਲਾ ਦਿਓ ਭਰਾਵਾ, ਤੀਜੀ ਫੋਟੋ ਲਾ ਦਿਓ, ਇਹ ਠੀਕ ਆ। ਹਾਂ, ਇਹਨਾਂ ਵੀ ਮਤਲਬ ਬੱਸ ਭਾਵੇਂ ਇੱਧਰੋਂ ਚਲਾ ਕੇ ਫੇਰ ਵਾਪਸ ਲੈ ਆਓ, ਜਾਂ ਉੱਧਰੋਂ ਚਲਾ ਕੇ ਫੇਰ ਉੱਥੇ ਵਾਪਸ ਲੈ ਜਾਓ, ਲੋਕਾਂ ਦੀ ਸਹੂਲਤ ਹੋਵੇ, ਲੋਕਾਂ ਦੀ ਸਹੂਲਤ। ਹਾਂ, ਬਾਕੀ NRIਆਂ ਦੀ ਗੱਲ ਕੀਤੀ ਹੈ ਤੇ ਚੰਨੀ ਸਾਹਿਬ ਨੇ ਵੀ ਫਿਕਰ ਜ਼ਾਹਰ ਕੀਤਾ ਜੀ।
ਉਹ ਕਹਿੰਦੇ ਦੇਖੋ NRIs ਦੀਆਂ ਪ੍ਰੋਪਰਟੀਆਂ ਜਾਇਦਾਦਾਂ ਦਾ ਬਹੁਤ ਰੌਲਾ, ਕਹਿੰਦਾ ਬੜੇ ਪਰੇਸ਼ਾਨ ਨੇ ਉਹ। ਹੁਣ ਤਾਂ ਇਹ ਹੋ ਗਿਆ ਵੀ NRI ਬੰਦਾ ਉੱਥੇ ਜਾਂਦਾ, ਉਹ ਕਹਿੰਦਾ ਵੀ ਵੀਰ ਜਿੰਨੇ ਮਿਲਦੇ ਮੈਨੂੰ ਤੁਸੀਂ ਦੇ ਦਿਓ, ਮੈਂ ਚੱਲਿਆ, ਮੈਂ ਤੁਹਾਡੇ ਤੋਂ ਪੰਜਾਬ ਤੋਂ ਲੈਣਾ ਹੀ ਕੁਝ ਨਹੀਂ। ਇੱਦਾਂ ਹੋ ਗਿਆ ਨਾ ਕੰਮ। ਇਦੋਂ ਪਹਿਲਾਂ ਜੇ ਆਪਾਂ 10 ਸਾਲ ਪਹਿਲਾਂ ਸੋਚਦੇ ਸੀ, ਜਦੋਂ ਸੰਮੇਲਨ ਜਿਹਾ ਕਰਕੇ ਨਾ NRIs ਨੂੰ ਸੱਦ ਕੇ ਕਹਿੰਦੇ ਤੁਸੀਂ ਫਿਰ ਪੰਜਾਬ ਦੇ ਵਿੱਚ ਕੁਝ ਯੋਗਦਾਨ ਪਾਓ, ਆਪਾਂ ਤੁਹਾਨੂੰ ਸਹੂਲਤ ਦਿੰਦੇ ਹਾਂ, ਪੰਜਾਬ ਨੂੰ ਖੁਸ਼ਹਾਲ ਕਰੀਏ। ਹੁਣ ਅਗਲਾ ਵਿਚਾਰਾ ਜਾਂਦਾ, ਉਹ ਕਹਿੰਦਾ ਵੀ ਖੁਸ਼ਹਾਲ ਤੁਹਾਡਾ ਭਾਈ ਸਾਹਿਬ ਹੋਵੇ ਨਾ ਹੋਵੇ, ਆ ਮੈਨੂੰ ਆਪਣਾ ਸਮੇਟ ਲੈਣ ਦਿਓ, ਮੈਂ ਜਾਵਾਂ, ਫਿਰ ਮੇਰੇ ਉੱਥੇ 2 ਕਿਸ਼ਤਾਂ ਲੈ ਜਾਣ। ਪਰ ਹੁਣ ਜਿੱਦਾਂ ਚੰਨੀ ਸਾਹਿਬ ਨੇ ਕਿਹਾ ਵੀ ਆਉਣ ਵਾਲੇ ਵਿਧਾਨ ਸਭਾ ਸੈਸ਼ਨ 'ਚ ਆਪਾਂ ਕਾਨੂੰਨ ਪਾਸ ਕਰ ਦੇਣਾ, ਤੇ ਇਹੋ ਜਿਹੀਆਂ ਸਾਰੀਆਂ ਮੱਦਾਂ ਹੋਣਗੀਆਂ ਵੀ ਕੋਈ ਗਰਦੌਰੀ ਤੱਕ ਚੇਂਜ ਨਹੀਂ ਹੋ ਸਕਦੀ, ਹੋਰ ਤੇ ਗੱਲ ਵੱਖਰੀ ਰਹਿ ਗਈ। ਵਧੀਆ ਗੱਲ ਹੈ ਜੇ ਕਰ ਦਿੰਦੇ। ਸੰਧਾਲੀਆ ਸਾਹਿਬ ਬਹੁਤ ਚੰਗੀ ਗੱਲ ਹੈ, ਕਿਉਂਕਿ ਉਹਨਾਂ ਨੇ ਕਿਹਾ ਕਿ ਲਿਖ ਹੀ ਦੇਣਾ ਵੀ NRI ਪ੍ਰਾਪਰਟੀ ਹੈ, ਕੋਈ 2 ਨੰਬਰ 'ਚ ਲੋਨ ਨਾ ਲੈ ਜਾਏ, ਕੋਈ ਰਜਿਸਟਰੀ ਨਾ ਕਰਾ ਜਾਏ, ਕੋਈ ਤਬਾਦਲਾ ਨਾ ਕਰਾ ਜਾਏ, ਵੀ ਕੁਛ ਹੁੰਦਾ। ਉਹ ਕਹਿੰਦੇ ਜਦ ਪਤਾ ਹੀ ਹੈ ਕਿ NRI ਦੀ ਪ੍ਰਾਪਰਟੀ ਹੈ ਤਾਂ ਤੁਹਾਡੀ ਹਾਜ਼ਰੀ ਤੋਂ ਬਿਨਾਂ ਕੁਛ ਹੋਊ ਨਹੀਂ। ਬਹੁਤ ਚੰਗਾ ਐਕਟ ਪਾਸ ਹੋ ਜੋ NRIs ਦੇ ਲਈ, ਬਹੁਤ ਚੰਗਾ। ਅਸੀਂ ਕਿਸੇ ਵੀ ਤਰੀਕੇ 1% ਵੀ ਇਹਦੇ ਉੱਤੇ ਸ਼ੰਕਾ ਜ਼ਾਹਿਰ ਨਹੀਂ ਕਰਦੇ, ਪਰ ਇੰਨੀ ਗੱਲ ਜ਼ਰੂਰ ਹੈ ਕਿ ਕੈਬਨਿਟ ਨੇ ਕਾਨੂੰਨ ਬਣਾਉਣਾ ਹੈ, ਉਹਨੂੰ ਲਾਗੂ ਅਫਸਰਸ਼ਾਹੀ ਨੇ ਕਰਨਾ ਹੈ, ਤੇ ਉਸੇ ਅਫਸਰਸ਼ਾਹੀ ਦੇ ਹੱਥ ਅਸੀਂ NRI ਸਭਾ ਜਲੰਧਰ ਵਾਲੀ ਦੇ ਕੇ ਰੱਖੀ ਹੈ। ਤੇ ਜਦੋਂ NRI ਸਭਾ ਬਣਾਈ ਸੀ, ਉਦੋਂ ਸੰਧਾਲੀਆ ਸਾਹਿਬ ਕਈ ਸਾਲ NRI ਸਭਾ ਬਣਾਉਣ ਤੋਂ ਪਹਿਲਾਂ ਵੱਖ-ਵੱਖ ਮੁਲਕਾਂ 'ਚ ਵਸਦੇ ਜਿਹੜੇ NRIs ਨੇ, ਪ੍ਰਵਾਸੀ ਨੇ, ਉਹਨਾਂ ਨੂੰ ਇਹ ਕਿਹਾ ਗਿਆ ਸੀ ਹੁਣ ਤਾਂ ਸਿੰਗਲ ਵਿੰਡੋ ਸਿਸਟਮ ਹੋ ਜਾਣਾ, ਤੁਸੀਂ ਕੁਛ ਨਹੀਂ ਕਰਨਾ, ਤੁਹਾਡਾ NRI ਸਭਾ ਤਾਂ ਜਲੰਧਰ 'ਚ ਦਫ਼ਤਰ ਹੋਏਗਾ, ਸਟਾਫ ਬੈਠਾ ਹੋਏਗਾ, ਇਲੈਕਸ਼ਨ ਹੋਏਗੀ, ਚੁਣੇ ਹੋਏ ਪ੍ਰਤੀਨਿਧ ਹੋਣਗੇ, ਬਜਟ ਹੋਏਗਾ, ਉੱਥੇ ਤੁਸੀਂ ਅਰਜ਼ੀ ਦੇ ਦੇਣੀ ਹੈ ਕਿ ਤੁਹਾਡਾ ਆਹ ਕੰਮ ਹੈ, ਉਹਨਾਂ ਨੇ ਅੱਗੇ ਡਿਪਾਰਟਮੈਂਟ ਦੇ ਨਾਲ ਆਪੇ ਸੰਪਰਕ ਸਾਧ ਕੇ ਤੁਹਾਡਾ ਕੰਮ ਕਰਾ ਦੇਣਾ ਹੀ। ਮੁੜ ਕੇ NRI ਸਭਾ ਦੀ ਕਈ ਸਾਲ ਚੋਣ ਹੀ ਨਹੀਂ ਸੀ ਹੁੰਦੀ, ਉਹ ਅਫਸਰਾਂ ਦੇ ਹਵਾਲੇ ਕਰਤੀ ਸੀ। ਤੇ ਅੱਜ ਕਿੰਨੇ ਕੁ ਪ੍ਰਵਾਸੀ ਆ ਜਿਹੜੇ ਕਹਿੰਦੇ ਆ ਕਿ ਭਾਈ ਕੋਈ ਕੰਮ ਫਸ ਜਾਵੇ, ਲੈ ਅਸੀਂ NRI ਸਭਾ ਨੂੰ ਦੱਸ ਦੇਣਾ, ਆਪੇ ਹੋ ਜਾਣਾ। ਫਿਰ NRI ਥਾਣੇ, NRI ਅਦਾਲਤਾਂ, NRI ਸੰਗਤ ਦਰਸ਼ਨ, NRI ਸੰਮੇਲਨ, ਕੀ ਕੁਛ ਨਹੀਂ ਸੀ ਹੁੰਦਾ। ਕੀ ਅੱਜ ਕੋਈ ਬੰਦਾ ਜਿਹੜਾ ਪ੍ਰਵਾਸੀ ਭਾਰਤੀ ਹੈ, ਇਸ ਗੱਲ ਤੋਂ ਖੁਸ਼? ਮੈਂ ਨਹੀਂ ਕਹਿੰਦਾ ਕਿ ਉਹਨਾਂ ਥਾਵਾਂ ਦੇ ਉੱਤੇ ਲੱਗੇ ਸਾਰੇ ਕਰਮਚਾਰੀ ਜਿਹੜੇ ਆ ਉਹ NRIs ਨੂੰ ਦੋਨੇ ਹੱਥੀਂ ਐ ਨਹੀਂ ਕਰਦੇ, ਕਈ ਕਲੱਬ ਵਿੱਚ ਵੀ ਲੈਂਦੇ ਹੋਣਗੇ, ਪਰ ਕੀ ਅੱਜ ਇੱਕ ਆਮ ਪ੍ਰਵਾਸੀ ਬੰਦਾ ਉਹਨਾਂ ਸਾਰੇ ਦਾਅਵਿਆਂ ਵਾਅਦਿਆਂ ਦੇ ਬਾਵਜੂਦ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦਾ ਕਿ ਮੈਂ ਉੱਥੇ ਚਲੇ ਗਿਆ ਤਾਂ ਮੇਰੇ ਹਿੱਤਾਂ ਦੀ ਸੁਰੱਖਿਆ ਹੋ ਜੂ? ਜਾਣੀ ਤੁਸੀਂ ਕੋਈ ਚੀਜ਼ ਕਹਿਤੀ ਪਰ ਉਹਨੂੰ ਲਾਗੂ ਕਰਨ ਵਾਲੇ ਹੋਰ ਨੇ। ਹਾਲਾਂਕਿ ਚੰਨੀ ਸਾਹਿਬ ਨੇ ਕਿਹਾ, ਕਹਿੰਦੇ ਮੈਂ 3 ਵਾਰੀ ਕੌਂਸਲਰ ਰਿਹਾ, ਨਗਰ ਕੌਂਸਲ ਦਾ ਪ੍ਰਧਾਨ ਰਿਹਾ, 3 ਵਾਰੀ ਦਾ MLA, ਵਿਧਾਨ ਸਭਾ 'ਚ ਵਿਰੋਧੀ ਧਿਰ ਦਾ ਨੇਤਾ, ਕੈਬਨਿਟ ਮੰਤਰੀ ਤੇ ਹੁਣ ਮੁੱਖ ਮੰਤਰੀ, ਮੈਨੂੰ ਕੰਮ ਕਰਾਉਣਾ ਆਉਂਦਾ। ਇਹ ਵਧੀਆ ਗੱਲ ਜੀ ਉਹਨਾਂ ਨੇ ਕਿਹਾ। ਮੈਂ ਸੋਚਦਾ ਸੀ ਵੀ ਜਿੱਦਾਂ ਨਾਨ ਰੈਜ਼ੀਡੈਂਟ ਇੰਡੀਅਨ ਕਹਿੰਦੇ NRI ਨੂੰ, ਇਹ ਜ਼ਰੂਰ ਇਸ ਗੱਲ ਦਾ ਪਤਾ ਕਰਨ ਵੀ ਜਿਹੜੀ NRI ਨੇ ਜੀ, ਉਹਨਾਂ ਦੀ ਪਰਿਭਾਸ਼ਾ ਹੋ ਸਕਦਾ ਉਹ ਅਜੇ ਵੀ ਉਹੀ ਸਮਝਦੇ ਹੋਣ ਵੀ NRI ਨਾਨ ਰੈਜ਼ੀਡੈਂਟ ਇੰਡੀਅਨ ਹੀ ਆ ਸਾਡੇ ਹਿਸਾਬ ਨਾਲ, ਪਰ ਜਿਹੜੇ NRIs ਨੇ ਉਹਨਾਂ ਨੂੰ ਪੁੱਛ ਕੇ ਵੇਖੋ, ਉਹਨਾਂ ਨੇ ਉਹਦੀ ਭਾਸ਼ਾ ਬਦਲਤੀ ਹੈ, ਪਰਿਭਾਸ਼ਾ ਬਦਲਤੀ। ਦੋਵੇਂ ਹੱਥ ਐਂ ਲਾਉਂਦੇ ਕੰਨਾਂ ਨੂੰ, ਕਹਿੰਦੇ ਨਹੀਂ ਰਹਿਣਾ ਇੰਡੀਆ, ਉਹ ਹੋ ਗਿਆ NRI। ਹੁਣ ਮਤਲਬ ਇਹ ਨੌਬਤ ਕਿਉਂ ਆਈ? ਇਹ ਮੇਰੇ ਖਿਆਲ ਨਾਲ ਇਸੇ ਕਰਕੇ ਆਈ ਵੀ ਉਹ ਜਿਹੜਾ ਸਿੰਗਲ ਵਿੰਡੋ ਸਿਸਟਮ ਹੈ ਨਾ, ਉਹ ਅਜੇ ਵੀ ਸਿੰਗਲ ਵਿੰਡੋ ਹੀ ਹੈ ਜੀ। ਸਰਕਾਰ ਚਾਹੁੰਦੀ ਵੀ ਇਹ ਵਾਲੀ ਵਿੰਡੋ, ਇੱਥੇ ਤੁਸੀਂ ਕਾਗਜ਼ ਦਿਓ, ਆਪਣਾ ਕੰਮ ਇਸੇ ਵਿੰਡੋ ਤੋਂ ਕਰਾ ਲਓ। ਉਹ ਕਹਿੰਦੇ ਨਹੀਂ, ਵਿੰਡੋ ਦੂਜੀ ਆ ਵੀਰ ਜੀ, ਉਹਦੇ ਨਾਲ ਟੇਬਲ ਦੇ ਥੱਲਿਓਂ ਦੀ ਦਿਓ ਕੁਝ ਨਾ ਕੁਝ, ਤੇ ਉਹ ਟੇਬਲ ਦੇ ਥੱਲਿਓਂ ਦੀ ਫਿਰ ਕੰਮ ਕਰਾ ਲਓ, ਹੈ ਨਾ। ਫਿਰ ਉਹ ਜਦੋਂ 2-3 ਵਾਰ ਟੇਬਲ ਦੇ ਥੱਲੇ ਦੀ ਕੰਮ ਕਰਾਉਂਦਾ, ਫਿਰ ਉਹਨੂੰ ਪੁੱਛਦੇ ਭਾਈ ਤੁਸੀਂ ਕੌਣ? ਕਹਿੰਦਾ ਮੈਂ NRI। ਕੀ ਮਤਲਬ? ਮੈਂ ਨਹੀਂ ਰਹਿਣਾ ਇੰਡੀਆ। ਬਾਕੀ ਸੰਧਾਲੀਆ ਸਭ ਇੱਕ ਗੱਲ ਹੈਗੀ ਆ, ਪੰਜਾਬ 'ਚ ਜ਼ਮੀਨਾਂ ਦੇ ਭਾਅ ਵੀ ਵੱਧਦੇ ਰਹੇ, ਪਿੰਡਾਂ 'ਚ ਕੰਸਟਰਕਸ਼ਨ ਵੀ ਹੁੰਦੀ ਰਹੀ, ਕਾਰੋਬਾਰ ਵੀ ਚੱਲਦੇ ਰਹੇ, ਕੋਠੀਆਂ ਬਣਦੀਆਂ ਰਹੀਆਂ, ਸੀਮੈਂਟ, ਬੱਜਰੀ, ਰੇਤਾ, ਜਿਹੜਾ ਪੱਥਰ ਲਾਉਣ ਵਾਲਾ, ਪੱਥਰ ਰਗੜਨ ਵਾਲਾ, ਹਰ ਇੱਕ ਬੰਦੇ ਦਾ ਕੰਮ, ਕ੍ਰੈਸ਼ਰ ਵਾਲੇ ਦਾ ਚੱਲਿਆ, ਜਿਹੜਾ ਰਾਜ ਮਿਸਤਰੀ ਦਾ, ਉਹਦੇ ਨਾਲ ਮਜ਼ਦੂਰ ਦਾ, ਬਿਜਲੀ ਫਿਟਿੰਗ ਕਰਨ ਵਾਲੇ ਦਾ, ਸੈਨੇਟਰੀ ਵਾਲੇ ਦਾ, ਉੱਥੇ ਆ ਪਲੰਬਰ ਦਾ, ਸਾਰਿਆਂ ਦੇ ਕੰਮ ਠੋਕ ਵਜਾ ਕੇ ਚੱਲੇ। ਜਦੋਂ ਕੰਮ ਚੱਲੇ, ਕਿਉਂਕਿ ਪ੍ਰਵਾਸੀਆਂ ਨੂੰ ਲੱਗਦਾ ਸੀ ਕਿ ਸੂਬਾ ਸਾਡਾ, ਤੇ ਉਹ ਇੱਥੇ ਕੰਮ ਬਾਅਦ 'ਚ ਕਰਦੇ ਸੀ, ਪਹਿਲਾਂ ਰੁਪਈਏ ਪਿੰਡ ਨੂੰ ਜ਼ਿਆਦਾ ਭੇਜਦੇ ਸੀ, ਖੱਤਾ ਵੀ ਲੈ ਲਓ, ਕੋਠੀ ਵੀ ਬਣਾ ਲਓ, ਗੁਰੂ ਘਰ ਬਣਨ ਲੱਗਾ ਕੋਈ ਗੱਲ ਨਹੀਂ, ਯੋਗਦਾਨ ਸਾਡੇ ਲਓ, ਹੱਥ ਜੋੜ ਕੇ ਗੁਪਤਦਾਨ ਹੀ ਲਿਖ ਲਓ, ਪਿੰਡ 'ਚ ਸਕੂਲ ਦਾ ਕਮਰਾ ਪੈਣ ਵਾਲਾ ਪਾ ਦਿਓ, ਟੂਰਨਾਮੈਂਟ ਕਰਾਓ ਵੀ ਮੁੰਡਿਓ, ਸੱਭਿਆਚਾਰਕ ਮੇਲਾ ਕਰਾਓ ਵੀ, ਕਿਸੇ ਦਾ ਨਿੱਕਾ ਨਿਆਣਾ ਕੋਈ ਪੜ੍ਹਨ ਵਾਲਾ, ਕੋਈ ਗੱਲ ਨਹੀਂ, ਸਾਂਝਾ ਟੀਚਰ ਰੱਖ ਦਿੰਨੇ। ਉਹਦੇ ਨਾਲ ਪੈਸੇ ਦਾ ਇੱਕ ਫਲੋ ਸੀ। ਪਰ ਆਹ ਜਿਹੜੇ ਸਾਰੇ ਗਲਤ ਕੰਮ ਹੋਏ ਆ, ਜਾਂ ਸਾਰੇ ਰੋਕ ਕੇ ਰੱਖ ਦਿੱਤੇ ਫੈਸਲੇ, ਉਹਦੇ ਕਰਕੇ ਅਗਲਾ ਕਹਿੰਦਾ ਭਾਈ ਇੱਥੇ ਪਿੰਡ ਦੇ ਵਿੱਚ ਜੇ ਖੱਤਾ ਮਾੜਾ ਮੋਟਾ ਹੈਗਾ, ਥੋੜੇ ਨੂੰ ਵਿਕਦਾ ਥੋੜੇ ਨੂੰ ਵੇਚ ਦਿਓ, ਵਾਧੇ ਨੂੰ ਵਿਕਦਾ ਵੱਧ ਨੂੰ ਵੇਚ ਦਿਓ, ਪੈਸੇ ਇੱਧਰ ਲੈ ਆਓ। ਕਿਉਂਕਿ ਉੱਥੇ ਕੀ ਪਤਾ ਮੁੜ ਕੇ ਬਚਣੇ ਆ ਕਿ ਨਹੀਂ ਬਚਣੇ, ਬੈਂਕ 'ਚ ਪਿਆ ਪੈਸਾ। ਮੈਂ ਨਹੀਂ ਕਹਿੰਦਾ ਕਿ ਉਹ ਚੀਜ਼ਾਂ ਖਤਰੇ 'ਚ ਨੇ, ਪਰ ਇਹ ਧਾਰਨਾ ਬਣ ਗਈ ਕਿ ਭਾਈ ਉੱਥੇ ਕੰਮ ਔਖਾ, ਜ਼ਮੀਨਾਂ ਦੇ ਭਾਅ ਵੀ ਡਿੱਗ ਪਏ, ਕੰਸਟਰਕਸ਼ਨ ਵੀ ਰੁਕ ਗਈ, ਸਾਰੇ ਕਾਰੋਬਾਰ ਚੱਲਣੇ ਬੰਦ ਹੋ ਗਏ। ਤੇ ਜੇ ਤਾਂ ਚੰਨੀ ਸਾਹਿਬ ਚਾਹੁੰਦੇ ਆ ਕਿ ਲੰਬਾ ਸਮਾਂ ਉਸ ਕੁਰਸੀ ਤੇ ਰਹਿਣਾ, ਤੇ ਇਹ ਵੀ ਨਹੀਂ ਕਹਿਣਾ ਕਿ ਖਜ਼ਾਨਾ ਖਾਲੀ ਹੈ,
ਤਾਂ ਫਿਰ ਘੱਟੋ ਘੱਟ ਆ ਜਿਹੜੇ ਪ੍ਰਵਾਸੀ ਬੈਠੇ ਇਹਨਾਂ ਦਾ ਤੁਹਾਨੂੰ ਯਕੀਨ ਜਿੱਤਣਾ ਪਊਗਾ, ਪੈਸੇ ਦੀ ਚਿੰਤਾ ਨਾ ਕਰਿਓ, ਬਸ ਇੱਕ ਰਾ ਯਕੀਨ ਜਿੱਤ ਲੈਣਾ। ਹੁਣ ਮੇਰੇ ਖਿਆਲ ਨਾਲ ਗਵਾਂਢ ਚ ਚਾਈਨਾ, ਉਹਨਾਂ ਨੇ ਕੀ ਇਹੀ ਚੀਜ਼ ਬਣਾਈ ਹੈ ਵੀ ਆਪਾਂ ਯਾਰ ਕੁਛ ਨਾ ਕੁਛ ਇਹੋ ਜਿਹਾ ਕਰਨਾ। ਹੁਣ ਜੇ ਮੇਰੇ ਵੇਖਿਆ ਜਾਵੇ ਤਾਂ ਮੋਟਾ ਜੇ ਬਹੁਤ ਸਾਰੇ ਇਮੀਗ੍ਰੈਂਟ ਨੇ ਬਾਹਰ ਕਿਸੇ ਦੇਸ਼ ਚੋਂ ਗਏ ਤੇ ਚਾਈਨਾ, ਉਦੋਂ ਬਾਅਦ ਆਬਾਦੀ ਆਪਣੇ ਵਾਲਿਆਂ ਦੀ ਆਈ ਨਹੀਂ ਹੈ ਜੀ। ਹੁਣ ਜੇ ਉਹ ਵਾਲੇ ਲੋਕ ਸੋਚਦੇ ਨੇ ਵੀ ਯਾਰ ਅਸੀਂ ਆਪਣੇ ਮੁਲਕ 'ਚ ਪੈਸਾ ਲੈ ਕੇ ਜਾਣਾ, ਅਸੀਂ ਆਪਣੇ ਮੁਲਕ 'ਚ ਕਾਰੋਬਾਰ ਲੈ ਕੇ ਜਾਣਾ, ਜੇ ਆਪਾਂ ਨੂੰ ਕੱਲ੍ਹ ਹੀ ਇੱਥੇ ਪਤਾ ਲੱਗਾ ਵੀ ਉਧਰਲੇ ਕਾਰੋਬਾਰ ਵਾਲਿਆਂ ਦੇ ਏਜੰਟ ਇੱਧਰ ਬੈਠੇ ਆ ਵੀ ਵੀਰ ਕੰਮ ਕਰਾਉਣਾ ਕੋਈ ਗੱਲ ਨਹੀਂ ਸਾਡੇ ਦੇਸ਼ 'ਚ ਹੋਊਗਾ, A1 ਹੋਊਗਾ, ਕੋਈ ਉਹ 'ਚ ਕਮੀ ਪੇਸ਼ੀ ਨਹੀਂ ਹੋਊਗਾ, ਐਂਡ ਇੱਧਰ ਵਾਲਾ ਬੰਦਾ ਸੈਟੀਸਫਾਈਡ ਆ ਵੀ ਯਾਰ ਕਮਾਲ ਦਾ ਕੰਮ, ਜੇ ਕੁਆਲਿਟੀ ਚਾਹੀਦੀ ਤੇ ਚਾਈਨਾ ਤੋਂ। ਆਪਣੇ ਵਾਲਾ ਬੰਦਾ ਉਹ ਕਹਿੰਦਾ ਵੀ ਇੰਡੀਆ ਤੋਂ, ਕਹਿੰਦਾ ਨਹੀਂ ਹੋਰ ਕੋਈ ਨਾਂ ਲੈ ਵੀ ਨਹੀਂ ਪੰਜਾਬ ਤੋਂ ਕਰਾ ਦਈਏ, ਨਹੀਂ NRI ਥਾਣੇ 'ਚ ਆਪਣਾ ਬੰਦਾ ਲੱਗਾ, ਕਹਿੰਦਾ ਨਹੀਂ ਫੇਰ ਬਿਲਕੁਲ ਨਹੀਂ, ਆਪਣਾ ਕੰਮ ਹੋ ਗਿਆ ਸਮਝ ਲਾ ਤੂੰ ਕਹਿੰਦੇ। ਬਾਕੀ ਸੰਧਾਲੀਆ ਸਾਹਿਬ NRIs ਦੇ ਨਾਲ ਇੱਕ ਜਿਹੜਾ ਹੁਣ ਲਾਲ ਲਕੀਰ ਵਾਲਾ ਮਸਲਾ, ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਸਮੇਂ ਦੇ ਉੱਤੇ ਕਿਹਾ ਗਿਆ ਸੀ ਕਿ ਜਿਹੜੇ ਲਾਲ ਲਕੀਰ ਦੇ ਅੰਦਰ ਘਰ ਪੈਂਦੇ ਆ, ਥਾਵਾਂ ਪੈਂਦੀਆਂ ਜਿੱਥੇ ਕੋਈ ਬੰਦਾ ਰਹਿੰਦਾ ਉਹਦੇ ਨਾਂ ਲੱਗ ਜੂ, ਇੰਪਲੀਮੈਂਟ ਨਹੀਂ ਸੀ ਹੋਇਆ। ਹੁਣ ਚੰਨੀ ਸਾਹਿਬ ਨੇ ਖੁਦ ਜਿਹੜਾ ਮੰਤਰੀ ਮੰਡਲ ਦਾ ਸਾਂਝਾ ਫੈਸਲਾ, ਤੇ ਮੈਂ ਦੱਸਦਿਆਂ ਕਿ ਉਹ ਮੰਤਰੀ ਮੰਡਲ ਪੂਰਾ ਮੰਤਰੀ ਮੰਡਲ ਸੀ, ਕਿਉਂਕਿ ਬੀਬੀ ਰਜ਼ੀਆ ਸੁਲਤਾਨਾ ਵੀ 2 ਬੈਠਕਾਂ ਤੋਂ ਬਾਅਦ ਆ ਗਏ, ਅਸਤੀਫਾ ਵਾਪਸ ਹੋ ਗਿਆ, ਸਿੱਧੂ ਸਾਹਿਬ ਦੇ ਹੱਕ 'ਚ ਦਿੱਤਾ ਸੀ, ਤੇ ਉਹਦੇ ਵਿੱਚ ਫੈਸਲਾ ਕੀਤਾ ਕਿ ਭਾਈ ਡਰੋਨ ਦੇ ਨਾਲ ਹਰ ਇੱਕ ਪਿੰਡ ਦੇ ਵਿੱਚ ਲਾਲ ਲਕੀਰ ਦੇ ਅੰਦਰ ਕਿਹਦਾ ਘਰ ਹੈ, ਕਿੱਥੇ ਹੈ, ਕਿੰਨੇ ਮਰਲੇ, ਕਿੰਨੇ ਸਰਸਾਈਆਂ ਦਾ, ਚੰਦ ਦਿਨਾਂ ਦੇ ਵਿੱਚ ਹੀ ਕਹਿੰਦੇ ਹਰ ਇੱਕ ਪਿੰਡ ਦਾ ਇੱਕ ਨਕਸ਼ਾ ਬਣੂਗਾ। ਉਹ ਨਕਸ਼ਾ ਇੱਕ ਸਾਂਝੀ ਥਾਂ ਦੇ ਉੱਤੇ ਲਾਤਾ ਜਾਊਗਾ, ਤੇ ਉਹਦੇ ਤੋਂ ਬਾਅਦ 15 ਦਿਨ ਦਿੱਤੇ ਜਾਣਗੇ। ਜੇ ਕਿਸੇ ਨੂੰ ਇਤਰਾਜ਼ ਹੈ ਕਿ ਭਾਈ ਮੇਰਾ ਤਾਂ ਘਰ ਜ਼ਿਆਦਾ ਥਾਂ 'ਚ ਛੋਟਾ ਲਿਖਤਾ, ਜਾਂ ਆਹ ਥਾਂ ਤਾਂ ਮੇਰਾ ਆ ਤੁਸੀਂ ਉਹਦੇ ਨਾਲ ਲਿਖਤਾ, ਜੇ ਤਾਂ 15 ਦਿਨਾਂ ਦੇ ਵਿੱਚ ਕਹਿੰਦੇ ਤੁਸੀਂ ਇਤਰਾਜ਼ ਕਰ ਦਿੱਤਾ ਠੀਕ ਹੈ, ਨਹੀਂ ਤਾਂ 16ਵੇਂ ਦਿਨ ਉਹ ਮਲਕੀਅਤ ਉਸ ਬੰਦੇ ਦੀ ਹੋ ਜੂਗੀ ਜਿਹੜਾ ਬੰਦਾ ਜਿੱਥੇ ਰਹਿੰਦਾ, ਤੇ ਜੇ ਨਕਸ਼ੇ ਦੇ ਵਿੱਚ ਉਹ ਥਾਂ ਠੀਕ ਭਰਿਆ 16ਵੇਂ ਦਿਨ ਤੁਸੀਂ ਇਤਰਾਜ਼ ਨਹੀਂ ਕਰ ਸਕਦੇ, ਤੇ ਜੇ ਇਤਰਾਜ਼ ਕਰ ਦਿੱਤਾ ਚੰਦ ਦਿਨਾਂ ਦੇ ਵਿੱਚ ਅਸੀਂ ਨਿਬੇੜ ਵੀ ਦੇਵਾਂਗੇ। ਤੇ ਇਹ ਵੀ ਕਹਿ ਦਿੱਤਾ ਕਿ ਘਬਰਾਉਣਾ ਬਿਲਕੁਲ ਨਹੀਂ, ਜਿਹੜੇ ਪ੍ਰਵਾਸੀ ਨੇ ਜੇ ਉਹਨਾਂ ਦਾ ਪਿੰਡਾਂ ਦੇ ਵਿੱਚ ਲਾਲ ਲਕੀਰ ਦੇ ਅੰਦਰ ਘਰ ਹੈ, ਭਾਵੇਂ ਪਿੰਡ ਹੈ ਤੇ ਭਾਵੇਂ ਸ਼ਹਿਰ ਹੈ ਤੇ ਭਾਵੇਂ ਕਸਬਾ ਜਿਹੜਾ ਮਰਜ਼ੀ ਹੈ, ਤਾਂ ਫਿਰ ਉਹ ਪ੍ਰਵਾਸੀਆਂ ਨੂੰ ਅਸੀਂ ਇਸ਼ਤਿਹਾਰ ਵੀ ਦੇਵਾਂਗੇ ਬਾਹਰਲੇ ਪਾਸੇ, ਉਹਨਾਂ ਨੂੰ ਥੋੜੇ ਵੱਧ ਦਿਨ ਵੀ ਦੇ ਦੇਵਾਂਗੇ, ਕਿਉਂਕਿ ਇੱਕਦਮ ਤਾਂ ਉਹਨਾਂ ਨੇ ਆ ਨਹੀਂ ਜਾਣਾ। ਸੋ ਹੁਣ ਭਾਈ ਜੇ ਲਾਲ ਲਕੀਰ ਦੇ ਅੰਦਰ ਰਹਿੰਦੇ ਹੋ, ਤੁਹਾਡੇ ਘਰ ਤੇ ਲੋਨ ਵੀ ਮਿਲ ਸਕਦਾ ਹੈ, ਉਹਨੂੰ ਵੇਚ ਵੀ ਸਕਦੇ ਹੋ, ਕਿਸੇ ਨੂੰ ਗਾਂ ਟਰਾਂਸਫਰ ਵੀ ਕੀਤਾ ਜਾ ਸਕਦਾ, ਯਾਨੀ ਜੋ ਅਧਿਕਾਰ ਲਾਲ ਲਕੀਰ ਤੋਂ ਬਾਹਰਲੀ ਜ਼ਮੀਨ ਦੇ ਹੁੰਦੇ ਸੀ ਹੁਣ ਲਾਲ ਲਕੀਰ ਦੇ ਅੰਦਰ ਵੀ ਹੋਣਗੇ ਚੰਦ ਦਿਨਾਂ ਬਾਅਦ। ਮਤਲਬ ਜਿੱਦਾਂ ਇੱਕ ਨੰਬਰੀ ਪੈਲੀ ਹੋ ਗਈ, ਉਸੇ ਤਰ੍ਹਾਂ ਦਾ ਨੰਬਰੀ ਘਰ ਹੋ ਜਾਊਗਾ ਲਾਲ ਲਕੀਰ ਦੇ ਅੰਦਰ। ਲਾਲ ਲਕੀਰ ਪਹਿਲਾਂ ਇਹ ਕਹਿੰਦਾ ਵੀ ਆ ਬੈਂਕ ਵਾਲੇ ਕੋਲ ਚਲੇ ਜਾਣਾ ਨਾ, ਉਹ ਜੀ ਲੋਨ ਚਾਹੀਦਾ, ਉਹ ਕੋਈ ਗੱਲ ਨਹੀਂ, ਅਗਲੇ ਪਹਿਲਾਂ ਚਾਹ ਚੂ ਪਿਆ ਕੇ ਠੰਡਾ ਪਿਆ ਕੇ ਫਿਰ ਥਾਂ ਕਿੰਨੀ ਹੈ, ਆ ਥਾਂ ਫਿਰ ਕਿੱਥੇ ਪੈਂਦੇ। ਇਹ ਆ ਵੇਖੋ ਜੀ, ਆ ਜਿਹੜੀ ਆ ਫਿਰਨੀ ਹੈ ਇਹਦੇ ਬਿਲਕੁਲ ਸਾਹਮਣੇ ਆਏ ਪਾਸੇ, ਉਹ ਅੱਛਾ ਇਹ ਫਿਰ ਲਾਲ ਲਕੀਰ ਤੋਂ ਅੰਦਰ ਪੈ ਗਿਆ ਨਾ, ਇਹ ਤੇ ਨਹੀਂ, ਇਹ ਤੇ ਫਿਰ ਮੁਸ਼ਕਿਲ ਹੈ। ਇਹਦਾ ਮਤਲਬ ਚਲੋ ਜੇ ਚੰਨੀ ਸਾਹਿਬ ਨੇ ਗੱਲ ਸ਼ੁਰੂ ਕੀਤੀ ਹੈ ਕਿਸੇ ਪਾਸੇ ਤੁਰਦੀ ਹੈ ਤੇ ਫਿਰ ਸ਼ਾਇਦ ਗੱਲ ਬਣ ਜਾਵੇ। ਨਹੀਂ ਜ਼ਰੂਰੀ ਹੈ ਗੱਲ ਵੀ ਬਣੇ, ਤੇ ਅਸੀਂ ਪਿੰਡਾਂ ਵਾਲਿਆਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਭਾਈ ਕਿਸਾਨ ਅੰਦੋਲਨ ਚੱਲਦੇ ਨੂੰ ਸਾਲ ਹੋ ਗਿਆ ਪੰਜਾਬ 'ਚ, ਤੁਸੀਂ ਪੁਰਾਣੀਆਂ ਦੁਸ਼ਮਣੀਆਂ ਭੁੱਲ ਕੇ ਇੱਕ ਟਰਾਲੀ 'ਚ ਬਹਿੰਦੇ ਹੋ। ਹੁਣ ਲਾਲ ਲਕੀਰ ਦੇ ਅੰਦਰ ਕਿਹਦਾ ਥਾਂ ਆ ਤੇ ਕਿਹਦਾ ਨਹੀਂ, ਇੰਚ ਬਦਲੇ ਲੜਿਓ ਨਾ, ਇਮਾਨਦਾਰੀ ਰੱਖਿਓ ਮਾੜੀ ਜੀ, ਕਿਉਂਕਿ ਤੁਹਾਨੂੰ ਲੜਾਉਣ ਵਾਲੇ ਬਹੁਤ ਹੋਣੇ ਆ, ਆਲੇ ਦੁਆਲੇ ਵਾਲੇ ਉੱਦੇ ਚੱਕ ਕੇ ਕਹਿੰਦੇ ਹੁੰਦੇ ਆ ਹੁਣ ਕਿਸੇ ਨੇ ਪੁੱਛਣਾ ਦੇ 4 ਰੁਪਈਏ ਫਲਾਣੇ ਨੂੰ, ਉਹ ਤਾਂ ਹੈ ਨਹੀਂਗਾ ਇੱਥੇ, ਉਹਨਾਂ ਦੇ ਕੌਣ ਦੇਖਣ ਵਾਲਾ, ਕਿਹੜਾ ਪੜ੍ਹੇ ਲਿਖਿਆ। ਇਹ ਕੰਮ ਨਾ ਕਰਿਓ, ਗੁਰੂ ਸਾਹਿਬਾਨਾਂ ਦੀ ਧਰਤੀ ਹੈ, ਇਮਾਨਦਾਰੀ ਵਰਤਿਓ। ਨਹੀਂ ਜੇ ਵਰਤ ਲੈਣ ਤੇ ਵਧੀਆ ਗੱਲ ਹੈ। ਬਾਕੀ ਚੰਨੀ ਸਾਹਿਬ ਨੇ ਇੱਕ ਹੌਸਲਾ ਹੋਰ ਦਿੱਤਾ, ਕਹਿੰਦੇ ਘਬਰਾਓ ਨਾ, ਕੋਲਾ ਹੈ ਨਹੀਂ ਨਾ ਸਹੀ, ਪੰਜਾਬ 'ਚ ਬਲੈਕ ਆਊਟ ਨਹੀਂ ਹੋਣ ਦੇਣਾ ਆਪਾਂ, ਬਲਬ ਜਗੂ। ਹਾਂ ਹੁਣ ਇਹ ਨਹੀਂ ਪਤਾ ਵੀ ਉਹ ਕਿੱਦਾਂ ਹੋਣਾ, ਪਰ ਉਹਨਾਂ ਕਹਿ ਤਾ ਜੀ। ਮਤਲਬ ਮੈਂ ਕਈ ਵਾਰ ਸੋਚਦਾ ਸੀਗਾ ਵੀ ਜਦੋਂ ਇਹ ਆਪਾਂ ਕੋਲੇ ਦੀ ਗੱਲਬਾਤ ਕਰਦੇ ਹਾਂ, ਇਹ ਜਦੋਂ ਰੌਲਾ ਪੈਂਦਾ ਉਦੋਂ ਹੀ ਕਾਨੂੰਨ ਕਿਉਂ ਸਾਹਮਣੇ ਆਉਂਦਾ। ਹੁਣ ਮਤਲਬ ਕਿੱਦਾਂ ਦਾ ਕਹਿੰਦੇ ਵੀ ਕੋਈ ਕਹਿੰਦਾ ਜੀ 20 ਦਿਨ ਦਾ ਸਟਾਕ ਚਾਹੀਦਾ ਸੀ, ਕੋਈ ਕਹਿੰਦਾ ਜੀ 30 ਦਿਨ ਦਾ ਸਟਾਕ ਚਾਹੀਦਾ ਸੀ, ਜਿੰਨੇ ਥਰਮਲ ਪਲਾਂਟ ਨੇ ਭਾਵੇਂ ਪ੍ਰਾਈਵੇਟ ਭਾਵੇਂ ਸਰਕਾਰੀ। ਮੈਂ ਕਹਿੰਦਾ ਚਲੋ ਪ੍ਰਾਈਵੇਟ ਤੇ ਕਹਿੰਦੇ ਕਾਰਵਾਈ ਕਰ ਲਾਂਗੇ, ਜੇ ਸਰਕਾਰ ਦੇ ਜਿਹੜੇ ਆਪਣੇ ਥਰਮਲ ਪਲਾਂਟ ਆ ਉਹਨਾਂ ਨੇ ਵੀ 20-30 ਦਿਨਾਂ ਦਾ ਕੋਲਾ ਨਹੀਂ ਰੱਖਿਆ ਤੇ ਫਿਰ ਪੁੱਛਣ ਵਾਲਾ ਕੌਣ ਆ? ਨਹੀਂ ਪੁੱਛਣ ਵਾਲੇ ਤੇ ਇਹੀ ਨੇ ਜਿਹੜੇ ਕਹਿੰਦੇ ਬਲੈਕ ਆਊਟ ਨਹੀਂ ਹੋਊਗਾ। ਅੱਛਾ ਪੁੱਛਣ ਵਾਲੇ ਮਰੇ, ਪੁੱਛਣ ਵਾਲਾ ਬੰਦਾ ਇੱਕ ਹੈਗਾ ਹੀ, ਹਾਂ ਉਹ ਫੇਰ ਕਹੀ ਜਾਂਦੇ ਆ ਭਾਈ ਆ ਦੇਖ ਲਓ, ਤੁਹਾਨੂੰ ਮੈਂ ਕਿਹਾ ਸੀ ਆ ਐਗਰੀਮੈਂਟ ਜਿਹੜੇ ਹੋਏ ਆ ਇਹ ਇਹਨਾਂ ਦੇ ਉੱਤੇ ਮਾੜੀ ਜਿਹੀ ਲਗਾਮ ਖਿੱਚ ਕੇ ਰੱਖੋ, ਇਹ ਠੀਕ ਕੰਮ ਨਹੀਂ ਕਰਦੇ, ਪੰਜਾਬ ਨੂੰ ਧੋਖਾ ਦਿੰਦੇ ਆ, ਸੋਲਰ ਸਿਸਟਮ ਵੱਲ ਚੱਲੋ। ਨਵਜੋਤ ਸਿੰਘ ਸਿੱਧੂ ਦੀ ਗੱਲ ਕਰਦਾ, ਟਵੀਟ ਫੇਰ ਆ ਗਿਆ ਸੀ। ਨਹੀਂ ਸਿੱਧੂ ਸਾਹਿਬ ਦਾ ਟਵੀਟ ਤਾਂ ਆਇਆ, ਪਰ ਸਿੱਧੂ ਸਾਹਿਬ ਆਪ ਨਹੀਂ ਨਾ ਆਏ। ਅੱਛਾ ਅੰਮ੍ਰਿਤਸਰ ਸਟੇਸ਼ਨ ਦੇ ਸਾਹਮਣੇ ਧਰਨਾ ਸੀ ਨਾ, ਮੌਨ ਵਰਤ ਜੀ, ਉਹ ਰੱਖਣਾ ਸੀ, ਪੰਜਾਬ ਕਾਂਗਰਸ ਵੱਲੋਂ ਸੀਗਾ, ਬਾਕੀ ਥਾਵਾਂ ਦੇ ਉੱਪਰ ਵੀ ਵੱਖ-ਵੱਖ ਦੇਸ਼ ਦੇ ਵਿੱਚ ਬੈਠੇ, ਜਿੱਦਾਂ ਪ੍ਰਿਅੰਕਾ ਗਾਂਧੀ ਹੋਰੀ ਬੈਠੇ ਉੱਥੇ ਮੌਨ ਵਰਤ ਰੱਖਿਆ। ਹੁਣ ਅੰਮ੍ਰਿਤਸਰ 'ਚੋਂ ਬੰਦੇ ਸਾਰੇ ਆਏ, ਮੌਨ ਵਰਤ ਉਹਨਾਂ ਨੇ ਰੱਖ ਲਿਆ, ਫਿਰ ਉਦੋਂ ਬਾਅਦ ਘੜੀ ਵੇਖੀ ਜਾਣ ਤੇ ਬੋਲ ਤਾਂ ਸਕਦੇ ਨਹੀਂ, ਕਿਉਂਕਿ ਮੌਨ ਵਰਤ ਸੀ, ਇਸ਼ਾਰੇ ਇਹ ਨਾ ਪੁੱਛਦੇ ਵੀ ਹਾਂ ਕਿੱਦਾਂ, ਉਹ ਕਹਿੰਦਾ ਨਹੀਂ, ਅੱਛਾ ਨਹੀਂ ਚਲੋ ਫਿਰ 10 ਮਿੰਟ ਬਾਅਦ ਫਿਰ ਕਿੱਦਾਂ, ਉਹ ਕਹਿੰਦਾ ਨਹੀਂ, ਮਤਲਬ ਕਿ ਡੀਕਦੇ ਕੀ, ਕਹਿੰਦੇ ਸਿੱਧੂ ਸਾਹਿਬ ਨੂੰ ਡੀਕਦੇ, ਸਿੱਧੂ ਸਾਹਿਬ ਆਏ ਨਹੀਂ। ਦੇਖੋ ਸਿੱਧੂ ਸਾਹਿਬ ਦੇ ਬਾਰੇ ਕਿਹਾ ਜਾਂਦਾ, ਵੈਸ਼ਨੋ ਦੇਵੀ ਗਿਆ ਸੀ, ਹਾਂ ਸਿੰਗਲਾ ਸਾਹਿਬ ਨਾਲ ਸੀ,
ਟੱਬਰ ਸਿੰਗਲਾ ਸਾਹਿਬ ਦਾ ਨਾਲ ਜਿਹੜੇ ਕੈਬਨਿਟ ਮਿਨਿਸਟਰ ਨੇ, ਤੇ ਉੱਥੇ ਮੱਥਾ ਟੇਕ ਕੇ ਆਏ। ਵੈਸੇ ਅੱਜ ਕੱਲ੍ਹ ਹਰ ਇੱਕ ਸਿਆਸੀ ਲੀਡਰ 'ਚ ਦੌੜ ਲੱਗੀ ਹੈ। ਨਹੀਂ ਆਏ ਨਹੀਂ ਨਾ, ਇਹੀ ਤੇ ਗੱਲ ਹੈ। ਉਹ ਜਾਨੀ ਉਹ ਮੱਥਾ ਟੇਕਣ ਗਏ ਸੀ, ਮੌਸਮ ਖਰਾਬ ਹੋ ਗਿਆ, ਪਹੁੰਚ ਨਹੀਂ ਸਕੇ, ਜਾਨੀ ਇਹ ਸ਼ਬਦ ਵਰਤਿਆ ਗਿਆ। ਸੁਖਬੀਰ ਸਿੰਘ ਬਾਦਲ ਸਾਹਿਬ ਵੀ ਪਿਛਲੇ ਦਿਨੀ ਇੱਦਾਂ ਹੀ ਨਤਮਸਤਕ ਹੋ ਕੇ ਆਏ ਆ। ਕੇਜਰੀਵਾਲ ਸਾਹਿਬ ਨਤਮਸਤਕ ਹੋਣ ਆ ਰਹੇ ਨੇ, ਸਿੱਧੂ ਸਾਹਿਬ ਨਤਮਸਤਕ ਹੋਣ ਗਏ ਨੇ। ਜਾਨੀ ਵੋਟਾਂ ਨੇ, ਜਾਣਾ ਹੀ ਪੈਂਦਾ। ਨਹੀਂ ਤੇ ਤੁਸੀਂ ਕੀ ਇਤਰਾਜ਼ ਕਰਦੇ? ਨਹੀਂ, ਮੈਨੂੰ ਇਤਰਾਜ਼ ਕਾਹਦਾ ਇਤਰਾਜ਼ ਆ ਮਹਾਰਾਜ, ਜਾਣਾ ਚਾਹੀਦਾ। ਜਾਨੀ ਹਰ ਇੱਕ ਨੂੰ ਜਾਣਾ ਚਾਹੀਦਾ, ਹੱਕ ਬਣਦਾ। ਹਰ ਸਾਲ ਜਾਣਾ ਚਾਹੀਦਾ, ਵੋਟਾਂ ਹੋਣ ਨਾ ਹੋਣ, ਤੇ ਇਦਾਂ ਹੀ ਦੱਸ ਕੇ ਜਾਣਾ ਚਾਹੀਦਾ। ਇਦਾਂ ਹੀ ਫੋਟੋ ਸੋਸ਼ਲ ਮੀਡੀਆ ਦੇ ਉੱਤੇ ਸਾਰਿਆਂ ਨੂੰ ਪਾਉਣੀਆਂ ਚਾਹੀਦੀਆਂ। ਹਾਂ ਇਹ ਤੇ ਗੱਲ ਹੈ ਨਾ, ਵੈਸੇ ਗੱਲ ਹੀ ਕਰਦੇ ਆ। ਅੱਛਾ, ਸੁਖਬੀਰ ਬਾਦਲ ਸਾਹਿਬ ਵੀ ਗਏ ਸੀ ਅੰਮ੍ਰਿਤਸਰ, ਕਹਿੰਦੇ? ਨਹੀਂ, ਉਹਨਾਂ ਨੇ ਤਾਂ ਨੇਰੀ ਲਿਆਤੀ। ਨਹੀਂ, ਉਹਨਾਂ ਲਿਆਂਦੀ ਕਿ ਉਹਨਾਂ ਦੀ ਲਿਆਂਦੀ? ਨਹੀਂ, ਉਹਨਾਂ ਨੇ ਲਿਆਂਦੀ। ਅੱਛਾ, ਫਿਰ ਠੀਕ। ਕਿਉਂਕਿ ਦੇਖੋ ਨਾ, ਸਿੱਧੇ ਉਹਨਾਂ ਨੇ ਕਹਿਤਾ, ਪਹਿਲਾਂ ਜਲੰਧਰ ਸੀ ਇੱਕ ਦਿਨ, ਜਲੰਧਰ ਦੇ ਨੇੜੇ ਜਦੋਂ ਬਸਪਾ ਵਾਲਿਆਂ ਦੇ ਨਾਲ ਸਾਂਝੀ ਭੁੱਲ ਸੁਧਾਰ ਰੈਲੀ ਕੀਤੀ ਹੈ, ਉਦੋਂ ਕਿਸਾਨਾਂ ਨੇ ਵਿਰੋਧ ਕੀਤਾ, ਪਰ ਉੱਥੇ ਆ ਕੇ ਠੋਕ ਕੇ ਭਾਸ਼ਣ ਦੇ ਕੇ ਗਏ। ਉਹਦੇ ਤੋਂ ਬਾਅਦ ਇੱਕ ਹਫ਼ਤੇ 'ਚ 2 ਵਾਰੀ ਲੁਧਿਆਣੇ ਗਏ। ਹੁਣ ਲਗਾਤਾਰ 2 ਦਿਨ ਅੰਮ੍ਰਿਤਸਰ ਦੇ ਵਿੱਚ। ਤੁਸੀਂ ਇਹ ਦੇਖੋ ਕਿ ਸੁਖਬੀਰ ਸਿੰਘ ਬਾਦਲ ਹੋਰੀ, ਚਾਹੇ ਵਿਰੋਧ ਹੁੰਦਾ, ਚਾਹੇ ਕੋਈ ਬੰਦਾ ਕੁਛ ਕਹਿੰਦਾ, ਕਿਉਂਕਿ ਜਲੰਧਰ ਜਦੋਂ ਆਏ ਸੀ ਉਦੋਂ ਤੱਕ ਕਿਸਾਨ ਜਥੇਬੰਦੀਆਂ ਨੇ ਇਹ ਵੀ ਕਿਹਾ ਕਿ ਭਾਈ ਉੱਥੇ ਸੇਵਾ ਤਾਂ ਠੰਡਾ ਹੋ ਲੈਣ ਦਿੰਦੇ, ਲਖੀਮਪੁਰ ਖੀਰੀ ਵਾਲੇ ਮਸਲੇ ਤੇ ਤੁਸੀਂ ਵਿੱਚੇ ਆ ਗਏ ਹੋ। ਹੁਣ 2 ਦਿਨ ਲੁਧਿਆਣੇ ਤੇ 2 ਦਿਨ ਅੰਮ੍ਰਿਤਸਰ ਲਾਉਣ ਦਾ ਮਤਲਬ ਕੀ? ਇਹ ਦੋਨੋਂ ਸ਼ਹਿਰ ਆਪਾਂ ਬਾਰ-ਬਾਰ ਕਹਿੰਦੇ ਉਹ ਆ ਜਿੱਥੇ ਭਾਰਤੀ ਜਨਤਾ ਪਾਰਟੀ ਦੇ ਕੋਲ ਬਹੁਤ ਤਾਕਤ ਸੀ। ਦੋਨਾਂ ਸ਼ਹਿਰਾਂ ਤੋਂ ਬੰਦੇ ਭਾਜਪਾ ਤੋਂ ਪੁੱਟ ਕੇ ਅਕਾਲੀਆਂ 'ਚ ਲਿਆਂਦੇ, ਟਿਕਟਾਂ ਤੱਕ ਬਹੁਤਿਆਂ ਨੂੰ ਦੇਤੀਆਂ। ਹੁਣ ਲਗਾਤਾਰ ਉੱਥੇ ਪ੍ਰਚਾਰ ਕਰਦੇ ਜਿੱਥੇ ਸ਼ਹਿਰੀ ਵੋਟ ਬੈਂਕ ਹੈ, ਕਿਉਂਕਿ ਆਮ ਤੌਰ ਤੇ ਅਕਾਲੀ ਦਲ ਨੂੰ ਪੇਂਡੂ ਵੋਟ ਬੈਂਕ ਵਾਲੀ ਪਾਰਟੀ ਸਮਝਿਆ ਜਾਂਦਾ। ਉਹ ਚਾਹੁੰਦੇ ਹੋਣਗੇ ਕਿ ਭਾਈ ਜਿੰਨਾ ਘਾਟਾ ਹੈਗਾ ਜੇ ਪੂਰਾ ਕਰ ਲਈਏ। ਇੰਦਰਬੀਰ ਸਿੰਘ ਬੁਲਾਰੀਆ ਤੇ ਨਵਜੋਤ ਸਿੰਘ ਸਿੱਧੂ ਇੱਕੋ ਕਾਂਗਰਸੀ ਧੜੇ ਦੇ ਬੰਦੇ ਨੇ। ਅੰਮ੍ਰਿਤਸਰ ਸ਼ਹਿਰ ਤੋਂ ਹੀ ਦੋਨੋਂ ਵਿਧਾਇਕ ਨੇ। ਦੋਨਾਂ ਦੇ ਹਲਕਿਆਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਸਾਹਿਬ ਗਏ ਤੇ ਉੱਥੇ ਜਾ ਕੇ ਇੱਕ ਤਾਂ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਦੋਸ਼ ਇਹ ਲਾਇਆ, ਕਹਿੰਦੇ ਜੀ ਦੇਖੋ ਗੱਲ ਇਹ ਹੈ, ਇਹ ਤੁਹਾਡੇ ਇਲਾਕੇ ਦੇ ਵਿੱਚੋਂ, ਤੁਹਾਡੇ ਜ਼ਿਲ੍ਹੇ ਦੇ ਵਿੱਚੋਂ, ਤੁਹਾਡੇ ਇਸ ਮਾਝੇ ਦੇ ਵਿੱਚੋਂ ਇੱਕ ਬੰਦਾ ਉਪ ਮੁੱਖ ਮੰਤਰੀ ਬਣਾਇਆ ਜਿਹਦਾ ਨਾਮ ਹੈ ਸੁਖਜਿੰਦਰ ਸਿੰਘ ਰੰਧਾਵਾ, ਤੇ ਗੈਂਗਸਟਰਾਂ ਨੂੰ ਪੁਸ਼ਤ ਬਣਾਈ ਕਰਨ ਦੀ ਗੱਲ ਕਰਤੀ। ਜੋਸ਼ੀ ਸਾਹਿਬ ਬੋਲੇ, ਉਹ ਕਹਿੰਦੇ ਮੈਨੂੰ ਪਤਾ ਸਿੱਧੂ ਸਾਹਿਬ ਬਹੁਤ ਮਾੜੇ ਬੰਦੇ ਆ। ਇਹ ਜਦੋਂ ਅਸੀਂ ਇਕੱਠੇ ਹੁੰਦੇ ਸੀ ਕਹਿੰਦੇ ਹੁੰਦੇ ਜਿਹੜੇ ਬੰਦੇ ਨੂੰ ਸਿਆਸੀ ਤੌਰ ਤੇ ਮਾਰਨਾ ਉਹਨੂੰ ਘੁੱਟ ਕੇ ਜੱਫੀ ਪਾਓ। ਬੰਦਾ ਕਹਿੰਦਾ ਕੁਛ ਹੋਰ ਹੈ ਤੇ ਕਰਦਾ ਕੁਛ ਹੋਰ ਹੈ। ਭਗਤਾਂ ਵਾਲਾ ਕੂੜਾ ਡੰਪ ਤੇ ਵੀ ਗਏ, ਕਈ ਜਗ੍ਹਾ ਦੇ ਉੱਤੇ ਗਏ। ਹੁਣ ਜਿਸ ਤਰੀਕੇ ਸ਼ਹਿਰਾਂ 'ਚ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਸੁਖਬੀਰ ਸਿੰਘ ਬਾਦਲ ਸਾਹਿਬ ਕਰ ਰਹੇ ਆ, ਇੱਕ ਪਾਸੇ ਕਿਸਾਨ ਜਥੇਬੰਦੀਆਂ 'ਚ ਗੁੱਸਾ ਆਈ ਜਾਂਦਾ ਤੇ ਦੂਜੇ ਪਾਸੇ ਬਾਕੀ ਸਿਆਸੀ ਪਾਰਟੀਆਂ ਜਿਹੜੀਆਂ ਐਂ ਕਰੀ ਜਾਂਦੀਆਂ, ਯਾਰ ਅੱਜ ਤਾਂ ਸਾਡਾ ਸੂਤ ਹੀ ਨਹੀਂ ਆਉਂਦਾ, ਕੌਣ ਅਗਲਾ ਮੁੱਖ ਮੰਤਰੀ ਹੋਏਗਾ, ਕੌਣ ਉਪ ਮੁੱਖ ਮੰਤਰੀ ਹੋਏਗਾ, ਕਿਹਨੇ ਬੰਦੇ ਨੇ ਅੱਗੇ ਹੋਣਾ। ਇਸ ਗੱਲੋਂ ਸੁਖਬੀਰ ਸਿੰਘ ਬਾਦਲ ਹੋਰੀ ਤੇਜ਼ ਨੇ ਐਤਕੀ। ਨਹੀਂ ਤੇਜ਼ ਨੇ, ਪਰ ਜਿੱਦਾਂ ਤੁਸੀਂ ਕਿਸਾਨ ਜਥੇਬੰਦੀਆਂ ਦੀ ਗੱਲ ਕੀਤੀ ਤੇ ਰਾਜੇਵਾਲ ਸਾਹਿਬ ਨੇ ਤਾਂ ਦੋਸ਼ ਲਾਇਆ। ਉਹ ਕਹਿੰਦੇ ਕਲੀਅਰ ਹੀ ਆ ਵੀ ਬੀਜੇਪੀ ਦੀ ਸ਼ਾਇਦ ਸਾਰਾ ਕੁਝ ਕਰਨ ਡਿਆ। ਮਤਲਬ ਬੀਜੇਪੀ ਵਾਲੇ ਕਹਿੰਦੇ ਸਰਗਰਮ ਹੈ ਨਹੀਂ, ਉਹ ਕਹਿੰਦੇ ਨਹੀਂ ਨਹੀਂ ਦੇਖਿਓ ਤੁਸੀਂ ਆਪਾਂ ਵੱਟ ਕੱਢਦੇ, ਵੱਟ ਕੇ ਦੇ ਘਰੇ ਬਹਿ ਕੇ ਕੱਢਦੇ ਨੇ। ਇਹਦਾ ਮਤਲਬ ਵੀ ਉਹਨਾਂ ਨੇ ਬੰਦੇ ਲਾਏ ਆ ਵੀ ਯਾਰ ਤੁਸੀਂ ਅੱਗੇ ਲਾ ਕੇ ਸਾਰਾ ਕੰਮ ਕਰ ਦਿਓ, ਵੀ ਬੰਦਿਆਂ ਦੀ ਲੋੜ ਆ ਤੇ ਸਾਡੇ ਵਾਲੇ 'ਚ ਲੈ ਕੇ ਤੁਸੀਂ ਟਿਕਟ ਉਧਰੋਂ ਦਵਾ ਲਓ, 'ਚ ਕੀ ਫਰਕ ਪੈਣ ਡਿਆ। ਮਤਲਬ ਜਦੋਂ ਬੰਦੇ ਹੀ ਆਪਣੇ ਆ, ਸਾਰਾ ਕੁਝ ਰਲ ਮਿਲ ਕੇ ਚੱਲ ਰਿਹਾ ਤੇ ਇਸ ਕਰਕੇ ਕੋਈ ਫਿਕਰ ਕਰਨ ਵਾਲਾ ਹੈ ਨਹੀਂ। ਹੁਣ ਜੇ ਇਹ ਗੱਲ ਸਹੀ ਆ, ਮੰਨ ਲਓ ਜੇ ਕਿਸਾਨ ਜਥੇਬੰਦੀਆਂ ਨੇ ਜਿਹੜੀ ਇਹ ਗੱਲ ਕਹੀ ਵੀ ਸ਼੍ਰੋਮਣੀ ਅਕਾਲੀ ਦਲ ਦਾ ਅਜੇ ਵੀ ਕਿਤੇ ਨਾ ਕਿਤੇ ਜੋੜ ਤੋੜ ਬੀਜੇਪੀ ਨਾਲ ਹੈਗਾ ਤੇ ਉਹਨਾਂ ਦੇ ਇਸ਼ਾਰੇ ਤੇ ਹੀ ਉਹ ਸਰਗਰਮੀਆਂ ਕਰ ਰਹੇ ਆ, ਫਿਰ ਤੇ ਇਹਦਾ ਜਵਾਬ ਦੇਣਾ ਚਾਹੀਦਾ ਅਕਾਲੀ ਦਲ ਨੂੰ। ਸੰਧਾਲੀਆ ਸਾਹਿਬ ਬਹੁਤ ਜ਼ਰੂਰੀ ਹੈ। ਤੁਸੀਂ ਇਹ ਦੇਖੋ, ਕਿਉਂਕਿ ਅੱਜ ਨਹੀਂ ਫਰਕ ਪੈਂਦਾ। ਹੁਣ ਇਲਨਾਬਾਦ ਹਰਿਆਣੇ ਦੇ ਵਿੱਚ ਜ਼ਿਮਨੀ ਚੋਣ ਹੈ ਤੇ ਕਿਸਾਨ ਜਥੇਬੰਦੀਆਂ ਨੇ ਸਿੱਧੇ ਤੌਰ ਦੇ ਉੱਤੇ ਜਿਹੜਾ ਭਾਜਪਾ ਦਾ ਉੱਥੋਂ ਦਾ ਉਮੀਦਵਾਰ ਹੈ ਗੋਬਿੰਦ ਕਾਂਡਾ, ਗੋਪਾਲ ਕਾਂਡੇ ਦਾ ਭਰਾ। ਗੋਪਾਲ ਕਾਂਡਾ ਤਾਂ ਬਹੁਤ ਜ਼ਿਆਦਾ ਪ੍ਰਸਿੱਧ ਰਿਹਾ ਕਈ ਕੰਮਾਂ ਦੇ ਕਰਕੇ, ਉੱਚੇ ਨੀਚੇ ਕੰਮ ਜਿਹਾ ਸੀਗੇ। ਹੁਣ ਗੋਬਿੰਦ ਕਾਂਡਾ ਦੇ ਲਈ 80 ਪਿੰਡ ਨੇ ਉਸ ਵਿਧਾਨ ਸਭਾ ਹਲਕੇ 'ਚ, ਵਿੱਚੋਂ 12 ਤੋਂ ਵੱਧ ਪਿੰਡਾਂ ਦੇ ਬਾਹਰਲੇ ਪਾਸੇ ਫਿਰਨੀਆਂ ਦੇ ਉੱਤੇ ਬੈਨਰ ਲੱਗ ਗਏ ਕਿ ਭਾਜਪਾ ਤੇ ਜਨ ਨਾਇਕ ਜਨਤਾ ਪਾਰਟੀ ਦੇ ਉਮੀਦਵਾਰ ਗੋਬਿੰਦ ਕਾਂਡਾ, ਉਹਦੇ ਭਰਾ ਗੋਪਾਲ ਕਾਂਡਾ ਤੇ ਉਹਦੇ ਸਾਥੀਆਂ ਦਾ ਸਾਡੇ ਪਿੰਡ 'ਚ ਆਉਣਾ ਮਨਾ ਹੈ। ਅਸੀਂ ਤੁਹਾਡਾ ਮੁਕੰਮਲ ਬਾਈਕਾਟ ਕਰਦੇ ਹਾਂ। ਜੇ ਤੁਸੀਂ ਇਹਦੇ ਬਾਵਜੂਦ ਵੀ ਸਾਡੇ ਪਿੰਡ ਦੇ ਵਿੱਚ ਆਓਗੇ ਤਾਂ ਫਿਰ ਤੁਸੀਂ ਜ਼ਿੰਮੇਵਾਰ ਖੁਦ ਹੋਵੋਗੇ, ਕਿਉਂਕਿ ਸੰਯੁਕਤ ਕਿਸਾਨ ਮੋਰਚੇ ਨੇ ਕਹਿਤਾ ਕਿ ਭਾਈ ਬਾਈਕਾਟ ਕਰੋ। ਹੁਣ ਪੰਜਾਬ ਤੋਂ ਬਾਅਦ ਹਰਿਆਣਾ ਹੀ ਸੂਬਾ ਨਾ ਜਿੱਥੇ ਸਭ ਤੋਂ ਵੱਧ ਕਿਸਾਨ ਅੰਦੋਲਨ ਸਰਗਰਮ ਹੈ, ਤੇ ਜੇ ਉੱਥੇ ਹੋਣ ਵਾਲੀ ਜ਼ਿਮਨੀ ਚੋਣ ਜਿਹਦੀਆਂ ਵੋਟਾਂ ਸਿਰ ਤੇ ਨੇ, ਨੇੜੇ ਨੇ, ਉੱਥੇ ਭਾਜਪਾ ਦੇ ਉਮੀਦਵਾਰ ਦੇ ਬਾਈਕਾਟ ਤੇ ਬੈਨਰ ਲੱਗ ਜਾਣਗੇ। 80 ਦੇ ਵਿੱਚੋਂ 12 ਪਿੰਡ ਬਹੁਤ ਹੁੰਦੇ ਆ, ਕਿਉਂਕਿ ਇੱਥੇ ਕਿਹੜਾ 1000 ਦੇ ਵਿੱਚੋਂ 12 ਆ। ਹੁਣ 15% ਤਾਂ ਇਹੀ ਹੋ ਗਿਆ ਤੇ ਅਜੇ ਪ੍ਰਚਾਰ ਚੱਲਣਾ। ਹੋ ਸਕਦਾ ਕਿ ਇੰਨੇ ਕੁ ਪਿੰਡਾਂ ਦੇ ਵਿੱਚ ਹੋਰ ਬੈਨਰ ਲੱਗ ਜਾਣ। ਜੇ ਇੰਨੇ ਪਿੰਡਾਂ 'ਚ ਲੱਗ ਗਿਆ 25% ਤੋਂ ਉੱਪਰ ਪਿੰਡ ਹੋਣਗੇ ਜਿੱਥੇ ਵੜਨ ਦੀ ਮਨਾਹੀ ਹੈ, ਤਾਂ ਫਿਰ ਵੋਟਾਂ ਨੂੰ ਘਾਟਾ ਪੈਣਾ ਹੀ ਆ ਨਾ। ਆ ਪਿਛਲੇ ਦਿਨੀ ਇੱਕ ਜਗ੍ਹਾ ਦੇ ਉੱਤੇ ਕੇਸ ਪਰਚਾ ਵੀ ਦਰਜ ਹੋਇਆ ਕਿ ਭਾਈ ਅਗਰ ਇੱਕ ਧਾਰਮਿਕ ਸਥਾਨ ਤੇ ਮੱਥਾ ਟੇਕਣ ਗਿਆ ਸੀ, ਉੱਥੇ ਖਿੱਚਤੂ ਵੀ ਹੋਈ ਹੈ, ਜਿੱਥੇ ਜਾਂਦੇ ਆ ਕਾਲੀਆਂ ਝੰਡੀਆਂ ਦਿਖਾਈਆਂ ਜਾਂਦੀਆਂ। ਤੇ ਜੇ ਇਸ ਗੱਲ ਤੋਂ ਸਬਕ ਨਾ ਸਿੱਖਿਆ ਗਿਆ,
ਭਾਵੇਂ ਅਕਾਲੀ ਨੇ, ਭਾਵੇਂ ਕਾਂਗਰਸੀ ਨੇ, ਭਾਵੇਂ ਆਮ ਆਦਮੀ ਪਾਰਟੀ ਵਾਲੇ ਆ, ਭਾਵੇਂ ਬੀਜੇਪੀ ਵਾਲੇ ਆ, ਜੇ ਸੰਯੁਕਤ ਕਿਸਾਨ ਮੋਰਚੇ ਦੇ ਨਿਸ਼ਾਨੇ ਦੇ ਉੱਤੇ ਆ ਗਿਆ ਨਾ ਕਿ ਭਾਈ ਇਹ ਕੰਮ ਖਰਾਬ ਕਰਦੇ ਆ, ਫਿਰ ਔਖੇ ਹੋਣਗੇ। ਨਹੀਂ ਲਗਭਗ ਆਏ ਹੀ ਆ, ਉਹਦੇ 'ਚ ਕਮੀ ਪੇਸ਼ੀ ਤੇ ਹੈ ਨਹੀਂ। ਹੁਣ ਜਿੱਦਾਂ ਜੇ ਆਪਾਂ ਅੱਜ ਦੀ ਗੱਲ ਹੀ ਕਰੀਏ, ਅੱਜ ਯੂਪੀ ਦੇ ਵਿੱਚ ਉਹ ਅੰਤਿਮ ਅਰਦਾਸ ਆ, ਸ਼ਰਧਾਂਜਲੀ ਸਮਾਰੋਹ ਹੋਣਾ, ਉੱਥੇ ਜਿਸ ਹਿਸਾਬ ਨਾਲ ਜਾ ਰਹੇ ਨੇ ਕਿਸਾਨ, ਜਾਂ ਉਸ ਤੋਂ ਪਹਿਲਾਂ ਜਿਹੜਾ ਰੌਲਾ ਪੈਣ ਲੱਗ ਪਿਆ ਵੀ ਸ਼ਾਇਦ ਪੁਲਿਸ ਰੋਕਣ ਲੱਗ ਪਈ ਹੈ, ਜਾਂ ਵੱਖ-ਵੱਖ ਥਾਵਾਂ 'ਤੇ ਆਗੂਆਂ ਨੂੰ ਡਾਇਵਰਟ ਵੀ ਕੀਤਾ ਜਾ ਰਿਹਾ, ਪਹੁੰਚਣ ਨਹੀਂ ਦੇ ਰਹੇ। ਰਕੇਸ਼ ਟਕੈਤ ਹੋਰਾਂ ਦਾ ਬਿਆਨ ਤੇ ਉਹੀ ਆਇਆ ਨਾ ਜੀ, ਉਹ ਕਹਿੰਦੇ ਵੀ ਦੇਖੋ ਸਾਡਾ ਕੰਮ ਕਲੀਅਰ ਹੈ ਵੀ ਜਿੰਨੀ ਦੇਰ ਤੱਕ ਉੱਧਰੋਂ MOS ਜਿਹੜੇ ਨੇ ਅਜੇ ਮਿਸ਼ਰਾ ਸਾਹਿਬ ਉਹਨਾਂ ਦਾ ਅਸਤੀਫਾ ਨਹੀਂ ਆਉਂਦਾ, ਉਨੀ ਦੇਰ ਤੱਕ ਸਾਡਾ ਅੰਦੋਲਨ ਪਿੱਛੇ ਹਟਣ ਵਾਲਾ ਹੈ ਨਹੀਂ, ਅਤੇ ਜਿੰਨੀ ਦੇਰ ਤੱਕ ਤੁਸੀਂ ਇਹ ਸਾਰੇ ਕੁਛ ਦੇ ਮਸਲੇ, ਜਿੰਨੀਆਂ ਮੰਗਾਂ ਨੇ ਸਾਡੀਆਂ ਉਹ ਨਹੀਂ ਮੰਨਦੇ, ਉਨੀ ਦੇਰ ਤੱਕ ਜਿਵੇਂ ਜਿਵੇਂ ਅਸੀਂ ਪ੍ਰੋਗਰਾਮ ਦਿੱਤਾ, ਚਾਹੇ ਉਹ ਰੇਲਾਂ ਰੋਕਣ ਦਾ ਕਹਿ ਲਓ ਜਾਂ ਬਾਕੀ ਅਗਲੇ ਪ੍ਰੋਗਰਾਮ ਕਹਿ ਲਓ, ਉਹ ਅਸੀਂ ਪਿੱਛੇ ਹਟਣ ਵਾਲੇ ਹੈ ਨਹੀਂ, ਅਸੀਂ ਐਜ਼ ਇਟ ਚਲਾਵਾਂਗੇ। ਹੁਣ ਸਵਾਲ ਇੱਥੇ ਇਹ ਵੀ ਪੈਦਾ ਹੁੰਦਾ ਵੀ ਜੇ ਅਜੇ ਤੱਕ ਉਹ ਸਾਰੇ ਕੁਛ ਦੇ ਉੱਪਰ ਕੋਈ ਟਿੱਪਣੀ ਨਹੀਂ ਹੈ, ਕਿਸੇ ਪਾਸਿਓਂ ਕੋਈ ਅਸਤੀਫੇ ਵਾਲੀ ਗੱਲ ਨਹੀਂ ਹੈ, ਕਿਸੇ ਪਾਸੇ ਕੋਈ ਚਰਚਾ ਵੀ ਨਹੀਂ ਚੱਲਦੀ ਵੀ ਹਾਂ ਯਾਰ ਅਸਤੀਫਾ ਦੇ ਦੇਣਾ ਚਾਹੀਦਾ, ਅਤੇ ਕਿਸਾਨ ਜਥੇਬੰਦੀਆਂ ਦੇ ਲੀਡਰ ਅਡਿੱਗ ਨੇ ਵੀ ਅਸੀਂ ਜੋ ਕਹਿਤਾ ਫਿਰ ਉਹ ਕਰਾ ਕੇ ਹਟਾਂਗੇ, ਇਹਦਾ ਮਤਲਬ ਫਿਰ ਜਿਹੜੀ ਏਲਨਾਬਾਦ ਦੀ ਇੱਕ ਉਦਾਹਰਨ ਆ, ਇਹ ਨਾ ਹੋਵੇ ਯੂਪੀ ਇਲੈਕਸ਼ਨਾਂ 'ਚ ਪਿੰਡ ਪਿੰਡ ਹੋਵੇ। ਫਿਰ ਸੰਧਾਲੀਆ ਸਾਹਿਬ, ਇਹ ਬਹੁਤ ਵੱਡਾ ਫਰਕ ਪੈਣਾ। ਤੁਸੀਂ ਇਹ ਦੇਖੋ ਕਿ ਸ਼ੁਰੂਆਤੀ ਦੌਰ ਦੇ ਵਿੱਚ ਜਿਹੜੀ ਚਰਚਾ ਚਲਾਈ ਗਈ ਸੀ ਕਿ ਟਕੈਤ ਹੋਰੀ ਇਕੱਲੇ ਕਰਿਆ ਸਭ ਕੁਛ, ਇੱਕ ਤਾਂ ਉਸ ਗੱਲ ਦੀ ਫੂਕ ਇਸ ਗੱਲ ਨੇ ਕੱਢ ਦਿੱਤੀ ਹੈ ਕਿ 4 ਕਿਸਾਨ ਤੇ 5ਵਾਂ ਪੱਤਰਕਾਰ ਕੰਮ ਕਿਸਾਨ, ਉਹ 5 ਬੰਦਿਆਂ ਦਾ ਸ਼ਰਧਾਂਜਲੀ ਸਮਾਰੋਹ ਅੱਜ ਇੱਕ ਥਾਂ ਤੇ ਹੋ ਰਿਹਾ ਇਕੱਠਾ, ਤੇ ਜਦੋਂ ਇੱਕ ਥਾਂ ਤੇ ਇੱਕ ਕਾਲਜ ਦੇ ਵਿੱਚ ਬਹੁਤ ਵੱਡਾ ਪੰਡਾਲ ਲੱਗ ਰਿਹਾ, ਕਿਸੇ ਪਰਿਵਾਰ ਨੇ ਇਤਰਾਜ਼ ਥੋੜੀ ਕੀਤਾ ਕਿ ਭਾਈ ਅਸੀਂ ਤੁਹਾਡੇ ਨਾਲ ਆ ਕੇ ਨਹੀਂ ਬਹਿਣਾ, ਤੁਸੀਂ ਸਾਨੂੰ ਪੁੱਛਿਆ ਨਹੀਂ, ਕਿਉਂਕਿ ਉਹ ਬਾਰ-ਬਾਰ ਕਹਿੰਦੇ ਅਸੀਂ ਪਰਿਵਾਰਾਂ ਤੋਂ ਸਹਿਮਤੀ ਲੈ ਕੇ ਸਾਰਾ ਕੁਝ ਕੀਤਾ। ਤੇ ਦੂਸਰਾ, ਜਦੋਂ ਕਹੀ ਜਾਂਦੇ ਆ ਕਿ ਭਾਈ ਮੰਤਰੀ ਨੂੰ ਅਸੀਂ ਅਹੁਦੇ ਤੋਂ ਥੱਲੇ ਲਾਉਣਾ ਹੀ ਲਾਉਣਾ, ਇਨਸਾਫ ਦਿਵਾਉਣਾ ਹੀ ਦਿਵਾਉਣਾ, ਪੈਸਿਆਂ ਦਾ ਨਹੀਂ ਇਕੱਲਾ ਮਸਲਾ ਹੈਗਾ, ਪੈਸੇ ਅਸੀਂ ਦੁੱਗਣੇ ਤੁਹਾਡੇ ਖਾਤੇ 'ਚ ਵਾਪਸ ਕਰ ਦਿੰਦੇ ਹਾਂ, ਇਹਦੇ ਤੋਂ ਇੱਕ ਗੱਲ ਤਾਂ ਕਲੀਅਰ ਹੋ ਗਈ ਕਿ ਭਾਈ ਸਾਰੇ ਇੱਕ ਟਰੈਕ ਤੇ ਨੇ। ਦੂਸਰਾ, ਜਦੋਂ 5 ਜਣਿਆਂ ਦਾ ਸ਼ਰਧਾਂਜਲੀ ਸਮਾਰੋਹ ਇੱਕ ਥਾਂ ਤੇ ਹੋਣਾ, ਜੋਗਿੰਦਰ ਸਿੰਘ ਗੁਰਾਹਾਂ ਪਹੁੰਚ ਗਏ ਆ, ਪੰਜਾਬ ਤੋਂ ਸਿਮਰਜੀਤ ਸਿੰਘ ਬੈਂਸ ਹੋਰੀ ਪਹੁੰਚ ਕੇ ਆਪਣੀ ਪਾਰਟੀ ਵੱਲੋਂ, ਹੋਰ ਬਹੁਤ ਸਾਰੇ ਟਕੈਤ ਸਾਹਿਬ ਵੀ ਪਹੁੰਚੇ ਹੋਆ, ਵੱਖ-ਵੱਖ ਸੂਬਿਆਂ ਤੋਂ ਕਿਸਾਨ ਆਗੂ 2 ਦਿਨ ਪਹਿਲਾਂ ਹੀ ਆ ਗਏ, ਉਹਨਾਂ ਨੂੰ ਪਤਾ ਸੀ ਕਿ ਰਾਹ ਦੇ ਵਿੱਚ ਕੋਈ ਨਾ ਕੋਈ ਸਮੱਸਿਆ ਵੀ ਆ ਸਕਦੀ ਹੈ, ਕਈਆਂ ਨੂੰ ਰੋਕਿਆ ਜਾ ਰਿਹਾ, ਇਹਦੇ ਵਿੱਚ ਵੀ ਕੋਈ ਦੋ ਰਾਏ ਨਹੀਂ। ਵੱਖ-ਵੱਖ ਸੂਬਿਆਂ ਤੋਂ ਕਿਸਾਨਾਂ ਦੇ ਜਥੇ ਤੁਰੇ ਹੋ। ਅੱਜ ਵੱਡਾ ਇਕੱਠ ਜਿਹੜਾ ਉਹ ਸ਼ਰਧਾਂਜਲੀ ਸਮਾਰੋਹ ਦੇ ਮੌਕੇ ਦੇ ਉੱਤੇ ਹੋਣ ਦੇ ਪੂਰੇ ਅਸਾਰ ਨੇ, ਪੂਰੇ। ਇਹਦੇ ਤੋਂ ਇਲਾਵਾ ਕਿਉਂਕਿ ਬੀਤੇ ਕੱਲ ਤੱਕ ਦਾ ਸਮਾਂ ਦਿੱਤਾ ਸੀ ਕਿ ਭਾਈ ਮੰਤਰੀ ਮੰਡਲ ਦੇ ਵਿੱਚੋਂ ਬੰਦੇ ਨੂੰ ਬਾਹਰ ਕਰੋ, ਹੁਣ ਵਾਰਤਾ ਕੀਤਾ ਨਹੀਂ, ਸੋ ਅੱਜ ਕਲਸ਼ ਯਾਤਰਾ ਵੀ ਤੁਰਨੀ ਆ। ਇਹ ਵੀ ਕਿਹਾ ਗਿਆ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿ ਜਿਹੜਾ ਬੰਦਾ ਉੱਥੇ ਨਹੀਂ ਪਹੁੰਚ ਸਕਦਾ, ਤੁਸੀਂ ਆਪਣੇ ਨੇੜਲੇ ਗੁਰੂ ਘਰ, ਮੰਦਿਰ, ਮਸਜਿਦ, ਗਿਰਜਾ ਘਰ, ਚਰਚ, ਜਿੱਥੇ ਵੀ ਕਿਤੇ ਜਾ ਸਕਦੇ ਹੋ, ਉੱਥੇ ਇਕੱਠੇ ਹੋ ਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਂਟ ਕਰੋ, ਕਿਉਂਕਿ ਸ਼ਹੀਦ ਕਿਸਾਨ ਦਿਵਸ ਅੱਜ ਜਿੱਥੇ ਪੰਜਾਬ ਤੇ ਹਰਿਆਣੇ 'ਚ ਜਾਂ ਦਿੱਲੀ ਦੀਆਂ ਬਰੂਹਾਂ ਤੇ ਕਿਸਾਨਾਂ ਦੇ ਮੋਰਚੇ ਲੱਗੇ ਹੋ ਆ, ਉੱਥੇ ਵੀ ਸ਼ਹੀਦ ਕਿਸਾਨ ਦਿਵਸ ਅੱਜ ਮਨਾਉਣਾ ਹੈ। ਉਹਨਾਂ ਦੀਆਂ ਤਸਵੀਰਾਂ 5 ਦੇ 5 ਬੰਦਿਆਂ ਦੀਆਂ ਉੱਥੇ ਦਿਖਾਈਆਂ ਜਾਣਗੀਆਂ ਕਿ ਭਾਈ ਇਹਨਾਂ ਨੂੰ ਗੱਡੀ ਥੱਲੇ ਦਿੱਤਾ ਉਹਨਾਂ ਨੇ। ਇਹਦੇ ਨਾਲ ਇਹ ਵੀ ਕਿਹਾ ਕਿ ਜਿਹੜਾ ਕਿਤੇ ਵੀ ਨਹੀਂ ਜਾ ਸਕਦਾ, ਤੁਸੀਂ ਰਾਤ ਨੂੰ 8 ਵਜੇ ਆਪਣੇ ਘਰ ਦੇ ਬਨੇਰੇ ਤੇ 5 ਮੋਮਬੱਤੀਆਂ ਜਗਾ ਕੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਨੀ ਹੈ। ਹੁਣ ਸੰਧਾਲੀਆ ਸਾਹਿਬ 3 ਪ੍ਰੋਗਰਾਮ ਤਾਂ ਅੱਜ ਹੀ ਹੋ ਗਏ, ਕਲਸ਼ ਯਾਤਰਾ ਚੱਲਣੀ ਹੈ, ਯੂਪੀ ਦੇ ਸਾਰੇ ਜ਼ਿਲ੍ਹਿਆਂ 'ਚ ਜਾਊ, ਭਾਰਤ ਦੇ ਬਹੁਤੇ ਸੂਬਿਆਂ 'ਚ ਜਾਊ, ਤੇ ਜਦੋਂ ਕਿਸਾਨਾਂ ਦੀਆਂ ਅਸਥੀਆਂ ਲੈ ਕੇ, ਕਿਸਾਨਾਂ ਦੇ ਕਲਸ਼ ਲੈ ਕੇ ਕਿਸਾਨ ਇੱਕ ਸਮੂਹ ਦੇ ਰੂਪ ਦੇ ਵਿੱਚ ਤੁਰਨਗੇ, ਭਾਵੇਂ ਕੋਈ ਦੁਕਾਨ ਵਾਲਾ, ਭਾਵੇਂ ਕੋਈ ਰੇਹੜੀ ਵਾਲਾ, ਭਾਵੇਂ ਕੋਈ ਸਰਕਾਰੀ ਪ੍ਰਾਈਵੇਟ ਕਰਮਚਾਰੀ ਆ, ਜਾਂ ਕੋਈ ਕਿਸਾਨ ਜਾਂ ਮਜ਼ਦੂਰ ਹੈ ਖੇਤ ਵਾਲਾ, ਚਾਹੇ ਫੈਕਟਰੀ ਦਾ ਮਜ਼ਦੂਰ ਹੈ, ਇੱਕ ਵਾਰੀ ਤਾਂ ਉਹਦੇ ਮਨ ਦੇ ਵਿੱਚ ਆਊ, ਅੱਛਾ ਇਹ ਉਹ ਬੰਦਿਆਂ ਦੀਆਂ ਅਸਥੀਆਂ ਨੇ ਜਿਹੜੇ ਬੰਦਿਆਂ ਨੂੰ ਅੱਛਾ ਜੀਪ ਥੱਲੇ ਦੇ ਦਿੱਤਾ ਗਿਆ ਸੀ। ਉਹਦੇ ਨਾਲ ਜਿਹੜਾ ਕੰਮ ਸ਼ਾਇਦ ਕਦੇ ਵੀ ਨਹੀਂ ਹੁੰਦਾ ਜਾਂ ਬਹੁਤ ਦੇਰ ਨਾ ਹੁੰਦਾ, ਆ ਹੁਣੇ ਸ਼ੁਰੂ ਹੋ ਜਾਣਾ। ਇੱਕ ਹੋਰ ਜਿਹੜੀ ਚਰਚਾ, ਉਹ ਤਾਂ ਖੈਰ ਪੰਜਾਬ ਵਾਲੇ ਪਾਸੇ ਸੁਭਾਸ਼ ਸ਼ਰਮਾ ਸਾਹਿਬ BJP ਦੇ ਲੀਡਰ ਨੇ, ਉਹਨਾਂ ਨੇ ਜਿਹੜੇ ਇਸ ਵਕਤ ਵੱਖ-ਵੱਖ ਪ੍ਰੋਗਰਾਮ ਦਿੱਤੇ ਜਾ ਰਹੇ ਨੇ, ਉਹ 'ਤੇ ਇਤਰਾਜ਼ ਪ੍ਰਗਟ ਕੀਤਾ। ਉਹ ਕਹਿੰਦੇ ਵੀ ਹਿੰਦੂ ਭਾਈਚਾਰੇ 'ਚ ਰੋਸ ਆ ਕਿ ਹਿੰਦੂ ਭਾਈਚਾਰੇ ਦੇ ਤਿਉਹਾਰਾਂ ਦੇ ਦਿਨਾਂ ਦੇ ਵਿੱਚ ਕਿਸਾਨ ਇਹ ਪ੍ਰੋਗਰਾਮ ਰੱਖ ਰਹੇ। ਪਹਿਲੀ ਗੱਲ ਤਾਂ ਜਦੋਂ ਉਹਨਾਂ ਨੇ ਇਹ ਸ਼ਬਦ ਬੋਲਿਆ ਨਾ, ਤੇ ਉਸ ਤੋਂ ਬਾਅਦ ਮੈਂ ਅਚਾਨਕ ਸੋਚਿਆ, ਮੈਂ ਕਿਹਾ ਵੀ ਯਾਰ ਪੰਜਾਬ ਦੇ ਵਿੱਚ ਕਿਤੇ ਕਿੰਨੇ ਕੁ ਸਿੱਖ ਆ, ਅਤੇ ਜੇ ਆਪਾਂ ਪੂਰੇ ਦੇਸ਼ ਦੀ ਗੱਲ ਕਰੀਏ ਤਾਂ ਉੱਥੇ ਕਿੰਨੇ ਕਿਸਾਨ ਨੇ, ਅਤੇ ਉਹ ਕਿਹੜੇ ਧਰਮ ਨੂੰ ਬਿਲੋਂਗ ਕਰਦੇ ਆ। ਅੱਛਾ, ਸਭ ਤੋਂ ਵੱਡੇ ਨੇਤਾ ਦੀ ਗੱਲ ਕਰ ਲਈਏ, ਰਕੇਸ਼ ਟਕੈਤ ਦੀ, ਉਹ ਕਿਹੜੇ ਧਰਮ ਦਾ ਬੰਦਾ, ਉਹਨੂੰ ਨਹੀਂ ਪਤਾ ਵੀ ਕਿਹੜੇ ਟਾਈਮ 'ਤੇ ਅਸੀਂ ਕਿਹੜੀ ਚੀਜ਼ ਦੇ ਰਹੇ ਹਾਂ, ਕਿਹੜਾ ਪ੍ਰੋਗਰਾਮ ਦੇ ਰਹੇ ਹਾਂ। ਅੱਛਾ, ਫਿਰ ਉਹਨਾਂ ਨੇ ਕਿਹਾ ਵੀ ਵਪਾਰੀ ਵਰਗ ਜਿਹੜਾ ਨਾ ਜੀ, ਉਹ 'ਚ ਬਹੁਤ ਜ਼ਿਆਦਾ ਰੋਸ ਆ, ਕਿਉਂਕਿ ਵਪਾਰੀਆਂ ਦਾ ਕੰਮ ਪ੍ਰਭਾਵਿਤ ਹੋ ਰਿਹਾ। ਮੈਂ ਸੋਚਿਆ ਵੀ ਜਾਂ ਤਾਂ ਸ਼ਰਮਾ ਸਾਹਿਬ ਕਿਤੇ ਪਿੰਡਾਂ ਥਾਂ ਵਾਲੇ ਕਸਬਿਆਂ 'ਚ ਵਪਾਰੀਆਂ ਕੋਈ ਜਾਂ ਦੁਕਾਨਦਾਰਾਂ ਕੋਲ ਗਏ ਨਹੀਂ, ਕਿਉਂਕਿ ਉਹਨਾਂ ਨੂੰ ਪੁੱਛਣਾ ਚਾਹੀਦਾ ਵੀ ਜੇ ਕੋਈ ਆੜਤ ਕਰਦਾ ਅਤੇ ਉਹ 'ਤੇ ਕਿਹੜਾ ਵੀ ਮੰਗਲ ਗ੍ਰਹਿ ਤੋਂ ਟਰਾਲੀਆਂ ਆਣ ਕੇ ਵਿਕਦੀਆਂ ਝੋਨੇ ਦੀਆਂ ਉਹਨਾਂ ਪਿੰਡਾਂ 'ਚ ਆਉਂਦੀਆਂ। ਜੇ ਕੋਈ ਕੱਪੜੇ ਵਾਲਾ ਲਾ ਲਓ, ਕੋਈ ਮਿਆਰੀ ਵਾਲਾ ਲਾ ਲਓ, ਕੋਈ ਬਜਾਜੀ ਵਾਲਾ ਲਾ ਲਓ, ਜਿਹੜਾ ਮਰਜ਼ੀ ਲਾ ਲਓ, ਉਹ ਤਾਂ ਉਹੋ ਹੀ ਲੋਕ ਨੇ ਜਿਹਨਾਂ ਨੂੰ ਪਤਾ ਹੁੰਦਾ ਵੀ ਆਹ ਫਲਾਨਾ ਸੌਂ ਦੀ ਵਹੀ ਆ, ਅਤੇ ਫਲਾਨਾ ਸੌਂ ਦਾ ਖਾਤਾ, ਜਦੋਂ ਉਹਨੇ ਕਣਕ ਵੇਚੀ ਜਾਂ ਝੋਨਾ ਵੇਚਿਆ, ਉਦੋਂ ਉਹਨੇ ਗੁੱਡੀ ਦੇ ਵਿਆਹ ਲਈ ਲੀੜੇ ਲੈ ਜਾਣੇ ਆ, ਜਾਂ ਫਿਰ ਸੌਦਾ ਲੈ ਜਾਣਾ, ਫਿਰ ਉਹਨੇ ਹਿਸਾਬ ਕਰ ਜਾਣਾ। ਰਿਸ਼ਤਾ ਰਿਲੇਸ਼ਨ ਤਾਂ ਉਹਨਾਂ ਦਾ ਆਲਰੇਡੀ
ਤੇ ਜੇ ਆਪਾਂ ਉਹ ਉਦਾਹਰਨ ਵਧੋ ਵਧੀ ਫਿੱਟ ਕਰੀਏ ਵੀ ਵਪਾਰੀ ਤੰਗ ਆ ਜੀ, ਇਹਦੇ 'ਚ ਫਲਾਨਾ ਤੰਗ ਹੈ, ਢੀਂਗੜਾ, ਪਤਾ ਨਹੀਂ ਕਿਉਂ ਇਹੋ ਜਿਹੇ ਬਿਆਨ ਦਿੱਤੇ ਜਾ ਰਹੇ। ਸੰਧਾਲੀਆ ਸਾਹਿਬ, ਸੁਭਾਸ਼ ਸ਼ਰਮਾ ਸਾਹਿਬ ਵੱਡੇ ਬੰਦੇ ਨੇ, ਸੱਜਣ ਪੁਰਸ਼ ਨੇ ਭਾਈ, ਪੰਜਾਬ ਭਾਜਪਾ ਦੇ ਲੀਡਰ ਨੇ, ਵੱਡੇ ਅਹੁਦੇ ਦੇ ਉੱਤੇ ਨੇ, ਸਤਿਕਾਰ ਕਰਨਾ ਚਾਹੀਦਾ। ਸ਼ਾਇਦ ਉਹਨਾਂ ਨੇ ਆਪਣੀ ਪਾਰਟੀ ਦੇ ਇੱਕ ਮੈਂਬਰ ਪਾਰਲੀਮੈਂਟ ਵਰੁਣ ਗਾਂਧੀ ਦਾ ਨਵਾਂ ਬਿਆਨ ਨਹੀਂ ਸੁਣਿਆ ਹੋਣਾ। ਉਹ ਕਹਿੰਦੇ ਕਿ ਭਾਈ ਆਹ ਗਲਤ ਕੰਮ ਨਾ ਕੀਤਾ ਜਾਵੇ, ਇਹਨੂੰ ਹਿੰਦੂ ਸਿੱਖ ਵਖਰੇਵਾਂ ਜਿਹੜਾ ਉਹਦੇ ਰੂਪ ਦੇ ਵਿੱਚ ਨਾ ਪੇਸ਼ ਕਰੋ। ਲਖੀਮਪੁਰ ਖੀਰੀ ਵਾਲੇ ਘਟਨਾ ਨੂੰ ਆਪਣੀ ਪਾਰਟੀ ਦੇ ਬੰਦਿਆਂ ਨੂੰ ਸੀਧ ਦਿੱਤੀ। ਇਹਦੇ ਤੋਂ ਇਲਾਵਾ ਉਹਨਾਂ ਨੂੰ ਸ਼ਾਇਦ ਚੇਤਾ ਨਹੀਂ ਹੋਣਾ, ਜੇ ਸੁਭਾਸ਼ ਸ਼ਰਮਾ ਸਾਹਿਬ ਜਿਹੜੇ ਨੇ, ਜੇ ਲੱਗਦਾ ਕਿ ਭਾਈ ਹਿੰਦੂ ਭਾਈਚਾਰੇ 'ਚ ਰੋਸ ਆ, ਸ਼ਰਮਾ ਸਾਹਿਬ ਪਿਛਲੇ 10-15 ਸਾਲਾਂ 'ਚ ਸਰਕਾਰੀ ਅੰਕੜੇ ਕੱਢ ਲਓ, ਗੈਰ ਸਰਕਾਰੀ ਅੰਕੜਾ ਤਾਂ ਬਹੁਤ ਵੱਡਾ, ਦੇਸ਼ ਭਰ ਦੇ ਵਿੱਚ ਜਿੰਨੇ ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ ਸਿੱਖ ਤਾਂ ਨਹੀਂ ਸੀ। ਮਹਾਰਾਸ਼ਟਰ 'ਚ ਸਭ ਤੋਂ ਵੱਧ ਹੋਈਆਂ, ਤੇ ਮਹਾਰਾਸ਼ਟਰ 'ਚ ਕਿੰਨੇ ਸਿੱਖ ਜਿਹੜੇ ਖੇਤੀ ਕਰਦੇ ਆ। ਉਹਦੇ ਤੋਂ ਬਾਅਦ ਮੰਦਸੌਰ ਮੱਧ ਪ੍ਰਦੇਸ਼ ਦੇ ਵਿੱਚ, ਜਿੱਥੇ ਤੁਹਾਡੀ ਪਾਰਟੀ ਦੀ ਆਪਣੀ ਸਰਕਾਰ ਹੈ, ਉੱਥੇ ਕੁਝ ਸਾਲ ਪਹਿਲਾਂ ਕੁਝ ਕਿਸਾਨਾਂ ਦਾ ਜਿਹੜਾ ਉਹ ਮਾਰ ਦਿੱਤਾ ਗਿਆ ਸੀ ਕਿਸਾਨਾਂ ਨੂੰ ਜਦੋਂ ਮੁਜ਼ਾਹਰਾ ਕਰ ਰਹੇ ਸੀ, ਉਹ ਸਿੱਖ ਤਾਂ ਨਹੀਂ ਸੀ। ਤੇ ਨਾਲ ਦੀ ਨਾਲ ਉੱਤਰ ਪ੍ਰਦੇਸ਼ ਦੇ ਵਿੱਚ ਜਿਹੜੇ ਕਿਸਾਨਾਂ ਦਾ ਹਜ਼ਾਰਾਂ ਕਰੋੜ ਰੁਪਈਆ ਗੰਨੇ ਦਾ ਬਕਾਇਆ, ਉਹ ਸਾਰੇ ਪੰਜਾਬੀ ਜਾਂ ਸਿੱਖ ਥੋੜੀ ਹੈ, ਉਹਦੇ ਵਿੱਚੋਂ ਬਹੁਤ ਗਿਣਤੀ ਤਾਂ ਉਧਰ ਲਿਆ। ਤੇ ਜੇ ਸਾਨੂੰ ਉਹ ਗੱਲ ਨਹੀਂ ਸਮਝ ਆਉਂਦੀ ਤੇ ਅਸੀਂ ਇਹਨੂੰ ਹੋਰ ਪਾਸੇ ਲੈਨੇ। ਵਪਾਰੀਆਂ ਦੀ ਗੱਲ ਹੈ, ਪੰਜਾਬ ਤੋਂ ਚੰਦ ਘੰਟੇ ਲੱਗਦੇ ਜਿੱਥੇ ਸੇਬ ਹੁੰਦੇ ਹਿਮਾਚਲ ਪ੍ਰਦੇਸ਼ 'ਚ, ਉੱਥੇ ਛੋਟਾ ਵਪਾਰੀ ਤਾਂ ਗਾਇਬ ਹੈ। ਉੱਥੇ ਤਾਂ ਵੱਡਾ ਵਪਾਰੀ ਹੈ ਜਾਂ ਸੇਬ ਉਗਾਉਣ ਵਾਲਾ, ਤੇ ਸੇਬ ਉਗਾਉਣ ਵਾਲੇ ਨੂੰ ਰੁਪਈਏ 5 ਮਿਲਦੇ ਤਾਂ ਅਗਲੇ ਨੂੰ 205 ਮਿਲਦੇ ਆ। ਵਪਾਰੀ ਤਾਂ ਵਿਚੋੜ ਗਿਆ। ਹੁਣ ਜਿਹੜਾ ਵਪਾਰੀ ਵਿਚੋੜ ਗਿਆ ਉਹ ਔਖਾ ਕਾਹਤੋਂ ਆ? ਵੱਡੇ ਵਪਾਰੀ ਦੇ ਆਉਣ ਕਰਕੇ ਔਖਾ ਜਾਂ ਕਿਸਾਨਾਂ ਤੋਂ ਔਖਾ? ਇਹ ਗੱਲ 'ਚ ਆਮ ਬੰਦੇ ਦੇ ਸਮਝ ਦੇ ਵਿੱਚ ਆ ਸਕਦੀ ਹੈ। ਭਾਈ ਸ਼ਰਮਾ ਸਾਹਿਬ ਤਾਂ ਵੱਡੇ ਲੀਡਰ ਨੇ। ਇਹੀ ਤੇ ਗੱਲ ਆ। ਬਾਕੀ ਹੁਣ ਚੱਕਰ ਇਹ ਆ ਨਾ ਵੀ ਜਦੋਂ ਉਹ ਕਹਿੰਦੇ ਨੇ ਕਿ ਵੀ ਪਿਛਲੇ ਸਾਲ ਵੀ ਇਹਨਾਂ ਨੇ ਦੁਸਹਿਰੇ ਤੇ ਉਹੀ ਕਾਲ ਦਿੱਤੀ ਸੀ ਜਿਹੜੀ ਐਤਕੀ ਦਿੱਤੀ ਹੈ, ਉਹ ਜਿਹੜੀ ਵੱਖਰੇ ਵੱਖਰੇ ਢੰਗ ਨਾਲ ਉਹ ਕਹਿੰਦੇ ਵੀ ਆਪਾਂ ਵਿਰੋਧ ਪ੍ਰਗਟ ਕਰਨਾ, ਉਹ ਕਹਿੰਦੇ ਵੀ ਧਾਰਮਿਕ ਭਾਵਨਾਵਾਂ ਆਹਤ ਹੁੰਦੀਆਂ ਨੇ। ਕੁਦਰਤੀ ਕਿਤੇ ਮੈਂ ਗੂਗਲ ਕਰਕੇ ਵੇਖ ਲਿਆ, ਮੇਰਾ ਖਿਆਲ ਪਰਿਵਾਰ ਦੇ ਮੈਂਬਰ ਵੀ ਕਰ ਲੈਣ, ਇਹ ਤੋਂ ਕਈ ਸਾਲ ਪੁਰਾਣੀਆਂ ਉਦਾਹਰਨਾਂ ਮਿਲ ਜਾਣੀਆਂ ਨੇ ਜਿੱਥੇ ਖੁਦ ਬੀਜੇਪੀ ਨੇ ਇਸੇ ਦਿਨ ਦੇ ਉੱਪਰ ਇਸੇ ਤਰ੍ਹਾਂ ਹੀ ਪੁਤਲੇ ਸਾੜਿਆ। ਹੁਣ ਸਮਝ ਨਹੀਂ ਆਇਆ ਵੀ ਬੀਜੇਪੀ ਨੇ ਜਦੋਂ ਇਹ ਸਾਰਾ ਕੁਝ ਕੀਤਾ ਸੀ, ਜਾਜ ਤੇ ਆਪ ਹੀ ਸਿਖਾਈ ਹੈ ਨਾ, ਉਦੋਂ ਭਾਵਨਾਵਾਂ ਆਹਤ ਨਹੀਂ ਹੋਈਆਂ, ਹੁਣ ਭਾਵਨਾਵਾਂ ਆਹਤ ਹੋ ਜਾਂਦੀਆਂ। ਨਹੀਂ, ਮੈਨੂੰ ਇਹ ਲੱਗਦਾ ਕਿ ਠੀਕ ਹੈ, ਹੋ ਸਕਦਾ ਆਹਤ ਹੋਈਆਂ ਹੁਣ, ਪਰ ਜਿੱਦਣ ਤੁਰੇ ਜਾਂਦੇ ਲੋਕਾਂ ਦੇ ਉੱਤੇ ਜੀਬ ਚੜੀ ਆ, ਜਾਂ ਜਦੋਂ 600 ਬੰਦਾ ਜਿਨ੍ਹਾਂ ਦੇ ਬਾਬਤ ਬਹੁਤ ਵਾਰੀ ਕਿਹਾ ਜਾਂਦਾ ਜੀ ਰਾਜਨੀਤਿਕ ਲੋਕਾਂ ਦੇ ਚੱਕੇ ਚਕਾਏ ਨੇ, ਇਹਨਾਂ ਨੂੰ ਭੜਕਾਓ ਨਾ, ਇਹਨਾਂ ਲੋਕਾਂ ਨੂੰ ਉੱਥੇ ਤੁਸੀਂ ਗਲਤ ਗਾਈਡ ਕਰਦੇ ਹੋ, ਜਦੋਂ ਲੱਕੜ ਦੇ ਬਕਸੇ 'ਚ ਬੰਦ ਹੋ ਕੇ ਉਹ ਲੋਕ ਵਾਪਸ ਆਉਂਦੇ ਆ, ਸ਼ਾਇਦ ਉਦੋਂ ਵੀ ਭਾਵਨਾਵਾਂ ਨੂੰ ਕੁਝ ਠੇਸ ਲੱਗਣੀ ਚਾਹੀਦੀ ਹੈ। ਹੁਣ ਜਿਹੜੀ ਉਹ ਵੀਡੀਓ ਆਈ ਹੈ ਉਹਦੇ ਵਿੱਚ ਉਹਦਾ ਸਾਫ਼ ਤੌਰ ਦੇ ਉੱਤੇ ਨਜ਼ਰ ਆਉਂਦਾ ਕਿ ਕਿੱਦਾਂ ਗੱਡੀਆਂ ਦੇ ਬੋਨਟ ਦੇ ਉੱਤੇ ਇਦਾਂ ਤਾਂ ਕੰਬਾਈਨ ਵੀ ਕਣਕ ਜਾਂ ਝੋਨਾ ਨਹੀਂ ਵੱਢਦੀ, ਜਿੱਦਾਂ ਉਹ ਦਰੜੇ ਜਾ ਰਹੇ ਨੇ। ਉੱਥੇ ਵੀ ਇਦਾਂ ਦਾ ਹੀ ਮਾਹੌਲ ਹੁੰਦਾ ਨਾ, ਥੋੜ੍ਹਾ ਜਿਹਾ ਐਂ ਕਰਕੇ ਉੱਪਰਲੇ ਪਾਸੇ ਨੂੰ ਸਿੱਟਾ ਕੇ ਆਉਂਦੇ ਆ। ਉੱਥੇ ਤੇ ਲੋਕ ਸੀਗੇ। ਸ਼ਾਇਦ ਮਨੁੱਖਤਾ ਤੋਂ ਵੱਡੀ ਭਾਵਨਾ ਤਾਂ ਕੋਈ ਨਹੀਂ ਹੁੰਦੀ ਨਾ। ਹੁਣ ਉਦੋਂ ਵੀ ਜੇ ਬਿਆਨ ਆਉਂਦਾ ਤਾਂ ਬਹੁਤ ਚੰਗਾ ਹੁੰਦਾ। ਬਾਕੀ ਮੰਤਰੀ ਸਾਹਿਬ ਦੇ ਬੇਟੇ ਮੋਨੂ ਮਿਸ਼ਰਾ ਸਾਹਿਬ ਜਿਹੜੇ ਆ, ਬਹੁਤ ਵੱਡਾ ਇੱਕ ਸਵਾਲ ਖੜਾ ਹੋ ਗਿਆ ਸੀ ਕਿ ਭਾਈ ਇੱਕ ਦਿਨ ਦਾ ਵੀ ਨਹੀਂ ਰਿਮਾਂਡ ਲਿਆ, 14 ਦਿਨ ਦੇ ਲਈ ਜੇਲ੍ਹ ਭੇਜ ਦਿੱਤਾ, ਕੀ ਪੁੱਛਗਿੱਛ ਖਤਮ ਹੋ ਗਈ? ਹੁਣ ਫਿਰ ਪੁਲਿਸ ਨੂੰ 3 ਦਿਨ ਦਾ ਰਿਮਾਂਡ ਮਿਲਿਆ, 14 ਦਿਨ ਦਾ ਰਿਮਾਂਡ ਉਹਨਾਂ ਨੇ ਮੰਗਿਆ ਸੀ। ਤੇ ਮੋਹਰੇ ਮੋਨੂ ਮਿਸ਼ਰਾ ਦੇ ਵਕੀਲ ਕਹਿੰਦੇ ਦੇਖੋ ਜੀ ਗੱਲ ਕੀ ਹੈ, 40 ਸਵਾਲ ਸੀ, 40 ਦੇ ਜਵਾਬ ਦਿੱਤੇ, ਰਿਮਾਂਡ ਦੀ ਲੋੜ ਕੋਈ ਨਹੀਂ ਹੈ, ਰਿਮਾਂਡ ਨਹੀਂ ਚਾਹੀਦਾ। ਪਰ ਹੁਣ ਜੱਜ ਸਾਹਿਬ ਨੇ ਕਿਹਾ 3 ਦਿਨ ਤਾਂ ਰਿਮਾਂਡ ਚਾਹੀਦਾ ਹੀ ਹੈ। ਹਾਂ, ਵਕੀਲ ਸਾਹਿਬ ਕੋਲ ਬਹਿ ਜਾ ਕਰਨਗੇ ਜਦੋਂ ਪੁੱਛਗਿੱਛ ਹੋਊਗੀ। ਨਹੀਂ, ਨਾਲ ਉਹਨੇ ਇਹ ਵੀ ਕਿਹਾ, ਕਹਿੰਦੇ ਵੀ ਕੋਈ ਵੀ ਸਖਤੀ ਜਿਹੜੀ ਉਹ ਪੁਲਿਸ ਨਾ ਕਰੇ। ਹੁਣ ਮੈਨੂੰ ਸਮਝ ਨਹੀਂ ਆਈ ਵੀ 3 ਦਿਨ ਦਾ ਪੁਲਿਸ ਵਾਲਿਆਂ ਨੇ ਰਿਮਾਂਡ ਮੰਗਿਆ, ਉਹ ਕਹਿੰਦੇ ਵੀ ਸਾਡੇ ਕੋਲ ਸਵਾਲ ਨੇ ਜਿਹੜੇ ਚੰਗੀ ਤਰ੍ਹਾਂ ਜਵਾਬ ਸਾਨੂੰ ਨਹੀਂ ਮਿਲੇ। ਹੁਣ ਜਦੋਂ ਪੁਲਿਸ ਰਿਮਾਂਡ ਮੰਗਦੀ ਹੈ, ਇਹਦੇ ਨਹੀਂ ਵੀ ਉਹਨਾਂ ਬੈਠਕ 'ਚ ਭਾਗ ਦੇ ਸਮੋਸੇ ਮੰਗਾ ਲੈਣੇ, ਨਾਲ ਛੋਲੇ ਮੰਗਾ ਲੈਣੇ, ਤੇ ਮੁੜ ਕੇ ਇਹ ਕਹਿਣਾ ਕੋਆਪਰੇਟ ਨਹੀਂ ਕਰਦੇ ਹੈ ਨਾ। ਉਦੋਂ ਇਹ ਇਜਾਜ਼ਤ ਲੈਣੀ ਵੀ ਹਾਂਜੀ ਵਕੀਲ ਸਾਹਿਬ ਲਾਗੇ ਬਹਿਣਗੇ ਵੀ ਹਾਂਜੀ ਤੁਸੀਂ ਗੁਲਾਬ ਜਾਮ ਨੂੰ ਲਾਓਗੇ ਨਾਲ, ਕਹਿੰਦੀ ਕਰ ਕੀ ਰਹੇ, ਕਹਿੰਦੇ ਪੁੱਛ ਗਿੱਛ ਕਰ ਰਹੇ ਸਰ। ਮਤਲਬ ਜੇ ਤੇ ਆ ਇੱਦਾਂ ਤੇ ਫਿਰ 3 ਛੱਡ ਕੇ ਭਾਵੇਂ 13 ਦਿਨਾਂ ਦਾ ਰਿਮਾਂਡ ਲੈ ਲਓ, ਫਿਰ ਤੇ ਉਹ 'ਚੋਂ ਕੀ ਨਿਕਲਣਾ? ਤੇ ਜੇ ਵਾਕਿਆ ਹੀ ਉਹਨਾਂ ਨੂੰ ਲੱਗਦਾ ਸੀ ਵੀ 3 ਦਿਨਾਂ 'ਚ ਅਸੀਂ ਜੇ ਬਾਕੀਆਂ ਨੂੰ ਕਹਿੰਦੇ ਵੀ ਤੂੰ ਨਾ ਬੋਲੀ ਮੈਂ ਆਪੇ ਬੁਲਾ ਲੂੰ, ਇੱਦਾਂ ਦੀਆਂ ਚੀਜ਼ਾਂ ਹੁੰਦੀਆਂ ਉਹਨਾਂ ਕੋਲੇ, ਜੇ ਉਹਨਾਂ ਨੇ ਉਸ ਹਿਸਾਬ ਨਾਲ ਪੁੱਛਣਾ ਫਿਰ ਤੇ ਬੰਦੇ ਨੇ ਦੱਸ ਹੀ ਦੇਣਾ ਸੀ। ਹਾਂ, ਨਹੀਂ, ਬੜੀ ਅਜੀਬ ਸਥਿਤੀ ਹੈ। ਚਲੋ ਹੁਣ 3 ਦਿਨ ਦਾ ਰਿਮਾਂਡ ਮਿਲਿਆ, ਅਸੀਂ ਉਮੀਦ ਕਰਦੇ ਇੱਕ ਨਵੀਂ ਵੀਡੀਓ ਵੀ ਆਈ ਹੈ ਨਾ, ਹੁਣ ਉਹ ਠੀਕ ਹੈ ਗਲਤ ਹੈ ਇਹ ਅਦਾਲਤ ਨੇ ਫੈਸਲਾ ਕਰਨਾ, ਪਰ ਉਹ ਚਰਚਾ 'ਚ ਹੈ। ਹੁਣ ਤੱਕ ਦੀਆਂ ਵੀਡੀਓਜ਼ ਕੀ ਸੀ ਕਿ ਪਾਈਆ 2-3 ਗੱਡੀਆਂ ਜਾਂਦੀਆਂ, ਉਹ ਲੋਕਾਂ ਦੇ ਉੱਪਰ ਚੜ੍ਹਦੀਆਂ, ਚਰਚਾ ਇਹ ਕੀਤੀ ਜਾਂਦੀ ਜੀ ਉਹ ਬੰਦਾ ਮੋਨੂ ਮਿਸ਼ਰਾ ਹੈ, ਉਹ ਕਹਿੰਦੇ ਜੀ ਅਸੀਂ ਉੱਥੇ ਹੈ ਹੀ ਨਹੀਂ ਸੀ, ਅਸੀਂ ਤਾਂ ਦੰਗਲ ਕਰਾ ਰਹੇ ਸੀ। ਪਰ ਹੁਣ ਪਤਾ ਲੱਗਾ ਕਿ 2 ਦੁਕਾਨਾਂ ਜਿਹੜੀਆਂ ਨੇੜੇ ਹੀ ਸੀ, ਵੀਡੀਓ 'ਚ ਨਹੀਂ ਨਜ਼ਰ ਆਉਂਦੀਆਂ, ਉਹਦੇ CCTV ਕੈਮਰੇ ਦੀ ਜਿਹੜੀ ਫੁਟੇਜ ਹੈ ਉਹ ਪ੍ਰਸ਼ਾਸਨ ਦੇ ਕੋਲੇ ਪੁੱਜੀ ਹੈ।
ਤੇ ਉਸ ਫੁਟੇਜ ਦੇ ਵਿੱਚੋਂ ਇਹ ਲੱਗਦਾ ਕਿ ਉਹ ਜੀਪ ਦੇ ਵਿੱਚੋਂ ਚੜ ਰਹੇ ਨੇ ਮਿਸ਼ਰਾ ਸਾਹਿਬ, ਛੋਟੇ ਮਿਸ਼ਰਾ ਸਾਹਿਬ। ਤੇ ਜੇ ਤਾਂ ਉਹ ਸੇਮ ਡੇ ਦੀ ਹੈ, ਉਸੇ ਦਿਨ ਦੀ ਹੈ, ਉਸ ਘਟਨਾ ਤੋਂ ਪਹਿਲਾਂ ਦੀ ਹੈ, ਕਿਉਂਕਿ ਜੇ ਕਾਰ ਉਹਦੀ ਹੈ ਤਾਂ ਕਈ ਵਾਰੀ ਚੜਦਾ ਹੋਊਗਾ ਬੰਦਾ, ਕਈ ਵਾਰੀ ਉਤਰਦਾ ਹੋਊਗਾ ਨਾ, ਜੀਪ ਉਹਦੀ ਹੈ ਤਾਂ। ਪਰ ਜੇ ਉਹ ਉਸੇ ਵੇਲੇ ਦੀ ਹੈ, ਜੇ ਇਹ ਸਾਬਤ ਹੋ ਗਿਆ ਤਾਂ ਕਸੂਤਾ ਫਸ ਜੂ। ਇਹ ਤਾਂ ਹੁਣ ਦੇਖੋ ਅਦਾਲਤ ਜਾਣੇ ਜਾਂ ਕਾਨੂੰਨ ਜਾਣੇ, ਜੇ ਉਹਨਾਂ ਵਾਕਿਆ ਸਜ਼ਾ ਦੇਣੀ ਹੈ ਫਿਰ ਤੇ ਹੋ ਹੀ ਜਾਣਾ। ਬਾਕੀ ਸਜ਼ਾ ਜੇ ਇੱਕ ਬੰਦੇ ਨੂੰ ਮਿਲਣੀ ਹੈ ਜੀ। ਪਿਛਲੇ ਦਿਨ ਦੋਸ਼ੀ ਠਹਿਰਾਏ ਗਏ ਸੀ ਬਾਬਾ ਜੀ, ਹੈ ਤੇ ਅੰਦਰ ਹੀ, ਅੰਦਰੋਂ ਰਿਪੋਰਟਾਂ ਇਹ ਆਉਂਦੀਆਂ ਨੇ ਵੀ ਕਾਫੀ ਪਰੇਸ਼ਾਨ ਨੇ, ਖਾਧਾ ਪੀਤਾ ਵੀ ਕੁਛ ਨਹੀਂ ਹੈ। 2 ਲੋਕਾਂ ਨੂੰ ਮਿਲਣ ਦੀ ਤਮੰਨਾ ਜ਼ਾਹਰ ਕੀਤੀ ਉਹਨਾਂ ਨੇ, ਕਹਿੰਦੇ ਇੱਕ ਮਾਤਾ ਜੀ ਨੂੰ ਮਿਲਾ ਦਿਓ, ਇੱਕ ਮੈਨੂੰ ਨਾ ਹੁਣ ਪਤਾ ਲੱਗਾ, ਹਾਂ, ਕਿਉਂਕਿ ਅੱਜ ਉਹਨਾਂ ਨੂੰ ਸਜ਼ਾ ਸੁਣਾਈ ਜਾਣੀ ਆ। ਕੱਲ ਸ਼ਾਮੀ ਅਸੀਂ ਦੋਨੇ ਭਰਾ ਜਦੋਂ ਰੋਟੀ ਖਾਣ ਲੱਗੇ, ਖਾਣ ਹੀ ਨਾ ਫਿਰ ਮੈਂ ਕਿਹਾ ਖਾਓ, ਇਹਨਾਂ ਨੇ ਬੁਰਕੀ ਤੋੜੀ, ਲੰਘੇ ਹੀ ਨਾ, ਮੂੰਹ ਚ ਪਾ ਲਈ, ਚੱਬਣ ਹੀ ਨਾ, ਜਦੋਂ ਚੱਬ ਵੀ ਲਈ ਥੱਲੇ ਨੂੰ ਸਿੱਟਣ ਹੀ ਨਾ। ਬਾਅਦ ਚ ਮੈਨੂੰ ਪਤਾ ਲੱਗਾ ਕਿ ਉਹ ਬਾਬਾ ਜੀ ਨੂੰ ਸਜ਼ਾ ਹੋਣੀ ਨਾ ਸੰਧਾਲੀਆ ਸਾਹਿਬ, ਇਸ ਕਰਕੇ ਥੋੜੇ ਜਿਹੇ ਤੰਗ ਨੇ ਮਾਯੂਸ। ਚਲੋ ਜਿਵੇਂ ਮਰਜ਼ੀ ਲਾ ਲਓ, ਪਰ ਕੁੱਲ ਮਿਲਾ ਕੇ ਅੱਜ ਇੱਕ ਗੱਲ ਤਾਂ ਹੈਗੀ ਆ ਵੀ ਜੇ ਸਜ਼ਾ ਹੁੰਦੀ ਹੈ, ਐਂਡ ਉਸੇ ਤਰ੍ਹਾਂ ਦੀ ਟਿੱਪਣੀ ਜਿੱਦਾਂ ਕਿ ਪਹਿਲਾਂ ਆਉਂਦੀਆਂ ਰਹੀਆਂ ਵੀ ਇੱਕ ਸਜ਼ਾ ਤੋਂ ਬਾਅਦ ਦੂਜੀ ਸ਼ੁਰੂ ਹੋ, ਦੂਜੀ ਤੋਂ ਬਾਅਦ ਤੀਜੀ ਸ਼ੁਰੂ ਹੋ, ਐਂਡ ਤੀਜੀ ਤੋਂ ਬਾਅਦ ਜੇ ਅੱਜ ਫਿਰ ਅਦਾਲਤ ਕਹਿੰਦੇ ਆ ਵੀ ਇਹ 3 ਭੁਗਤਣ ਤੋਂ ਬਾਅਦ ਉੱਥੇ ਸ਼ੁਰੂ ਹੋਊ, ਫਿਰ ਕਿੱਥੇ ਜਾਊਗਾ ਕੰਮ? ਫਿਰ ਜਾਣਾ ਕਿੱਥੇ ਆ? ਫਿਰ ਉਹ ਸਵਾਦੂ ਵਾਲਾ ਮਸਲਾ ਅੜੀਕਣਾ ਸੀ। ਆਹੋ, ਉਹਨਾਂ ਕਹਿਣਾ ਵੀ ਅੱਛਾ 4 ਚ ਹੋ ਗਏ ਜੀ, 5ਵਾਂ ਕੇਸ ਹੈ, 5 ਵੀ ਪਿੱਛੇ ਜਾ ਕੇ ਨਾ 5ਵੀਂ ਵੀ ਲਾ ਦਿਓ। ਹਾਂ, ਬਾਕੀ ਸੰਧਾਲੀਆ ਸਾਹਿਬ ਇਹ ਨਾ ਹੋਏ 5ਵੀਂ ਸਜ਼ਾ ਤੇ ਕਿਤੇ ਜੱਜ ਸਾਹਿਬ ਕੁਝ ਵੱਖਰੀ ਸਟੇਟਮੈਂਟ ਦੇਣ। ਉਹ ਕਹਿੰਦੇ ਵੈਸੇ ਆਸ ਤੇ ਮੈਨੂੰ ਘੱਟ ਹੈ ਵੀ 4 ਪੂਰੀਆਂ ਹੋਣੀਆਂ, ਜੇ ਹੋ ਗਈ ਤੇ ਫਿਰ 5ਵੀਂ ਤੇ ਤੁਸੀਂ ਇਦਾਂ ਫਿੱਟ ਕਰ ਦਿਓ, ਬਾਅਦ ਚ ਨਾਲ ਹੀ ਉਹ ਸਟਾਰਟ ਕਰ ਦਿਓ। ਬਾਕੀ ਮੁਲਾਕਾਤ ਉਹਨਾਂ ਨੇ ਜਿਸ ਤਰੀਕੇ ਮੰਗੀ ਹੈ ਗੁਰਮੀਤ ਰਾਮ ਰਹੀਮ ਨੇ, ਚਲੋ ਚੱਜ ਦਾ ਕੰਮ ਤਾਂ ਕੋਈ ਪਹਿਲਾਂ ਵੀ ਨਹੀਂ ਸੀ ਕੀਤਾ, ਤੇ ਹੁਣ ਕਿਹੜਾ ਕਰਨਾ, ਫਿਰ ਆਸ ਕਿੱਦਾਂ ਦੀ ਰੱਖੀ ਜਾ ਸਕਦੀ ਹੈ? ਅੱਛਾ, ਹਾਂ, ਚਲੋ ਤੁਸੀਂ ਉਹ ਦੱਸਦੇ ਹੁੰਦੇ ਆ। ਨਹੀਂ ਮੈਂ ਤਾਂ ਕੁਛ ਕਿਹਾ ਚਲੋ ਆਪਾਂ ਬਹੁਤੀ ਗੱਲ ਨਹੀਂ ਕਰਦੇ ਹੁਣ, ਉਹ ਅਦਾਲਤ ਜਾਣੇ ਬਾਬੇ ਦਾ ਜਾਣੇ ਕੰਮ, ਆਪਾਂ ਕੋਈ ਹੋਰ ਗੱਲ ਕਰ ਲਈ। ਬਿਜਲੀ ਵਾਲੀ ਕਰਨੀ ਬਹੁਤ ਜ਼ਰੂਰੀ ਹੈ ਜੀ। ਕਿਹੜੀ ਬਿਜਲੀ ਵਾਲੀ? GT ਰੋਡ ਦੇ ਉੱਤੇ ਜਾਮ ਲਾਤਾ ਕਿਸਾਨਾਂ ਨੇ, ਕਹਿੰਦੇ ਜੀ ਬੱਤੀ ਨਹੀਂ ਆਉਂਦੀ, ਤੁਸੀਂ ਚੰਨੀ ਸਾਹਿਬ ਤੇ ਮੁਕਾਤੀ। ਮੈਨੂੰ ਪਤਾ ਹੈ ਲੀਡਰਾਂ ਦੀ ਗੱਲ ਕਰਨੀ, ਤੁਸੀਂ ਆਮ ਬੰਦੇ ਤੇ ਕਰਨੀ ਨਹੀਂ। ਨਹੀਂ ਤੇ ਆਮ ਬੰਦੇ ਨੂੰ ਉਹ ਤੇ ਕਹਿੰਦੇ ਵੀ ਬਲੈਕ ਆਊਟ ਨਹੀਂ ਹੋਣ ਦੇਣਾ ਸੀ। ਨਹੀਂ, ਬਲੈਕ ਆਊਟ ਨਹੀਂ ਹੋਣ ਦੇਣਾ। ਜਦੋਂ ਏਕਰਾ ਮੁੱਖ ਮੰਤਰੀ ਸਾਹਿਬ ਨੂੰ ਕਹਿਤਾ, ਹਾਂ ਜੋ ਕਹਿਤਾ, ਤੁਹਾਨੂੰ ਯਕੀਨ ਨਹੀਂ ਮਿਲ ਉਹਨਾਂ ਤੇ। ਨਹੀਂ ਯਕੀਨ ਤਾਂ ਸਾਰਿਆਂ ਤੇ, ਪਰ ਲੋਕਾਂ ਤੇ ਵੀ ਤਾਂ ਮਾੜਾ ਮੋਟਾ ਯਕੀਨ ਕਰਨਾ ਪਊਗਾ ਨਾ। 2 ਘੰਟੇ ਜਾਮ ਰੱਖਿਆ ਲੋਕਾਂ ਨੇ, ਫਿਰ ਚੀਫ ਇੰਜੀਨੀਅਰ ਸਾਹਿਬ ਆਏ ਪਾਵਰਕਾਮ ਤੇ, ਉਹ ਕਹਿੰਦੇ ਜੀ 2 ਦਿਨ ਦੇ ਦਿਓ, ਉਹਦੇ ਤੋਂ ਬਾਅਦ ਤੁਹਾਨੂੰ ਬੱਤੀ ਪੂਰੀ ਮਿਲੂਗੀ, ਬਸ 48 ਘੰਟੇ ਸਾਨੂੰ ਚਾਹੀਦੇ ਆ। ਬਾਕੀ ਸੰਧਾਲੀਆ ਸਾਹਿਬ ਸਾਰੇ ਹੀ ਪੰਜਾਬ ਚੋਂ ਇੱਕ ਗੱਲ ਜਿਹੜੀ ਬਾਰ-ਬਾਰ ਲੋਕਾਂ ਨੂੰ ਮਹਿਸੂਸ ਹੋ ਰਹੀ ਹੈ ਕਿ ਭਾਈ ਮੰਡੀਆਂ ਦੇ ਵਿੱਚ ਖਰੀਦ ਨਹੀਂ ਸ਼ੁਰੂ ਹੋ ਰਹੀ। ਲੋਕ ਝੋਨਾ ਲੈ ਕੇ ਬੈਠੇ ਆ, ਖਰੀਦ ਕਰਨ ਵਾਲੇ ਅਧਿਕਾਰੀ ਨਹੀਂ ਆ ਰਹੇ। ਜੇ ਕੋਈ ਆ ਰਿਹਾ ਤਾਂ ਨਵੀਂ ਵੱਧ ਦੱਸੀ ਜਾਂਦਾ ਹੈ। ਹੁਣ ਤੁਸੀਂ ਦੇਖੋ ਕਿ ਝੋਨਾ ਇੱਕ ਵਾਰੀ ਤਾਂ ਸਾਰਿਆਂ ਨੇ ਲਾਇਆ ਨਹੀਂ ਹੁੰਦਾ, ਕੁਝ ਪਹਿਲਾਂ ਲਾਇਆ ਹੁੰਦਾ, ਕੁਝ ਪਛੇਤਾ ਹੁੰਦਾ। ਪਛੇਤਾ ਪਾਣੀ ਮੰਗਦਾ, ਬੱਤੀ ਨਹੀਂ ਆਉਂਦੀ। ਜਿਹੜਾ ਅਗੇਤਾ ਝੋਨਾ ਉਹ ਮੰਡੀ 'ਚ ਰੱਖ ਕੇ ਬੈਠੇ ਆ, ਉਹ ਵਿਕਦਾ ਨਹੀਂ। ਹੁਣ ਕਿਸਾਨ ਕਿੱਧਰਲੇ ਪਾਸੇ ਜਾਊਗਾ? ਹੁਣ ਜਿੱਥੇ ਪਛੇਤੇ ਝੋਨੇ ਨੂੰ ਜੋ ਪਾਣੀ ਨਾ ਲੱਗਾ, ਆਖਰੀ ਮੌਕੇ ਤੇ 1-2 ਪਾਣੀ ਜੇ ਚਾਹੀਦੇ ਆ, ਉੱਥੇ ਝਾੜ ਘਟ ਜਾਣਾ। ਉਹਨੇ ਕਿ ਤਾਂ ਝੋਨੇ 'ਚੋਂ ਪੈਸੇ ਬਚਦੇ ਆ, ਕਿਉਂਕਿ ਕਣਕ 'ਚੋਂ ਫਿਰ ਵੀ 4 ਰੁਪਏ ਬਚ ਜਾਂਦੇ ਆ। ਝੋਨੇ ਤੇ ਖਰਚਾ ਬਹੁਤ ਹੁੰਦਾ, ਤੇ ਜੇ ਉਹਦਾ ਝਾੜ ਘਟ ਗਿਆ, ਜਿਹੜੇ 2 ਰੁਪਏ ਬਚਣੇ ਆ, ਫਿਰ ਉਹਦੀ ਵੀ ਸੰਭਾਵਨਾ ਘਟ ਜਾਣੀ ਹੈ। ਬਹੁਤ ਸਾਰੇ ਥਾਵਾਂ ਦੇ ਉੱਤੇ ਕਿਸਾਨ ਜਿਹੜੇ ਨੇ ਇਸ ਲਈ ਤੰਗ ਪਰੇਸ਼ਾਨ ਨੇ, ਕੂਸ ਰਹੇ ਨੇ। ਤੇ ਬਠਿੰਡੇ ਦੇ ਵਿੱਚ ਤਾਂ ਅਗਲਿਆਂ ਨੇ ਜਾ ਕੇ ਪਰਾਲੀ ਸਿੱਟਤੀ ਆ ਬਹੁਤ ਵੱਡੇ ਅਫਸਰ ਦੇ ਘਰ ਮੂਹਰੇ, ਕਹਿੰਦੇ 200 ਰੁਪਇਆ ਪ੍ਰਤੀ ਕੁਇੰਟਲ ਦਿਓ, ਨਹੀਂ ਤਾਂ ਮੁੜ ਕੇ ਤੁਸੀਂ ਕਹਿਣਾ ਪਰਾਲੀ ਨੂੰ ਅੱਗ ਲਾਉਂਦੇ ਆ। ਨਹੀਂ, ਮੇਰੇ ਖਿਆਲ ਨਾਲ ਬੀਜੇਪੀ ਦੀ ਪੰਜਾਬ ਲੀਡਰਸ਼ਿਪ ਜਿਹੜੀ ਉਹਨਾਂ ਨੇ ਹੁਣੇ ਜ਼ਿਕਰ ਕੀਤਾ ਵੀ ਵਪਾਰੀ ਤਬਕਾ ਬੜਾ ਪਰੇਸ਼ਾਨ ਹੈ ਜੀ। ਇਹ ਹੁਣ ਜਿਹੜਾ ਮੰਡੀਆਂ ਦੇ ਵਿੱਚ ਵਪਾਰੀ ਤਬਕਾ ਝੋਨਾ ਕਣਕ ਖਰੀਦਣ ਵਾਲਾ ਵੀ ਤੇ ਵਪਾਰੀ ਤਬਕਾ, ਇਹ ਕੀ ਗੱਲ ਉਹਨਾਂ ਨੂੰ ਵਪਾਰੀ ਨਹੀਂ ਮੰਨਦੇ? ਇਹ ਜਿਹੜਾ ਉੱਥੇ ਆੜ੍ਹਤੀ ਭਾਈਚਾਰਾ ਉਹ ਵੀ ਤੇ ਵਪਾਰੀ ਤਬਕਾ ਹੀ ਹੈ। ਉਹਨਾਂ ਦੇ ਵੀ ਸਾਰ ਲੈਣੀ ਚਾਹੀਦੀ ਹੈ ਵੀ ਹਾਂ ਯਾਰ ਤੁਹਾਨੂੰ ਕੀ ਤਕਲੀਫ ਹੋਣ? ਇੱਥੇ ਤਾਂ ਨਹੀਂ ਨਾ ਕਿਸਾਨ ਕਿਸੇ ਨੇ ਰੋਕਿਆ, ਅਗਲਾ ਬੰਦਾ 6 ਮਹੀਨੇ ਆਪਣੇ ਪੁੱਤਾਂ ਨੂੰ ਫਸਲ ਪਾਲ ਕੇ ਲੈ ਕੇ ਆਇਆ, ਜਾਂ ਉਹ ਅਗਲਾ ਕਹਿੰਦਾ ਵੀ ਮੈਂ ਲੈ ਆਊਂਗਾ ਜੀ, ਮੈਨੂੰ ਦੱਸੋ ਜੀ ਕੀ ਸਕੀਮ ਆ, ਵੀ ਹੁਣ ਰੌਲਾ ਕਾਹਦਾ, ਤੁਸੀਂ ਨਵੀਂ ਜੀ ਕਹਿ ਕੇ ਮੁੜ ਕੇ ਕਹਿੰਦੇ ਸਰਕਾਰੀ ਖਰੀਦ ਨਹੀਂ ਹੁੰਦੀ। ਮੇਰੇ ਖਿਆਲ ਨਾਲ ਇੱਥੇ ਕਿੱਡਾ ਵਧੀਆ ਮੌਕਾ ਪੰਜਾਬ ਦੀ ਬੀਜੇਪੀ ਵਾਲੀ ਲੀਡਰਸ਼ਿਪ ਕੋਲ ਵੀ ਉਹ ਮੰਡੀਆਂ ਦੇ ਵਿੱਚੋਂ ਸਾਰਾ ਕੁਝ ਕੰਮ ਚੁਕਾਉਣ। ਦੂਜੀ ਗੱਲ ਹੋਰ ਹੈਗੀ, ਜੇ ਇਹਨਾਂ ਨੂੰ ਇਹ ਲੱਗਦਾ ਵੀ ਪੰਜਾਬ ਸਰਕਾਰ ਨੇ ਪ੍ਰਬੰਧ ਠੀਕ ਨਹੀਂ ਕੀਤੇ, ਵੀ ਕੇਂਦਰ ਸਰਕਾਰ ਨੇ ਤਾਂ ਸਾਰਾ ਕੰਮ ਸੈੱਟ ਕਰਤਾ ਹੈ ਨਾ, ਵੀ ਤੇ ਫਿਰ ਤੇ ਮੇਰੇ ਖਿਆਲ ਨਾਲ ਬਹੁਤ ਵਧੀਆ ਮੌਕਾ ਆਣ ਕੇ ਭੰਡਣ ਦਾ ਵੀ ਆਹ ਦੇਖੋ ਜੀ ਸਾਡੇ ਵਾਲੀ ਕੇਂਦਰ ਸਰਕਾਰ ਸਾਰਾ ਕੁਝ ਕਰ ਰਹੀ ਹੈ, ਇਹ ਪੰਜਾਬ ਸਰਕਾਰ ਕੋਲੋਂ ਨਹੀਂ ਹੋ ਰਿਹਾ ਸਾਰਾ ਕੁਝ। ਨਹੀਂ, ਹੁਣ ਤੁਹਾਡਾ ਕੀ ਕਹਿਣਾ ਵੀ ਭਾਈ ਉਹ ਜਾ ਕੇ ਉੱਥੇ ਤਾਂ ਝੋਨੇ ਦੀਆਂ ਬੋਰੀਆਂ ਭਰਨ ਲੱਪਣ, ਉਹ ਮੀਟਰ ਲੈ ਕੇ ਆਪ ਚੈੱਕ ਕਰਨ ਲੱਪਣ? ਨਹੀਂ, ਤੁਹਾਡਾ ਹੁਣ ਮਤਲਬ ਕੀ ਆ ਕਿ ਭਾਈ ਕੱਲੀ ਮੰਡੀ ਤੁਰੇ ਫਿਰ ਕਿਸਾਨਾਂ ਕੋ ਤੁਸੀਂ ਚੇਤਾ ਰੱਖ, ਉਹ ਦੰਦੀ ਥੋੜਾ ਵੜਦੇ ਯਾਰ। ਨਹੀਂ, ਮੈਂ ਵੈਸੇ ਗੱਲ ਕਰਦਾ, ਤੁਸੀਂ ਕੱਲ੍ਹ ਨੂੰ ਤਾਂ ਕਹੋਗੇ ਕਿ ਉੱਤਰ ਪ੍ਰਦੇਸ਼ ਵਿੱਚ ਜਿੰਨਾ ਗੰਨੇ ਦਾ ਬਕਾਇਆ ਉਹ ਪੈਸੇ ਵੀ ਦਵਾਓ,
ਵੀ ਉੱਥੇ ਵੀ ਤਾਂ ਨਾਲ ਹੀ ਹੈ। ਇੱਦਾਂ ਤੁਸੀਂ ਤਾਂ 20 ਚੀਜ਼ਾਂ ਕਰੀ ਜਾਓਗੇ, ਫਿਰ ਤੁਸੀਂ ਕਹੋਗੇ ਜੀ ਉੱਤਰ ਪ੍ਰਦੇਸ਼ 'ਚੋਂ ਝੋਨਾ ਪੰਜਾਬ 'ਚ ਆਉਂਦਾ, ਉੱਥੇ ਪੂਰਾ ਮੁੱਲ ਦਿਓ, MSP ਦਿਓ। ਨਹੀਂ, ਮੈਂ ਨਹੀਂ ਆਉਂਦਾ, ਮੈਂ ਨਾ ਵੀ ਦੇਖੋ ਇਹ ਕੰਮ ਕਰਾਂਗੇ ਫਿਰ ਹੀ ਉਹ ਗੱਲ ਪੂਰੀ ਹੋਣੀ ਹੈ ਨਾ, ਜਿੱਥੇ ਕਿਹਾ ਜਾਂਦਾ ਵੀ 2022 ਤੱਕ ਕਿਸਾਨ ਦੀ ਆਮਦਨ ਦੁੱਗਣੀ ਕਰਨੀ। ਹੁਣ ਅਚਾਨਕ ਤਾਂ ਨਹੀਂ ਵੀ ਇੱਕ ਦਿਨ ਇਕੱਠਾ ਹੀ ਕਹਿਣਾ ਵੀ ਆ ਜਾਓ ਵੀ ਸ਼ਤਾਬਦੀ ਆ ਗਈ ਹੁਣ ਵੀ ਲਾਓ ਅੰਮ੍ਰਿਤਸਰ ਵੀ, ਕੀ ਗੱਲ ਹੋ ਗਈ, ਕਹਿੰਦੇ ਵੀ ਅਸੀਂ ਸਰਟੀਫਿਕੇਟ ਲੈ ਗਏ ਵੀ ਅੱਜ ਤੋਂ ਕਿਸਾਨ ਦੀ ਆਮਦਨ ਦੁੱਗਣੀ। ਲਾਓ ਢੋਲੇ ਦੀਆਂ, ਹੈ ਨਾ, ਇੱਦਾਂ ਸ਼ੁਰੂਆਤ ਤਾਂ ਇੱਦਾਂ ਹੀ ਹੋਣੀ ਹੈ ਨਾ, ਵੀ ਜਿਹੜੀਆਂ ਮੁਸ਼ਕਲਾਂ ਨੇ, ਜਿਹੜੀਆਂ ਪ੍ਰੋਬਲਮਾਂ ਨੇ, ਆਪਾਂ ਉੱਪਰ ਜਾ ਕੇ ਦੱਸੀਏ, ਅਗਲੇ ਬੰਦੇ ਆਪਣੇ ਵੱਲੋਂ ਸਹੀ ਕਹਿਣ ਵੀ ਹਾਂ ਵੀਰ ਅਸੀਂ ਆਹ ਕਰਤਾ, ਇੱਥੇ ਜਿਹੜੀ ਕਮੀ ਇਹਨਾਂ ਦੀ ਕਮੀ। ਸਗੋਂ ਮੁੱਦਾ ਐਡਾ ਵਧੀਆ ਚੁੱਕਣ ਲਈ, ਘੇਰਨ ਲਈ ਪੰਜਾਬ ਸਰਕਾਰ ਨੂੰ, ਜੇ ਹੁਣ ਨਹੀਂ ਉਹਨਾਂ ਨੇ ਘੇਰਨਾ ਤਾਂ ਫਿਰ ਕੀ ਕਰ ਸਕਦੇ ਆ। ਬਾਕੀ ਉਧਰ ਰਾਵਤ ਸਾਹਿਬ ਦੀ ਗੱਲ ਕਰ ਲਈਏ। ਕਰੋ। ਤੇ ਰਾਵਤ ਸਾਹਿਬ ਤੋਂ ਮੈਨੂੰ ਲੱਗਦਾ ਥੋੜ੍ਹੇ ਦਿਨ ਹੀ ਗੱਲ ਕਰਨੀ, ਕਿਉਂਕਿ ਸੋਨੀਆ ਗਾਂਧੀ ਹੋਰਾਂ ਇਸ਼ਾਰਾ ਦਿੱਤਾ, ਕਹਿੰਦੇ ਵੀ ਸ਼ਾਇਦ ਹੁਣ ਰਾਵਤ ਸਾਹਿਬ ਕਾਫੀ ਦੇਰ ਤੋਂ ਕਹਿੰਦੇ ਸੀ ਉਹ ਮੇਰੀ ਜਾਨ ਛਡਾ ਦਿਓ, ਮੈਂ ਨਹੀਂ ਜੇ ਇੰਚਾਰਜ ਬਣਨਾ, ਹੁਣ ਸ਼ਾਇਦ ਇੰਚਾਰਜੀ ਵਾਲਾ ਛੱਜ ਲੈ ਲੈਣ ਉਹਨਾਂ ਕੋਲੋਂ। ਨਹੀਂ, ਉਹ ਤਾਂ ਜਾਂਦੇ ਜਾਂਦੇ ਗੱਲ ਹੋਰ ਕਹਿ ਗਏ ਆ। ਉਹ ਕਹਿੰਦੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਹੋਣਗੀਆਂ, ਮੁੱਖ ਮੰਤਰੀ ਦਾ ਫੈਸਲਾ ਫਿਰ ਚੋਣਾਂ ਤੋਂ ਬਾਅਦ, ਨਤੀਜਿਆਂ ਤੋਂ ਬਾਅਦ ਬੀਬੀ ਸੋਨੀਆ ਗਾਂਧੀ ਹੋਰੀ ਕਰਨਗੇ। ਤੇ ਉਧਰਲੇ ਪਾਸੇ ਸਿੱਧੂ ਸਾਹਿਬ ਫੇਸਬੁੱਕ ਤੇ ਦੁਆਰਾ ਐਕਟਿਵ ਨੇ, ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਦੇ ਤੌਰ ਤੇ। ਰਜ਼ੀਆ ਸੁਲਤਾਨਾ ਵੀ ਸਰਗਰਮ ਹੋ ਗਿਆ, ਅਸਤੀਫੇ ਦੀ ਵਾਪਸੀ ਹੋ ਗਈ। ਸਿੱਧੂ ਸਾਹਿਬ ਵੀ ਸਰਗਰਮ ਹੋ ਗਏ, ਰਾਵਤ ਸਾਹਿਬ ਦਾ ਬਿਆਨ ਆ ਗਿਆ। ਵੈਸੇ ਮੈਂ ਕੱਲ ਤੁਹਾਨੂੰ ਹੋਰ ਦੱਸ ਦਿਆਂ, ਕਈ ਵਾਰੀ ਜਦੋਂ ਸਮਾਂ ਨਾ ਅਜੀਬੋ ਗਰੀਬ ਹੋ ਜਾਂਦਾ, ਰਾਵਤ ਸਾਹਿਬ ਉੱਤਰਾਖੰਡ 'ਚ ਨੇ, ਉੱਥੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦਾ ਟਰਾਂਸਪੋਰਟ ਮੰਤਰੀ, ਭਾਜਪਾ ਦਾ ਲੀਡਰ ਹੈ, ਟਰਾਂਸਪੋਰਟ ਮੰਤਰੀ, ਉਹ ਕਾਂਗਰਸ ਸ਼ਾਮਲ ਹੋ ਗਿਆ ਮੰਤਰੀ, ਤੇ ਨਾਲ ਉਹਦਾ ਪੁੱਤ MLA ਉਹ ਵੀ ਸ਼ਾਮਲ ਹੋ ਗਿਆ। ਯਾਨੀ ਕਿਤੇ ਨਾ ਕਿਤੇ ਐਂ ਲੱਗਦਾ ਕਿ ਉੱਤਰਾਖੰਡ 'ਚੋਂ ਬਹੁਤ ਸਾਰੇ ਕਿਸਾਨ ਆ ਰਹੇ ਸੀ। ਇਹ ਹੁਣ ਜਿੱਧਰਲੇ ਪਾਸੇ ਨੂੰ ਗੱਲ ਜਾਣ ਲੱਗ ਪਈ ਹੈ। ਸਾਰੀਆਂ ਧਿਰਾਂ ਨੂੰ ਸੋਚ ਵਿਚਾਰ ਕੇ ਚੱਲਣਾ ਚਾਹੀਦਾ। ਚੰਗਾ ਹੋਵੇ ਕਿ ਤੁਸੀਂ ਜਿਹੜੇ ਜਿਹੜੇ ਅਹੁਦੇ ਤੇ ਹੈਗੇ ਆ, ਜਿੱਦਾਂ ਜਿੱਦਾਂ ਕਰਨੀ ਆ ਕਰੀ ਜਾਓ, ਪਰ ਹੁਣ ਦਿੱਲੀੋਂ ਇੱਕ ਵੀ ਲੱਕੜ ਦਾ ਡੱਬਾ ਕਿਸੇ ਕਿਸਾਨ ਜਾਂ ਮਜ਼ਦੂਰ ਦੀ ਲਾਸ਼ ਦੇ ਨਾਲ ਨਹੀਂ ਆਉਣਾ ਚਾਹੀਦਾ। ਆਦਰਸ਼ ਸਥਿਤੀ ਇਹ ਬਣਦੀ ਹੈ। ਨਹੀਂ, ਜੇ ਨਾ ਆਵੇ ਤਾਂ ਚੰਗੀ ਗੱਲ ਹੈ। ਬਾਕੀ ਰਾਵਤ ਸਾਹਿਬ ਨੇ ਕੈਪਟਨ ਸਾਹਿਬ ਨੂੰ ਤਾਂ ਕਿਹਾ ਨਾ ਵੀ ਜੀ ਵਾਪਸੀ ਕਰੋ ਜੀ ਮਹਾਰਾਜ, ਆ ਜਾਓ, ਹੈ ਨਾ। ਹੁਣ ਗੱਲ ਇਹ ਆ ਵੀ ਕੈਪਟਨ ਸਾਹਿਬ ਵਾਹਵਾ ਦਿਨਾਂ ਦੇ ਕਹਿੰਦੇ ਵੀ ਦਿੱਲੀ ਗਏ, ਹੁਣ ਪਤਾ ਨਹੀਂ ਗਏ ਉੱਥੇ ਨੇ ਵਾਪਸ ਮੁੜੇ ਕਿੱਦਾਂ ਨਹੀਂ, ਪਰ ਇੰਨੇ ਦਿਨਾਂ ਤੋਂ ਉੱਥੇ ਜੇ ਰਹਿ ਗਏ ਨੇ, ਜਾਂ ਕੋਈ ਕਹਿੰਦੇ ਵੀ ਉਹਨਾਂ ਦਾ ਸ਼ਾਇਦ ਕੋਈ ਨਿੱਜੀ ਫੰਕਸ਼ਨ ਸੀਗਾ ਇਸ ਕਰਕੇ ਗਏ ਨੇ, ਹੋਰ ਕੋਈ ਕਾਰਨ ਹੈ ਨਹੀਂ ਗਾ, ਐਵੇਂ ਸਿਆਸਤ ਨਾਲ ਨਾ ਜੋੜੋ। ਪਰ ਦੇਖੋ ਹੁਣ ਜੇ ਸਿਆਸੀ ਬੰਦੇ ਨੇ, ਪਿਛਲੇ ਦਿਨੀ ਉਹ ਗਰਮ ਸੀਗੇ ਤੇ ਉਹ ਜਿਹੜਾ ਗੁੱਸਾ ਉਸ ਤੋਂ ਬਾਅਦ ਕਿਸੇ ਪਾਸੇ ਠੰਡਾ ਹੋਇਆ ਲੱਗਦਾ ਵੀ ਨਹੀਂ ਆ। ਤੇ ਫਿਰ ਜੇ ਰਾਵਤ ਸਾਹਿਬ ਨੇ ਦੁਬਾਰਾ ਬਿਆਨ ਦਿੱਤਾ ਵੀ ਉਹ ਸੋਚਣ ਕੁਛ ਕਰਨ, ਜਾਂ ਹੁਣ ਜਿੱਦਾਂ ਹੁਣੇ ਤੁਸੀਂ ਜ਼ਿਕਰ ਕੀਤਾ ਵੀ ਸੋਨੀਆ ਗਾਂਧੀ ਹੋਰੀ ਫੈਸਲਾ ਕਰਨਗੇ ਜੀ, ਹੈ ਨਾ, ਹੁਣ ਇਸ ਇੱਕ ਲਾਈਨ ਦੇ ਵਿੱਚ ਤੇ ਆਸ ਵੀ ਜਾਗਦੀ, ਕੁਛ ਪਤਾ ਥੋੜਾ। ਬਾਕੀ ਤੁਸੀਂ ਤਰਾਜ ਪ੍ਰਗਟ ਕਰ ਦਿੱਤਾ ਕਿ ਬੜੇ ਦਿਨਾਂ ਤੋਂ ਦਿੱਲੀ ਗਏ ਨੇ, ਉਹਨਾਂ ਦਾ ਪਟਿਆਲੇ ਝੋਨਾ ਸੁੱਕਦਾ, ਜਾਂ ਉਹਨਾਂ ਨੇ ਮੰਡੀ ਬਹਿਣਾ ਜਾ ਕੇ, ਵੀ ਜੇ 4 ਦਿਨ ਉੱਥੇ ਬਹਿ ਹੋਣ, ਜਾਂ ਸ਼ਿਮਲੇ ਜਾ ਕੇ ਬਹਿ ਹੋਣ, ਜਾਂ ਕਿਤੇ ਹੋਰ ਬੈਠ ਆਉਣ, ਤੁਹਾਨੂੰ ਤਰਾਜ ਕੀ ਆ ਵੀ ਯਾਰ? ਉਹ ਜਿਹੜਾ ਫਾਰਮ ਹਾਊਸ ਉੱਥੇ ਕੋਈ ਫਲ ਫਰੂਟ ਤੇ ਹੋ ਹੀ ਸਕਦਾ, ਉਹ ਦਿੱਲੀ ਵੀ ਮਿਲਦਾ। ਨਹੀਂ, ਮੈਂ ਤੇ ਪਾਲਣ ਦੀ ਗੱਲ ਕਰਦਾ ਵੀ ਕੋਈ ਪਾਣੀ ਪੂਣੀ ਦੇਣਾ ਨਹੀਂ। ਠੀਕ ਹੈ ਜੀ, ਚਲੋ ਮੰਨ ਲੈਨੇ ਤੁਹਾਡੀ ਗੱਲ, ਚਲੋ ਠੀਕ ਆ ਵੀ ਉਹ ਜਾਣਨ, ਉਹਨਾਂ ਦਾ ਕੰਮ ਜਾਣੇ, ਅਗਲੇ ਵੱਡੇ ਬੰਦੇ ਨੇ ਭਾਈ ਸਾਹਿਬ, ਆਪਣਾ ਕਿਹੜਾ ਕੋਈ ਕੰਮਾਂ ਜੋ ਕੰਮ ਨਹੀਂ। ਬਾਕੀ ਆਪਾਂ ਜੇ ਜ਼ਰੂਰ ਚਾਹੁੰਦੇ ਆ ਕਿ ਭਾਈ ਜਿਹੜਾ 4 ਕਿਸਾਨ ਤੇ ਇੱਕ ਪੱਤਰਕਾਰ ਦੇ ਨਿਮਿਤ ਸ਼ਰਧਾਂਜਲੀ ਸਮਾਗਮ ਹੈ, ਪੂਰੀ ਸ਼ਾਂਤੀ ਦੇ ਨਾਲ ਸਾਰਾ ਕੁਝ ਨੇਪਰੇ ਚੜੇ, ਮੰਗਾਂ ਪ੍ਰਵਾਨ ਹੁਣ, ਇਨਸਾਫ ਮਿਲੇ, ਜਿਹੜੇ ਵੀ ਬੰਦੇ ਨੇ ਗਲਤੀ ਕੀਤੀ ਉਹ ਸਜ਼ਾ ਦਾ ਹੱਕਦਾਰ ਹੈ। ਚਲੀਏ ਆਪਾਂ ਹੁਣ। ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਲਓ ਜੀ, ਫਿਰ ਇਹਦੇ ਨਾਲ ਇਸ ਪ੍ਰੋਗਰਾਮ ਨੂੰ ਸਮਾਪਤ ਕਰਨਾ, ਪਰ ਉਸ ਤੋਂ ਪਹਿਲਾਂ ਮੈਂ ਬੇਨਤੀ ਕਰਦਾ ਹਾਂ ਵੀ ਤੁਸੀਂ ਆਪਣੀ ਫੀਡਬੈਕ ਜ਼ਰੂਰ ਸਾਡੇ ਤੱਕ ਭੇਜਦੇ ਰਿਹਾ ਕਰੋ, ਤੇ ਜੇ ਤੁਸੀਂ YouTube ਦੇ ਉੱਪਰ ਦੇਖੋ ਤੇ ਫਿਰ ਤੁਸੀਂ ਇੱਕ ਤਾਂ ਲਾਈਕ ਕਰਨਾ ਤੇ ਸ਼ੇਅਰ ਕਰਨ ਵਾਲਾ ਕੰਮ ਜ਼ਰੂਰ ਕਰਦਿਆ ਕਰੋ। ਬਾਕੀ ਪ੍ਰਾਈਮ ਏਸ਼ੀਆ TV ਤੱਕ ਆਪਣੇ ਸੁਝਾਅ ਵੀ ਭੇਜਦੇ ਕਰਦੇ ਰਿਹਾ ਕਰੋ, ਤੇ ਸੁਣਦੇ ਰਹਿਣਾ, ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।